ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਖੰਨਾ ਜੀ ਨੇ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮੁੱਦੇ ਲੈਂਦੇ ਹਾਂ ਜਿਹੜੇ ਰਾਸ਼ਟਰੀ ਵੀ ਨੇ, ਅੰਤਰਰਾਸ਼ਟਰੀ ਵੀ ਨੇ ਔਰ ਦੇਸ਼ਾਂ ਪ੍ਰਦੇਸ਼ਾਂ ਨਾਲ ਜੁੜੇ ਨੇ। ਔਰ ਅਸੀਂ ਅੱਜ ਉਹ ਮੁੱਦੇ ਲਵਾਂਗੇ ਜਿਹੜੇ ਬਿਲਕੁਲ ਤੁਸੀਂ ਜਿਨ੍ਹਾਂ ਨੂੰ ਜਾਣਦੇ ਵੀ ਜੇ, ਤਾਂ ਅਸੀਂ ਇਜ਼ਾਫਾ ਕਰਾਂਗੇ ਆਪੋ 'ਚ ਮਿਲ ਕੇ ਉਹ ਤੁਹਾਡੇ ਤੱਕ ਜਾਣਕਾਰੀ ਦੇਣ ਦਾ। ਅਤੇ ਖੰਨਾ ਜੀ ਉਹ ਕਿਹੜਾ ਮੁੱਦਾ ਹੈ ਜਿਹੜਾ ਬਿਲਕੁਲ ਭਖ ਰਿਹਾ ਔਰ ਸ਼ਾਇਦ ਉਹ ਅੰਤਰਰਾਸ਼ਟਰੀ ਵੀ ਹੋਵੇ ਤਾਂ ਜ਼ਿਆਦਾ ਬੈਟਰ ਹੈ। ਬੈਟਰ ਇਹ ਹੈ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਸਾਲ ਹੋਣ ਵਾਲਾ ਹੈ ਯੁੱਧ ਨੂੰ, ਰੂਸ ਤੇ ਯੂਕਰੇਨ ਦੇ। ਐਸੇ ਫਰਵਰੀ 'ਚ ਹੋ ਜਾਣਾ ਸਾਲ ਲੜਾਈ ਨੂੰ। ਅਤੇ ਹੁਣ ਇਹਦੀ ਕਹਿੰਦੇ ਐਨੀਵਰਸਰੀ ਮਨਾਉਣੀ ਹੈ ਜਾਂ ਇੱਕ ਕੋਈ ਦੁੱਖ ਦੀ ਖਬਰ ਹੈ ਉਹ ਮਨਾਉਣੀ, ਕੀ ਕਰਨਾ ਕੀ ਹੈ। ਸਾਲ ਹੋ ਗਿਆ, ਲੜਾਈ ਲਗਾਤਾਰ ਚੱਲ ਰਹੀ ਹੈ। ਅਤੇ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪੁਤਿਨ, ਉਹ ਕਹਿੰਦੇ ਨੇ ਕਿ ਰੂਸ ਦੀ ਤਬਾਹੀ, ਹਾਂਜੀ ਵਲਾਦੀਮੀਰ ਪੁਤਿਨ, ਉਹ ਕਹਿੰਦੇ ਨੇ ਕਿ ਰੂਸ ਦੀ ਤਬਾਹੀ ਚਾਹੁੰਦੇ ਨੇ ਪੱਛਮੀ ਦੇਸ਼ ਜੀ। ਅਤੇ ਇਸ ਦੌਰਾਨ ਜੋ ਬਾਈਡਨ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਹ ਪਹੁੰਚੇ ਨੇ ਹੁਣ ਯੂਕਰੇਨ। ਅਤੇ ਅਮਰੀਕੀ ਰਾਸ਼ਟਰਪਤੀ ਜਦੋਂ ਜੋ ਬਾਈਡਨ ਯੂਕਰੇਨ ਪਹੁੰਚ ਗਏ ਨੇ ਅਤੇ ਉਸ 'ਤੇ ਰੂਸ ਅਤੇ ਚੀਨ ਇੱਕ ਵੱਡੀ ਪ੍ਰਤੀਕਿਰਿਆ ਦੇ ਰਹੇ ਨੇ, ਕਿਉਂਕਿ ਰੂਸ ਅਤੇ ਚੀਨ ਇੱਕ ਤਰ੍ਹਾਂ ਨਾਲ ਵਨ ਐਂਡ ਦਾ ਸੇਮ ਥਿੰਗ ਲੱਗਦੇ ਨੇ ਇਸ ਮੁੱਦੇ ਦੇ ਉੱਤੇ। ਖੰਨਾ ਜੀ, ਤੁਸੀਂ ਜਿਹੜਾ ਵਿਸ਼ਾ ਲਿਆ ਹੈ ਬੜਾ ਇਸ ਵੇਲੇ ਗੰਭੀਰ ਵੀ ਹੈ ਔਰ ਚਰਚਾ ਦਾ ਖਾਸ ਤੌਰ 'ਤੇ ਸਾਡੇ ਦਰਸ਼ਕਾਂ ਲਈ ਚਾਹੁੰਦੇ ਨੇ ਉਹ, ਕਿਉਂਕਿ ਇਹ ਉਲਝਿਆ ਹੋਇਆ ਮਾਮਲਾ ਹੈ ਅੰਤਰਰਾਸ਼ਟਰੀ ਤੌਰ 'ਤੇ। ਹੁਣੇ ਬਾਈਡਨ ਸਾਹਿਬ ਜਦੋਂ ਪਹੁੰਚੇ ਨੇ ਯੂਕਰੇਨ 'ਚ ਔਰ ਉੱਥੇ ਜੋ ਜ਼ੈਲੈਂਸਕੀ ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਔਰ ਇਹਨਾਂ ਨੇ ਖੁਦ ਕਹਿਤਾ ਕਿ ਸਾਡਾ ਜਿਹੜਾ ਬਜਟ ਹੈ ਡਿਫੈਂਸ ਦਾ, ਤੁਹਾਡੇ ਲਈ ਅਸੀਂ ਜੋ ਤੁਸੀਂ ਲਓਗੇ ਵੈਪਨ ਉਹ ਸਾਰੇ ਅਸੀਂ ਦੇਵਾਂਗੇ, ਜਿਹਦੇ ਵਿੱਚ ਟੋਟਲ ਜਿਹੜਾ ਪੈਸਾ ਅਸੀਂ ਤੁਹਾਨੂੰ ਦੇਵਾਂ, ਜਿਹਦੇ 'ਚ ਰਡਾਰ ਵੀ ਆ, ਮਿਜ਼ਾਈਲਾਂ ਵੀ ਆ, ਜਿਹਦੇ 'ਚ ਟੈਂਕ ਵੀ ਆ, ਜਿਹਦੇ ਵਿੱਚ ਹੋਰ ਵੀ ਬੰਬਾਰਮੈਂਟ ਕਰਨ ਲਈ ਹੋਰ ਵੈਪਨ ਜਿਹੜੇ ਹੈਗੇ ਨੇ ਉਹ ਕਿਹਾ। ਔਰ ਉਹਨਾਂ ਨੂੰ ਹੱਲਾਸ਼ੇਰੀ ਵੀ ਦੇਤੀ ਇਹਨਾਂ ਨੇ। ਦੂਜੇ ਪਾਸੇ ਰਸ਼ੀਆ ਨਾਲ ਜਿਹੜੇ ਹੈਗੇ ਯੂਰਪੀਅਨ ਕੰਟਰੀ ਹੈ, ਯੂਰਪੀਅਨ ਕੰਟਰੀ ਦੇ ਲੋਕ ਵੀ ਜਿਹੜੇ ਇਹ ਇੱਕ ਗਰੁੱਪ ਬਣ ਗਿਆ, ਦੋ ਲੌਬੀਆਂ ਬਣ ਗਈਆਂ ਅੰਤਰਰਾਸ਼ਟਰੀ ਤੌਰ 'ਤੇ। ਤੀਜੀ ਜਿਹੜੀ ਲੌਬੀ ਆ, ਇੰਡੀਆ ਬਿਲਕੁਲ ਇਸ ਵੇਲੇ ਨਿਊਟਰਲ ਆ, ਕਿਸੇ ਪਾਸੇ ਵੀ ਨਹੀਂ ਹੈਗਾ, ਕਿਉਂਕਿ G20 ਦੀ ਜਿਹੜੀ ਸੰਮੇਲਨ ਹੋ ਰਿਹਾ ਦਿੱਲੀ ਦੇ ਵਿੱਚ, ਉਹਦੇ ਵਿੱਚ ਘੱਟੋ ਘੱਟ 40-50 ਦੇਸ਼ਾਂ ਦੇ ਜਿਹੜੇ ਲੋਕ ਪਹੁੰਚ ਰਹੇ ਆ, ਜਿਹਦੇ ਵਿੱਚ ਮੰਤਰੀ ਆ ਰਹੇ ਆ, ਵਿਦੇਸ਼ ਮੰਤਰੀ ਆ ਰਿਹਾ, ਵਿਦੇਸ਼ ਸਕੱਤਰ ਆ ਰਿਹਾ ਔਰ ਸਾਰੇ ਆ ਰਹੇ ਆ। ਔਰ ਮੇਰਾ ਖਿਆਲ ਹੈ ਮੋਦੀ ਸਾਹਿਬ ਵੀ ਇਸ ਮਾਮਲੇ 'ਤੇ ਗੰਭੀਰਤਾ ਨਾਲ ਸੋਚਣਗੇ ਔਰ ਗੱਲਬਾਤ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਦੇਸ਼ ਸਾਰੇ ਇਕੱਠੇ ਹੋ ਰਹੇ ਆ। ਰਸ਼ੀਆ ਵੀ ਆ ਰਿਹਾ, ਰਸ਼ੀਆ ਦੇ ਰਿਪਰੈਜ਼ੈਂਟੇਟਿਵ ਵੀ ਆ ਰਹੇ ਆ, ਅਮਰੀਕਾ ਦੇ ਵੀ ਆ ਰਹੇ ਆ ਔਰ ਯੂਕਰੇਨ ਤੋਂ ਵੀ ਆ ਰਹੇ ਆ, ਸਾਰੇ ਕੰਟਰੀ ਇਕੱਠੇ ਹੋਏ ਆ। ਇਸ ਵੇਲੇ ਪੱਖ ਦਾ ਮੁੱਦਾ ਸਿਰਫ ਅਤੇ ਸਿਰਫ ਰਸ਼ੀਆ ਯੂਕਰੇਨ ਦੀ ਲੜਾਈ ਆ ਔਰ ਇਹ ਬਾਕਾਇਦਾ ਤੌਰ 'ਤੇ ਡਿਸਕਸ ਹੋਊਗਾ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੁਣੇ ਕਿ ਇਹ ਮਾਮਲਾ ਜਿਉਂ ਦਿਨ ਦਿਨ ਉਲਝਦਾ ਜਾ ਰਿਹਾ ਅਤੇ ਸਾਲ ਤੋਂ ਉੱਪਰ ਚਲੇ ਗਿਆ ਔਰ ਲੱਖਾਂ ਲੋਕ ਮਾਰੇ ਗਏ ਆ, ਘਰੋਂ ਬੇਕਾਰ ਹੋ ਗਏ ਆ। ਔਰ ਇਹਦੇ ਨਾਲ ਪੋਲੈਂਡ ਦੇ ਵਿੱਚ ਵੀ ਲੋਕ ਆਉਂਦੇ ਜਾਂਦੇ ਆ, ਜਿਹੜੇ ਵੀ ਆ ਰੋਮਾਨੀਆ, ਇਹਦੀ ਬਾਰਡਰ ਦੇ ਨਾਲ ਹੀ ਆ। ਰੋਮਾਨੀਆ ਦੇ ਵਿੱਚ ਵੀ ਬਹੁਤ ਲੋਕ ਉੱਥੋਂ ਦੌੜ ਕੇ ਯੂਕਰੇਨ ਤੋਂ ਤੇ ਰੋਮਾਨੀਆ ਦੇ ਵਿੱਚ ਜਾ ਵਸੇ ਔਰ ਖ਼ਾਸ ਤੌਰ 'ਤੇ ਔਰਤਾਂ ਵੀ ਲੜਾਈ 'ਚ ਭਾਗ ਲੈ ਰਹੀਆਂ। ਔਰ ਇਸ ਵੇਲੇ ਜਿਹੜੇ ਚਟਾਨ ਵਾਂਗੂ ਉਹਨਾਂ ਦੇ ਜਿਹੜੇ ਲੋਕ ਖੜ੍ਹ ਗਏ ਆ ਔਰ ਉਹਨਾਂ ਨੇ ਆਪਣੇ ਘਰੋਂ ਘਰੀ ਮੋਰਚੇ ਵੀ ਬਣਾ ਲਏ ਆ। ਰਸ਼ੀਆ ਨੂੰ ਇਸ ਵੇਲੇ ਸਿਰਫ ਅਤੇ ਸਿਰਫ ਮੂੰਹ ਦੀ ਖਾਣੀ ਪੈ ਰਹੀ, ਕਿਉਂਕਿ ਉਹਦੇ ਕੰਟਰੀ 'ਚ ਤਾਂ ਅੰਦਰ ਵੜਿਆ ਪਿਆ ਔਰ ਉਹ ਤੋਂ ਬਾਅਦ ਉਹਨਾਂ ਨੇ ਹਾਰ ਨਹੀਂ ਮੰਨੀ, ਉਹ ਲੜੀ ਜਾ ਰਹੇ ਆ। ਕਿਉਂ ਨਹੀਂ ਹਾਰ ਮੰਨੀ? ਅਮਰੀਕਾ ਉਹਨਾਂ ਦੀ ਪਿੱਠ ਦੇ ਪਿੱਛੇ ਆ ਔਰ ਬਾਕੀ ਦੇਸ਼ ਉਹਨਾਂ ਦੇ ਨਾਲ ਬਿਲਕੁਲ ਸਾਵੇਂ ਪੱਧਰੇ ਚੱਲ ਰਹੇ ਆ, ਪੈਸਾ ਉਹਨਾਂ ਨੂੰ ਮਿਲ ਰਿਹਾ, ਵੈਪਨ ਉਹਨਾਂ ਨੂੰ ਮਿਲ ਰਹੇ ਆ। ਜਵਾਨ ਵੀ ਚਲੇ ਗਏ, ਨੌਜਵਾਨ ਲੜਨ ਲਈ ਵੀ ਚਲੇ ਗਿਆ, ਔਰਤਾਂ ਨੇ ਵੀ ਉੱਥੇ ਲੜਾਈ ਸ਼ੁਰੂ ਕਰ ਦਿੱਤੀ ਆ। ਔਰ ਮੇਰਾ ਖਿਆਲ ਹੈ ਕਿ ਜੇ ਇਹਨਾਂ ਨਾ ਰੋਕਿਆ ਨੂੰ ਤਾਂ ਇਹ ਵਰਲਡ ਵਾਰ ਲੱਗ ਸਕਦੀ ਹੈ। ਇਸ ਕਰਕੇ ਕਿ ਲੌਬੀਆਂ ਬਣ ਗਈਆਂ, ਸਾਰੇ ਪਾਸੇ ਇਕੱਠੇ ਹੋ ਗਏ ਆ ਔਰ ਉਹਦੇ ਵਿੱਚ ਜੇ ਅਸੀਂ ਗਿਣਤੀ ਕਰੀਏ ਤਾਂ ਛੋਟੇ ਦੇਸ਼ ਜਿਹੜੇ ਵਿਕਾਸਸ਼ੀਲ ਦੇਸ਼, ਇਹਨਾਂ ਦੀ ਤਾਂ ਕੋਈ ਉੱਥੇ ਵੱਟੀ ਨਹੀਂ ਜਾਣੀ। ਸੁਪਰ ਪਾਵਰ ਕੰਟਰੀ ਜਿਹੜੀ ਉਹਨਾਂ ਨੇ ਰਲ ਕੇ ਸਾਰਾ ਕੁਝ ਕਰਨਾ। ਸਾਨੂੰ ਤੁਹਾਨੂੰ ਜਿਹੜੇ ਛੋਟੇ ਮੋਟੇ ਦੇਸ਼ ਹੈ ਇਹ ਫਿਜ਼ੀਕਲੀ ਲੜਾਈ ਕਰਨਗੇ ਜਾ ਕੇ ਉੱਥੇ ਔਰ ਉਹਨਾਂ ਨੂੰ ਪੈਸਾ ਵੀ ਦਿੱਤਾ ਜਾਊਗਾ। ਬਹੁਤ ਮੁੰਡਿਆਂ ਨੇ ਇੰਡੀਆ ਤੋਂ ਵੀ ਆਫਰ ਕੀਤਾ ਸੀ ਕਿ ਅਸੀਂ ਵੀ ਵਾਂਟ ਟੂ ਰਿਕਰੂਟ ਇਨ ਦਿਸ ਯੂਕਰੇਨ ਜਿਹੜੀ ਲੜਾਈ ਉਹਦੇ ਵਿੱਚ। ਔਰ ਮੁੰਡੇ ਤੇ ਵਿਹਲੇ ਆ, ਉਹ ਚਾਹੁੰਦੇ ਆ ਕਿ ਅਸੀਂ ਜਿਹੜਾ ਇੱਥੇ ਅਗਨੀਪਥ ਤੇ ਦੂਜੇ ਜਿਹੜੇ ਉਹਨਾਂ 'ਚ ਲੜ ਕੇ ਜਾਂ 4-4.5 ਸਾਲ ਕੀ ਕਰਨਾ, ਉਹਨਾਂ ਕੰਟਰੀ 'ਚ ਜਾਵਾਂਗੇ, ਘੱਟੋ ਘੱਟ ਪੈਸਾ ਮਿਲੂਗਾ ਔਰ ਕਈ ਤਰ੍ਹਾਂ ਦੀ ਆਫਰ ਮਿਲਣਗੀਆਂ। ਔਰ ਇਸ ਕਰਕੇ ਇਹ ਮਾਮਲਾ ਇਸ ਵੇਲੇ ਅੰਤਰਰਾਸ਼ਟਰੀ ਤੌਰ 'ਤੇ ਬਹੁਤ ਵੱਡਾ ਇਸ਼ੂ ਬਣ ਚੁੱਕਿਆ ਔਰ ਉਹ ਹੁਣ G20 ਦੇ ਵਿੱਚ ਵੀ ਇਹ ਮਸਲਾ ਰੱਖਿਆ ਜਾਣਾ ਔਰ ਹੁਣ ਦੂਜੇ ਬਾਕੀ ਦੇਸ਼ਾਂ ਵਿੱਚ ਵੀ ਹੈ। ਬ੍ਰਿਟੇਨ 'ਚ ਵੀ ਰੌਲਾ ਪੈ ਗਿਆ, ਸਾਰੀਆਂ ਕੰਟਰੀਆਂ 'ਚ ਇਹਦਾ ਪੈ ਗਿਆ, ਕਿਉਂਕਿ ਲੜਾਈ ਬੜੀ ਲੰਬੀ ਹੋ ਗਈ। ਐਕਚੁਅਲੀ ਜੋ ਮਾਹਿਰ ਨੇ ਨਾ ਮਿਲਟਰੀ ਦੇ,
ਔਰ ਫੋਰਨ ਮਾਮਲਿਆਂ ਦੇ ਜੀ, ਉਹ ਇਹ ਕਹਿੰਦੇ ਨੇ ਕਿ ਜਦੋਂ ਤੱਕ ਭਾਰਤ ਕਿਸੇ ਸਾਈਡ ਨਹੀਂ ਲੈਂਦਾ, ਹਾਂ, ਜਾਂ ਨਾਟੋ ਕੰਟਰੀਜ਼ ਵੱਲ ਜਾਂ ਫਿਰ ਰਸ਼ੀਆ ਜਾਂ ਚਾਈਨਾ ਵੱਲ, ਦੋ ਕੰਟਰੀ ਆ, ਦੋ ਗਰੁੱਪ, ਜਦੋਂ ਤੱਕ ਇੰਡੀਆ ਕਿਸੇ ਵੱਲ ਸਾਈਡ ਨਹੀਂ ਲੈਂਦਾ ਉਦੋਂ ਤੱਕ ਇਹ ਯੁੱਧ ਵਰਲਡ ਵਾਰ ਦੇ ਵਿੱਚ ਨਹੀਂ ਬਦਲ ਸਕਦਾ, ਕਿਉਂਕਿ ਇੰਡੀਆ ਦਾ ਸਾਈਡ ਲੈਣਾ ਜ਼ਰੂਰੀ ਹੈ। ਔਰ ਇੰਡੀਆ ਇਸ ਵਕਤ ਬਿਲਕੁਲ ਨਿਊਟਰਲ ਚੱਲ ਰਿਹਾ ਹੈ। ਹਾਲਾਂਕਿ ਜਿਹੜਾ ਪੈਟਰੋਲ ਆ ਰਿਹਾ ਹੈ ਰਸ਼ੀਆ ਤੋਂ ਬੰਦ, ਔਰ ਉਸ ਨੂੰ ਵੀ ਉਹਦੇ ਤੋਂ ਵੀ ਪੈਸਾ ਕਮਾਇਆ ਹੈ, ਭਾਰਤ ਨੇ ਵੀ ਕਮਾਇਆ ਹੈ, ਉਹਨੂੰ ਬਿਲਕੁਲ ਰਿਫਾਈਨ ਕਰਕੇ ਉਹ ਅਮਰੀਕਾ ਨੂੰ ਵੀ ਵੇਚਿਆ ਹੁਣ। ਜੀ ਜੀ ਜੀ। ਔਰ ਜਿੱਦਾਂ ਇਹ ਜਿਹੜੇ ਹਥਿਆਰ ਬਣਾਉਣ ਵਾਲੀਆਂ ਫੈਕਟਰੀਜ਼ ਨੇ ਇਹ ਸਾਰੀਆਂ ਪੈਸਾ ਕਮਾ ਰਹੀਆਂ ਨੇ ਯੁੱਧ ਤੋਂ। ਇੰਡੀਆ ਨੇ ਵੀ ਯੁੱਧ ਤੋਂ ਪੈਸਾ ਕਮਾਇਆ ਪੈਟਰੋਲ ਦੇ ਵਿੱਚੋਂ। ਸੋ ਇਹ ਫੈਕਟਸ ਵੀ ਸਾਹਮਣੇ ਆ ਰਹੇ ਨੇ, ਪਰ ਇਹ ਸਿਰਫ ਟ੍ਰੇਡ ਉੱਤੇ ਫੋਕਸ ਕਰ ਰਿਹਾ ਇਸ ਵਕਤ ਇੰਡੀਆ, ਜੋ ਇਹਦੀ ਫੋਰਨ ਪਾਲਿਸੀ ਹੈ। ਨਾ ਇਹ ਰਸ਼ੀਆ ਨੂੰ ਕੁਝ ਕਹਿ ਰਿਹਾ ਹੈ ਤੇ ਨਾ ਇਹ ਨਾਟੋ ਕੰਟਰੀਜ਼ ਨੂੰ ਕੁਝ ਕਹਿ ਰਿਹਾ ਹੈ। ਹਾਲਾਂਕਿ ਅਮਰੀਕਾ ਨੇ ਇਸ ਗੱਲ ਦੇ ਉੱਤੇ ਹੱਲਾਸ਼ੇਰੀ ਦਿੱਤੀ ਹੈ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਕਿ ਜਦੋਂ ਤੱਕ ਇੰਡੀਆ ਆਪਣੇ ਵੱਲੋਂ ਕੋਈ ਗੱਲ ਆਪਣੀ ਵਿਜ਼ਡਮ ਦੀ ਨਹੀਂ ਕਹਿੰਦਾ ਉਦੋਂ ਤੱਕ ਸ਼ਾਇਦ ਇਸ ਵਾਰ ਨੂੰ ਲੈ ਕੇ ਕੋਈ ਡਿਸੀਜਨ ਨਾ ਹੋ ਸਕੇ ਇੰਟਰਨੈਸ਼ਨਲ ਲੈਵਲ ਤੇ ਕਿ ਇਹ ਵਰਲਡ ਵਾਰ 3 ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ ਕਿ ਨਹੀਂ ਮੰਨੀ ਜਾ ਸਕਦੀ। ਔਰ ਇੰਡੀਆ ਬਿਲਕੁਲ ਸਾਇਲੈਂਟ ਆ, ਬਿਲਕੁਲ ਚੁੱਪ ਹੈ। ਜੈ ਸ਼ੰਕਰ ਵੀ ਕੁਝ ਨਹੀਂ ਕਹਿ ਰਹੇ, ਡੋਵਾਲ ਸਾਹਿਬ ਵੀ ਕੁਝ ਨਹੀਂ ਕਹਿ ਰਹੇ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੁਝ ਨਹੀਂ ਕਹਿ ਰਹੇ, ਰਾਜਨਾਥ ਸਿੰਘ ਜਿਹੜੇ ਰੱਖਿਆ ਮੰਤਰੀ ਨੇ ਉਹ ਵੀ ਕੁਝ ਨਹੀਂ ਕਹਿ ਰਹੇ। ਇੰਡੀਆ ਵੱਲੋਂ ਕੋਈ ਸਟੇਟਮੈਂਟ ਨਹੀਂ ਜਾ ਰਹੀ ਔਰ ਰਾਈਟ ਫਰੋਮ ਦਾ ਵੈਰੀ ਫਰਸਟ ਡੇ। ਔਰ ਇਸ ਕਰਕੇ ਯੂਕਰੇਨ ਦੇ ਸਟੂਡੈਂਟਸ ਵੀ, ਯੂਕਰੇਨ ਦੀ ਐਡਮਿਨਿਸਟ੍ਰੇਸ਼ਨ ਵੀ ਇੰਡੀਆ ਤੋਂ ਨਾਰਾਜ਼ ਹੋਈ ਸੀ। ਸਾਡੇ ਸਟੂਡੈਂਟਸ ਯੂਕਰੇਨ ਵਿੱਚ ਫਸੇ ਵੀ ਇਸ ਕਰਕੇ ਸੀ ਕਿ ਉਹਨਾਂ ਨੇ ਹੈਲਪ ਨਹੀਂ ਕੀਤੀ ਕਿ ਤੁਹਾਡੀ ਕੰਟਰੀ ਵੱਲੋਂ ਸਾਡੇ ਦੇਸ਼ ਦੇ ਹੱਕ ਵਿੱਚ ਯੂਕਰੇਨ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਜਾ ਰਹੀ, ਕਿਉਂਕਿ ਯੂਕਰੇਨ ਇੱਕ ਛੋਟਾ ਜਿਹਾ ਬੱਚਾ ਹੈ ਔਰ ਰਸ਼ੀਆ ਇੱਕ ਐਡਾ ਵੱਡਾ ਜਾਇੰਟ ਹੈ ਔਰ ਉਹਨੇ ਇੱਕ ਛੋਟੇ ਜਿਹੇ ਬੱਚੇ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿਸੇ ਟਾਈਮ ਤਿੱਬਤ ਦੇ ਉੱਤੇ ਚੀਨ ਨੇ ਹਮਲਾ ਕੀਤਾ ਸੀ, ਤਿੱਬਤ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸੀ। ਸੋ ਉਸ ਵਕਤ ਯੂਕਰੇਨ ਦੀ ਐਡਮਿਨਿਸਟ੍ਰੇਸ਼ਨ ਵੀ ਨਾਰਾਜ਼ ਹੈ ਭਾਰਤ ਤੋਂ ਕਿ ਭਾਰਤ ਵੱਲੋਂ ਕੋਈ ਸਟੇਟਮੈਂਟ ਨਹੀਂ ਆ ਰਹੀ, ਨਿਊਟਰਲ ਹੈ। ਪਰ ਭਾਰਤ ਜਦੋਂ ਤੱਕ ਨਿਊਟਰਲ ਹੈ ਉਦੋਂ ਤੱਕ ਇਹ ਯੁੱਧ ਤੀਸਰੇ ਵਿਸ਼ਵ ਯੁੱਧ ਦੇ ਵਿੱਚ ਨਹੀਂ ਬਦਲ ਸਕਦਾ, ਇਹ ਮਿਲਟਰੀ ਐਕਸਪਰਟਸ ਮੰਨਦੇ ਨੇ। ਮੇਰੇ ਖਿਆਲ ਜਿਹੜੇ ਬਾਕੀ ਮਾਹਰ ਨੇ ਗੱਲ ਕਰਦੇ ਆ, ਜਿੰਨੇ ਵੀ ਆਲੋਚਕ ਵੀ ਆ, ਜਿਹਦੇ ਵਿੱਚ ਮੀਡੀਆ ਵੀ ਆ, ਉਹਦੇ ਵਿੱਚ ਇਹ ਹੈ ਕਿ ਇਨਵੋਲਵਮੈਂਟ ਇਕੱਲੇ ਭਾਰਤ ਦੀ ਨਹੀਂ, ਵਿੱਚ ਜਰਮਨੀ, ਜਾਪਾਨ ਅਤੇ ਵੀਅਤਨਾਮ ਅਤੇ ਕੁਛ ਹੋਰ ਕੰਟਰੀ ਹੈ ਜਿਹੜੇ ਅਮਰੀਕਾ ਦੇ ਅਗੇਂਸਟ ਚੱਲਦੇ ਰਹੇ ਆ, ਉਹ ਅੱਜ ਵੀ ਇਸੇ ਲਾਈਨ 'ਚ ਖੜੇ ਆ, ਰਸ਼ੀਆ ਨਾਲ ਹੈਗੇ ਆ। ਔਰ ਜਦੋਂ ਇਹ ਪਾਵਰ, ਸੁਪਰ ਪਾਵਰ ਜਿਹੜੀਆਂ, ਭਾਰਤ ਜਿਹੜਾ ਹੈਗਾ ਇਹ ਤਾਂ ਇੰਡੀਆ ਅਤੇ ਜਿਹੜਾ ਪਾਕਿਸਤਾਨ ਹੈ ਅਤੇ ਆਟੇ 'ਚ ਲੂਣ, ਇਹਨਾਂ ਦਾ ਕੋਈ ਉੱਥੇ ਇਹਨਾਂ ਵਟਤ ਨਹੀਂ ਹੋਣੀ ਜਿੰਨੀ ਵਟਤ ਉਹਨਾਂ ਜਪਾਨ ਵਰਗੀ ਕੰਟਰੀ ਜਿਹੜੀ ਹੈਗੀ ਆ, ਜਰਮਨ ਹੈਗਾ ਹੈ ਨਾ, ਉਹਦੇ ਵਿੱਚ ਵੀਅਤਨਾਮ ਹੈਗਾ, ਉਹਨਾਂ ਕੰਟਰੀ ਨੇ ਅਜੇ ਉਹ ਵੀ ਕਿਸੇ ਪਾਸੇ ਨਹੀਂ ਹੋਏ। ਇਕੱਲਾ ਅਤੇ ਇਕੱਲਾ ਬ੍ਰਿਟੇਨ ਅਤੇ ਜਿੰਨੇ ਵੀ ਯੂਰਪੀਅਨ ਕੰਟਰੀ ਦੇ ਨਾਲ ਹੈਗਾ। ਪ੍ਰੋਬਲਮ ਇਹ ਰਹੀ ਕਿ ਬ੍ਰਿਟੇਨ ਦਾ ਵੀ ਜਿਹੜਾ ਸੈਨਿਗਨ ਗਰੁੱਪ ਸੀ ਉਹ ਵੀ ਟੁੱਟ ਗਿਆ, ਉਹਨਾਂ ਦੇ ਜਿਹੜਾ ਪਲੈਬੀਸਾਈਟ ਹੋਣ ਤੋਂ ਬਾਅਦ ਇੰਗਲੈਂਡ ਇਕੱਲਾ ਰਹਿ ਗਿਆ ਅਤੇ ਬਾਕੀ ਕੰਟਰੀਆਂ ਵੱਖਰੀਆਂ ਹੋ ਗਈਆਂ। ਜੇਕਰ ਯੂਨਾਈਟ ਹੋਇਆ ਹੁੰਦਾ ਪਹਿਲੋਂ ਤੱਕ ਤਾਂ ਹੁਣ ਤੱਕ ਬਹੁਤ ਕੁਛ ਹੋ ਜਾਣਾ ਸੀਗਾ ਨਾ। ਦੂਜੀ ਗੱਲ ਹੈਗੀ ਹੈ ਸੂਨਕ ਜੀ ਜਿਹੜੇ ਉੱਥੇ ਨਵੇਂ ਜਿਹੜੇ ਪ੍ਰਧਾਨ ਮੰਤਰੀ ਬਣੇ ਆ, ਉਹ ਵੀ ਇਸ ਗੱਲ ਦੇ ਬਿਲਕੁਲ ਫੇਵਰ 'ਚ ਹੈਗੇ ਆ, ਐਂਟੀ ਨਹੀਂ ਚੱਲੇ। ਉਹਨਾਂ ਨੇ ਜੇ ਐਂਟੀ ਚੱਲਦੇ ਇਸ ਗਰੁੱਪ ਦੇ ਪੂਰੇ ਦਾ ਪੂਰਾ ਤਾਂ ਸ਼ਾਇਦ ਇਹਦਾ ਰੁਖ ਹੋਰ ਹੀ ਕੁਛ ਹੁੰਦਾ, ਕਿਉਂਕਿ ਉਹ ਵੀ ਇੰਡੀਅਨ ਬਾਰਨ ਆ। ਉਹਨਾਂ ਨੂੰ ਪਤਾ ਹੀ ਹੈਗਾ ਕਿ ਜੇ ਇੰਡੀਆ ਨਹੀਂ, ਤੁਹਾਡੀ ਗੱਲ ਸਹੀ ਸੀ ਕਿ ਇੰਡੀਆ ਨਹੀਂ ਅਜੇ ਜੇ ਪਾਸੇ ਲੱਗ ਰਿਹਾ, ਬ੍ਰਿਟੇਨ ਦਾ ਵੀ ਇੰਡੀਆ ਨਾਲ ਬਹੁਤ ਵੱਡਾ ਤਾਲੁਕਾਤ ਆ, ਬਹੁਤ ਕੁਛ ਹੈਗਾ। ਅਫਗਾਨਿਸਤਾਨ ਅਜੇ ਕਿਸੇ ਪਾਸੇ ਨਹੀਂ ਆਇਆ, ਜਦੋਂ ਆਇਆ ਤਾਂ ਅਮਰੀਕਾ ਦੇ ਉਲਟ ਚੱਲੂਗਾ ਕੰਮ, ਅਤੇ ਇਹ ਜਿਹੜਾ ਹੈਗਾ ਇਹਦੇ ਯੂਕਰੇਨ ਦੇ ਫੇਵਰ 'ਚ ਚੱਲੂਗਾ। ਇਹ ਕੰਟਰੀ ਜਦੋਂ ਆ ਗਏ, ਪਰ ਅਜੇ ਤੱਕ ਇਹ ਜਿਹੜਾ ਠੰਡੋਰਾ ਰਿਹਾ, ਬੜਾ ਪੀਸਫੁਲ ਰਿਹਾ, ਕਿਉਂਕਿ ਲੰਬਾ ਸਮਾਂ ਹੋ ਗਿਆ, 1 ਸਾਲ ਅਜੇ ਵਰਲਡ ਵਾਰ ਲੱਗਣੀ ਤਾਂ ਲੱਗ ਜਾਂਦੀ ਕਦੇ ਦੀ। ਹੁਣ ਸਗੋਂ ਠੰਡ ਪੈ ਗਈ ਆ, UNO ਐਂਟਰੀ ਕਰ ਰਿਹਾ। UNO ਦੀ ਜਦੋਂ G20 ਦੀ ਗੱਲਬਾਤ ਹੋਈ ਤਾਂ UNO ਦਾ ਵਿੱਚ ਉਹਨਾਂ ਨੇ ਕਹਿਣਾ ਸੰਯੁਕਤ ਰਾਸ਼ਟਰ ਜਿਹੜਾ ਲੜਾਈ ਬੰਦ ਕਰਾਉਂਦਾ, ਜਦੋਂ ਚਿੱਟਾ ਝੰਡਾ ਉਹਨਾਂ ਨੇ ਲਹਿਰਾਤਾ, ਪੀਸਫੁਲ ਹੋ ਜਾਣਾ, ਉਦੋਂ ਕੋਈ ਫਾਇਰਿੰਗ ਨਹੀਂ ਹੋਣੀ, ਬੜਾ ਕੁਝ ਲੁਕ ਜਾਣਾ। ਪਰ ਜਿਹੜੀ ਇਸ ਵੇਲੇ ਸਮੱਸਿਆ ਜਿਹੜੀ ਲੋਕਾਂ ਦੀ ਉੱਥੋਂ ਦੀ ਹੈਗੀ ਆ, ਵਿਚਾਰੇ ਇਸ ਵੇਲੇ ਭੁੱਖੇ ਭਾਣੇ ਬੈਠੇ ਆ, ਸਾਰਾ ਕੁਝ ਲੁੱਟਿਆ ਪੁੱਟਿਆ ਗਿਆ, ਉਹਨਾਂ ਦਾ ਸਾਰਾ ਨਾਸ਼ ਹੋ ਗਿਆ। ਔਰ ਉਹਦੇ ਵਿੱਚ ਕਿੰਨੇ ਲੱਖਾਂ ਲੋਕ ਮਾਰੇ ਗਏ। ਮਰਨ ਤੋਂ ਬਾਅਦ ਬੱਚੇ ਵਿਚਾਰੇ ਰੋਂਦੇ ਆ, ਵਿਲਕਦੇ ਆ, ਸਾਰਾ ਕੁਝ ਪਾਸੇ ਆ। ਪਰ ਉਹਦੇ ਵਿੱਚ ਬਹੁਤ ਏਜੰਸੀਆਂ ਐਸੀਆਂ ਜਿਹੜੀਆਂ ਸਿੱਖ ਏਜੰਸੀ ਜਿਹੜੀਆਂ ਉਹ 'ਚ ਖਾਸ ਤੌਰ 'ਤੇ ਧਾਰਮਿਕ ਏਜੰਸੀਆਂ ਚਲੇ ਗਈਆਂ ਉੱਥੇ, ਉਹਨਾਂ ਨੇ ਲੰਗਰ ਲਾਤੇ ਉੱਥੇ, ਕੰਬਲ ਵੰਡੇ ਲੋਕਾਂ ਨੂੰ, ਘਰੋਂ ਘਰ ਜਾ ਕੇ ਪਤਾ ਵੀ ਕੀਤਾ। ਔਰ ਜਿਸ ਤਰ੍ਹਾਂ ਤੁਰਕੀ 'ਚ ਤਾਂ ਦੂਸਰੇ ਪਾਸੇ ਜਦੋਂ ਆਇਆ ਸੀਗਾ, ਭੁਚਾਲ ਆਇਆ ਸੀ, ਉੱਥੇ ਬੜਾ ਕੁਝ ਭੇਜਿਆ। SGPC ਨੇ ਵੀ ਬੜਾ ਕੁਝ ਭੇਜਿਆ, ਜਿਹੜੀ ਧਾਰਮਿਕ ਏਜੰਸੀਆਂ। ਪਰ ਜਦੋਂ ਇਹ ਗੱਲ ਲੰਬੀ ਹੋ ਜਾਂਦੀ ਹੈ, ਜਦੋਂ ਲੰਬੀ ਹੋ ਜਾਂਦੀ ਉਦੋਂ ਧਾਰਮਿਕ ਏਜੰਸੀਆਂ ਜਿਹੜੀਆਂ ਏਜੰਸੀਆਂ ਪੈਸਾ ਵੰਡਣ ਵਾਲੀਆਂ, ਉਹ ਵੀ ਵਿਚਾਰੀਆਂ ਇੰਨਾ ਨਹੀਂ ਹੁੰਦੀਆਂ। ਉਹ ਤਾਂ ਅਰਥਕਵੇਕ ਆਇਆ ਤਾਂ ਲੋਕਾਂ ਨੂੰ ਕੱਢ ਲਿਆ, ਬਚਾ ਲਿਆ। ਇਹ ਲੰਬਾ ਹੋਇਆ ਕੰਮ, ਲੰਬਾ ਹੋ ਗਿਆ। ਔਰ ਇਹ ਵੀ ਮੰਨਿਆ ਜਾ ਰਿਹਾ ਕਿ ਜੋ ਅਸੀਂ ਗਲੋਬਲਾਈਜੇਸ਼ਨ ਦਾ ਕਨਸੈਪਟ ਲੈ ਕੇ ਚੱਲ ਰਹੇ ਹਾਂ ਕਿ ਪੂਰੀ ਦੁਨੀਆ ਨੂੰ ਇੱਕ ਕਰ ਦਿੱਤਾ ਜਾਵੇ, ਔਰ ਉਸ ਵਾਸਤੇ
ਇਹ ਇੱਕ ਸਟ੍ਰੈਟਜੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਨਿਊ ਵਰਲਡ ਆਰਡਰ। ਉਹਦੇ ਵਿੱਚ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜੋ ਪਾਵਰਸ ਨੇ ਉਹਨਾਂ ਨੂੰ ਬੈਲੈਂਸ ਕਰਨ ਵਾਸਤੇ ਤੀਸਰਾ ਵਿਸ਼ਵ ਯੁੱਧ ਜ਼ਰੂਰੀ ਹੋ ਜਾਂਦਾ ਹੈ, ਤਾਂ ਜਾ ਕੇ ਇਹ ਇੱਕ ਠਹਿਰਾਓ ਪੈਦਾ ਹੋ ਸਕਦਾ ਹੈ। ਕਾਰਨ ਕਿ 15 ਤੋਂ 17 ਹਜ਼ਾਰ ਦੇ ਕਰੀਬ ਨਿਊਕਲੀਅਰ ਵੈਪਨਸ ਪੂਰੀ ਧਰਤੀ ਦੇ ਉੱਤੇ ਹੈਗੇ ਨੇ, ਵੱਖ-ਵੱਖ ਦੇਸ਼ਾਂ ਦੇ ਬਣੇ ਪਏ, ਕੋਈ ਛੋਟਾ ਕੋਈ ਵੱਡਾ, ਵੱਖ-ਵੱਖ ਰੇਂਜ ਦੇ ਨਿਊਕਲੀਅਰ ਪਲਾਂਟਸ ਲੱਗੇ ਹੋਏ ਨੇ। ਉਹਨਾਂ ਸਭ ਦਾ ਕੀ ਬਣੂ, ਕਿਉਂਕਿ ਉਹ ਹਥਿਆਰ ਕਿਤੇ ਨਾ ਕਿਤੇ ਤੇ ਚੱਲਣੇ ਨੇ। ਬਟ ਇੱਕ ਜਿਹੜੇ ਸ਼ਾਂਤੀ ਪਸੰਦ ਲੋਕ ਨੇ ਉਹ ਕਹਿੰਦੇ ਨੇ ਕਿ ਜੇ ਵਰਲਡ ਨੂੰ ਤੁਸੀਂ ਵਨ ਕਰਨਾ ਹੈ ਤਾਂ ਉਹ ਐਂਪਥੀ ਨਾਲ ਵੀ ਹੋ ਸਕਦਾ, ਪਿਆਰ ਮੁਹੱਬਤ ਨਾਲ ਵੀ ਹੋ ਸਕਦਾ। ਜੋ ਗੁਰੂ ਨਾਨਕ ਸਾਹਿਬ ਦਾ ਵਿਜ਼ਨ ਹੈ ਜਿਹਦੇ 'ਚ ਅਸੀਂ ਦੂਸਰੇ ਦੀ ਹੋਂਦ ਨੂੰ ਸਵੀਕਾਰ ਕਰਦੇ ਹਾਂ, ਟੋਲਰੈਂਟ ਕਰਦੇ ਹਾਂ, ਅਸੀਂ ਟੋਲਰੈਂਟ ਹੈਗੇ ਹਾਂ। ਦੂਸਰੇ ਨੂੰ ਸਵੀਕਾਰ ਕਰਕੇ, ਦੂਸਰੇ ਦੇ ਕਲਚਰ ਨੂੰ ਸਵੀਕਾਰ ਕਰਕੇ ਅਸੀਂ ਉਸ ਰਸਤੇ 'ਤੇ ਜਾ ਕੇ ਵੀ ਗਲੋਬਲਾਈਜ਼ ਕਰ ਸਕਦੇ ਹਾਂ। ਕਿਉਂਕਿ ਜੇ ਨਿਊਕਲੀਅਰ ਵੈਪਨ ਚੱਲਣਗੇ ਤਾਂ ਉਹਨਾਂ ਦਾ ਅਸਰ ਬਹੁਤ ਦੂਰ ਤੱਕ ਜਾਏਗਾ। ਸੈਕੰਡ ਵਰਲਡ ਵਾਰ, ਹੀਰੋਸ਼ੀਮਾ ਨਾਗਾਸਾਕੀ ਦਾ ਅਸੀਂ ਹੁਣ ਤੱਕ ਦੇਖ ਰਹੇ ਹਾਂ ਕਿੰਨਾ ਮਾੜਾ ਅਸਰ ਪੈ ਰਿਹਾ। ਤੋ ਟੋਟਲ ਸਟ੍ਰੈਟਜੀ ਇਹ ਬਣਦੀ ਪਈ ਹੈ। ਪਾਵਰ ਗੇਮਸ ਖੇਡਣ ਵਾਲੇ ਆਪਣੀਆਂ ਪਾਵਰ ਗੇਮਸ ਖੇਡਦੇ ਪਏ ਨੇ ਕਿਉਂਕਿ ਉਹਨਾਂ ਨੇ ਪੂਰੇ ਵਰਲਡ ਨੂੰ ਡੋਮੀਨੇਟ ਕਰਨਾ ਹੈ। ਕਿਉਂਕਿ ਮਸਲਾ ਇਹ ਹੈ ਕਿ ਜੇ ਦੁਨੀਆ ਗਲੋਬਲ ਹੋ ਗਿਆ, ਦੁਨੀਆ ਪੂਰੀ ਇੱਕ ਹੋ ਗਈ, ਤਾਂ ਦੁਨੀਆ ਦਾ ਹੀਰੋ ਕੌਣ ਬਣੇਗਾ, ਬੌਸ ਕੌਣ ਬਣੇਗਾ? ਕਿਉਂਕਿ ਬੌਸ ਹੋਣਾ ਜ਼ਰੂਰੀ ਹੈ ਜਿਹੜਾ ਸਭ ਨੂੰ ਡੰਡੇ ਦੇ ਨਾਲ ਸਿੱਧਾ ਰੱਖੇ। ਔਰ ਉਹ ਅਮਰੀਕਾ ਉਸ ਪੋਜੀਸ਼ਨ ਨੂੰ ਹਾਸਿਲ ਕਰਨਾ ਚਾਹੁੰਦਾ ਹੈ ਕਿ ਅਮਰੀਕਨਾਈਜੇਸ਼ਨ ਹੋ ਰਿਹਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਗਲੋਬਲਾਈਜੇਸ਼ਨ ਹੋ ਰਿਹਾ ਹੈ। ਸੋ ਅਮਰੀਕਾ ਇਸ ਸਾਰੀ ਪਾਵਰ ਨੂੰ ਕਿੱਦਾਂ ਕੰਟਰੋਲ ਕਰੇਗਾ ਔਰ ਵਰਲਡ ਦਾ ਸੁਪਰ ਪਾਵਰ ਨੰਬਰ 1 ਕਿੱਦਾਂ ਬਣ ਕੇ ਰਹੇਗਾ, ਇਹ ਚੀਜ਼ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ। ਇਸ ਕਰਕੇ ਥਰਡ ਵਰਲਡ ਵਾਰ ਨੂੰ ਮਸਟ ਮੰਨਦੇ ਨੇ ਕਈ ਲੋਕ ਕਿ ਅੱਜ ਨਹੀਂ ਤੇ ਕੱਲ, ਥੋੜੇ ਸਾਲ ਬਾਅਦ ਸਹੀ। ਬਟ ਇਹ ਹੁਣ ਕੁਦਰਤ ਜਾਣਦੀ ਹੈ ਕਿ ਕੀ ਹੋ ਸਕਦਾ ਤੇ ਕੀ ਨਹੀਂ ਹੋ ਸਕਦਾ, ਪਰ ਇਹਦੇ ਅਸਰ ਮਾਰੂ ਹੋਣਗੇ। ਇਹ ਜੋ ਯੁੱਧ ਹੋ ਰਿਹਾ ਹੈ ਇਹਨੂੰ ਰੋਕਿਆ ਵੀ ਜਾ ਸਕਦਾ ਸੀ। ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਹਾਲਾਤ ਪੈਦਾ ਹੋਏ ਸੀ ਉਦੋਂ ਵੀ ਰੋਕਿਆ ਜਾ ਸਕਦਾ ਸੀ। ਔਰ ਇੱਕ ਸਾਲ ਬਹੁਤ ਲੰਬੀ ਗੇਮ ਹੈ ਔਰ ਇੰਨੀਆਂ ਜਾਨਾਂ ਚਲੀਆਂ ਗਈਆਂ, ਉਹ ਤਾਂ ਮੁੜ ਕੇ ਨਹੀਂ ਨਾ ਹੋਣੀਆਂ। ਔਰ ਸਾਰੇ ਖੰਡਰ ਦੁਬਾਰਾ ਬਣਾਉਣੇ ਪੈਣਗੇ ਔਰ ਉਹਦਾ ਅਸਰ ਵੀ ਪਤਾ ਨਹੀਂ ਕਿੱਥੋਂ ਤੱਕ ਰਹੇਗਾ। ਕਿਉਂਕਿ ਜਿਹੜਾ ਬਾਰੂਦ ਉੱਥੇ ਫਟਿਆ ਹੈ ਵਾਤਾਵਰਣ ਦੇ ਵਿੱਚ ਔਰ ਪ੍ਰਕਿਰਤੀ ਨੂੰ ਨੁਕਸਾਨ ਹੋਇਆ ਹੈ, ਉਹਦਾ ਅਸਰ ਵੀ ਸਾਡੇ ਉੱਤੇ ਪੈਣਾ ਹੈ। ਸੋ G20 ਦੇ ਅੰਦਰ ਪਹਿਲਾਂ ਵੀ, ਲਾਸਟ ਈਅਰ ਵੀ G20 ਦੇ ਵਿੱਚ ਇਸ ਮਸਲੇ ਦੇ ਉੱਤੇ ਗੱਲ ਕੀਤੀ ਗਈ, ਵੱਡੇ ਵੱਡੇ ਇਮੋਸ਼ਨਲ ਲੈਕਚਰ ਦਿੱਤੇ ਗਏ, ਇਹਦਾ ਅਸਰ ਕੀ ਹੋ ਸਕਦਾ ਹੈ, ਇਸ ਤੋਂ ਯੁੱਧ ਤੋਂ ਬਾਅਦ ਕੀ ਹਾਲਾਤ ਪੈਦਾ ਹੋ ਸਕਦੇ ਨੇ। ਪਰ ਕਿਸੇ ਨੇ ਯੁੱਧ ਨੂੰ ਰੋਕਣ ਬਾਰੇ ਕੋਈ ਕਦਮ ਨਹੀਂ ਚੁੱਕਿਆ ਔਰ ਇਸ ਵਾਰ ਕੀ ਹੋਣ ਜਾ ਰਿਹਾ ਕੋਈ ਨਹੀਂ ਜਾਣਦਾ। ਸੋ ਇਸ ਕਰਕੇ ਇਹ ਥੋੜਾ ਮਾਮਲਾ ਨਾ ਖਟਾਈ ਵਾਲਾ ਮਾਮਲਾ ਲੱਗਦਾ ਕਿ ਇਹਦਾ ਐਕਚੁਅਲੀ ਬਣਨਾ ਕੀ ਹੈ। ਬਟ ਇਹ ਹੈ ਕਿ ਜੋ ਅਸੀਂ ਆਪਣੇ ਪਲੇਟਫਾਰਮ ਤੋਂ ਕਹਿ ਰਹੇ ਹਾਂ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਹਿਊਮਨ ਲਾਈਫ ਮੈਟਰ ਕਰਦੀ ਆ, ਜਾਨਾਂ ਨਹੀਂ ਜਾਣੀਆਂ ਚਾਹੀਦੀਆਂ। ਜਾਨ ਜਿਹੜੀ ਚਲੀ ਗਈ ਉਹ ਮੁੜ ਕੇ ਨਹੀਂ ਆਉਣੀ। ਇਸ ਕਰਕੇ ਰੱਬ ਦਾ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਇਸ ਯੁੱਧ ਨੂੰ ਰੋਕੋ। ਵੈਸੇ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਹੋਰ ਗੱਲ ਦੱਸਦੀ ਹੈ, ਜਿਹੜੀ ਦੋ ਸੈਲਫ ਅਸਰਸ਼ਨ ਇਹ ਹੁੰਦੀ ਆ, ਜਿਹੜੇ ਆਪਣੇ ਆਪ ਚੌਧਰੀ ਬਣਨਾ। ਇਹ ਦੋ ਚੌਧਰੀ ਬਣੇ ਆ ਇਸ ਵੇਲੇ, ਰਸ਼ੀਆ ਅਤੇ ਅਮਰੀਕਾ। ਦੋ ਚੌਧਰੀ ਆ। ਇਹਨਾਂ ਦੇ ਚੌਧਰੀਆਂ ਦੇ ਵਿੱਚ ਜੰਗ ਦੇ ਵਿੱਚ 2010 ਦੇ ਵਿੱਚ ਇੱਕ TT ਵੈਪਨ ਦੀ ਹੋਈ ਸੀਗੀ, ਉਹਦੇ ਤੋਂ ਵੀ ਇਹ ਦੋਵੇਂ ਮੁੱਕਰ ਗਏ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੀਸਫੁਲ ਤਰੀਕੇ ਨਾਲ ਰਵਾਂਗੇ, ਕੋਈ ਬੰਬਾਰਮੈਂਟ ਨਹੀਂ ਹੋਊਗਾ, ਪਰਮਾਣੂ ਬੰਬ ਨਹੀਂ ਚਲਾਏ ਜਾਣਗੇ, ਕੋਈ ਪ੍ਰਦਰਸ਼ਨੀ ਨਹੀਂ ਕੀਤੀ ਜਾਊਗੀ। ਦੋਵੇਂ ਸੁਪਰ ਪਾਵਰਾਂ, ਉਹਨਾਂ ਕੋਲ ਵੀ ਐਟਮ ਬੰਬ ਹੈਗਾ, ਇਹਨਾਂ ਕੋਲ ਵੀ ਹੈਗਾ, ਇਹਨਾਂ ਕੋਲ ਵੀ ਰਡਾਰ ਹੈਗੇ, ਉਹਨਾਂ ਕੋਲ ਮਿਜ਼ਾਈਲਾਂ ਹੈਗੀਆਂ। ਮਿਜ਼ਾਈਲਾਂ ਉਹਨਾਂ ਕੋਲ ਐਸੀਆਂ ਪਾਵਰਫੁਲ ਹੈਗੀਆਂ ਕਿਸੇ ਕੋਲ ਵੀ ਹੈ ਨਹੀਂ, ਜਿਹੜੀਆਂ ਲੋਕ ਖਰੀਦਦੇ ਇਹਨਾਂ ਕੋਲ, ਬਾਕੀ ਕੰਟਰੀਆਂ ਖਰੀਦਦੀਆਂ, ਰਸ਼ੀਆ ਔਰ ਅਮਰੀਕਾ ਦੋਨੋਂ ਕੋਲ। ਇਹਨਾਂ ਨੇ TT ਕੀਤੀ ਸੀ 2010 ਤੇ ਉਹ ਵੀ ਇਹਨਾਂ ਨੇ ਕੱਲ੍ਹ ਬਿਆਨ ਕਰ ਦਿੱਤਾ ਦੋਵਾਂ ਨੇ। ਪੁਤਿਨ ਜੀ ਨੇ ਵੀ ਕਹਿ ਦਿੱਤਾ ਅਤੇ ਇੱਧਰੋਂ ਅਮਰੀਕਾ ਦੇ ਬਾਈਡਨ ਨੇ ਕਹਿ ਦਿੱਤਾ ਕਿ ਦੇਅਰ ਇਜ਼ ਨੋ TT ਵਿਲ ਬੀ ਕੰਟੀਨਿਊ। ਹੁਣ ਇਹਦੇ ਵਿੱਚ ਕੋਈ ਅੱਗੇ ਨਹੀਂ ਚੱਲੂਗੀ। ਹੁਣ ਅਸੀਂ ਜੇ ਜੰਗ ਚਾਹਾਂਗੇ ਤਾਂ ਸ਼ੁਮਾਰ ਤਰੀਕੇ ਨਾਲ ਆਵਾਂਗੇ, ਤੁਸੀਂ ਵੀ ਇੱਧਰ ਚਲਾਓ ਤਾਂ ਅਸੀਂ ਵੀ ਚਲਾਉਣੇ, ਦੇਖਦੇ ਹਾਂ ਕੌਣ ਪਾਵਰਫੁਲ ਹੈਗਾ। ਅਸਲ 'ਚ ਇਹ ਪੂਰੇ ਦਾ ਪੂਰਾ, ਜਿੱਦਾਂ ਤੁਸੀਂ ਕਿਹਾ ਵੀ ਜਿਹੜੀ ਗਲੋਬਲਾਈਜੇਸ਼ਨ ਹਥਿਆਰਾਂ ਦੀ, ਉਹ ਹੁਣ ਇਹਨਾਂ ਨੇ ਵੰਡਣੇ ਹਥਿਆਰ, ਉਹਨਾਂ ਨੂੰ ਜੰਗਾਲ ਲੱਗ ਗਿਆ, ਉਹ ਜੰਗ ਲੱਗ ਚੁੱਕਿਆ ਉਹਨਾਂ ਨੂੰ, ਇਹਨਾਂ ਨੇ ਚਲਾਉਣੇ ਆ। ਕੋਈ ਵਰਲਡ ਵਾਰ ਲੱਗੀ ਨੂੰ 39 ਤੋਂ ਬਾਅਦ 45 ਤੱਕ ਰਹੀ ਆ, ਜਿਹੜੀ ਸੈਕੰਡ ਵਰਲਡ ਵਾਰ ਸੀਗੀ। ਉਹ ਤੋਂ ਬਾਅਦ ਇਹ ਕੋਈ ਵਰਲਡ ਵਾਰ ਨਹੀਂ ਆਈ। ਹੁਣ ਇਹਨਾਂ ਨੇ ਉਹ ਹਥਿਆਰ ਜਿਹੜੇ ਇਹਨਾਂ ਨੂੰ ਜੰਗ ਲੱਗਾ ਉਹ ਚਲਾਉਣੇ ਆ। ਇਹਦੇ 'ਚ ਇੰਡੀਆ ਦਾ ਤਾਂ ਬਾਕੀ ਜਿਹੜੇ ਵਿਕਾਸਸ਼ੀਲ ਦੇਸ਼ ਇਹਨਾਂ ਦਾ ਕੋਈ ਖਾਸ ਮੁੱਦਾ ਨਹੀਂ, ਜੋ ਮਰਜ਼ੀ ਕਹਿ ਦੇਣ। ਜਿਹੜੀ ਵੀ ਹੈਗੀ ਆ ਪਾਵਰਫੁਲ, ਜਿਹਦੇ ਹੱਥ 'ਚ ਡਾਂਗ ਉਹਦੀ ਪਾਵਰ ਹੁੰਦੀ ਆ, ਜਿਹਦੇ ਹੱਥ 'ਚ ਡੰਡਾ ਉਹਦੇ 'ਚ ਪਾਵਰ ਹੁੰਦੀ ਆ। ਇਹ ਉਹਨਾਂ ਕੋਲ ਡੰਡਾ ਵਾ, ਪੰਜਾਬੀ ਦੀ ਗੱਲ ਹੈਗੀ ਆ, ਉਹਨਾਂ ਕੋਲ ਡਾਂਗ ਆ, 100 ਹੱਥ ਲੰਬੀ ਡਾਂਗ ਹੈਗੀ, ਉਹ ਤਾਂ ਉਹਨਾਂ ਨੇ ਫੇਰ ਨਹੀਂ ਇਹਨਾਂ ਦੇ ਦੁਆਲੇ, ਇਹਨਾਂ ਦੇ ਨੰਗੇ ਪਿੰਡੇ ਵੱਜਣੀਆਂ ਇਹਨਾਂ ਦੇ ਹੀ ਹੈ। ਸਿੱਧੀ ਗੱਲ ਪੰਜਾਬੀ ਵਾਲੀ ਗੱਲ ਹੁੰਦੀ ਹੈ। ਔਰ ਬਾਕਾਇਦਾ ਤੌਰ 'ਤੇ G20 ਸੰਮੇਲਨ ਆ ਰਿਹਾ, ਇਹਦੇ ਵਿੱਚ ਜੇ ਗੱਲਬਾਤ ਹੋਈ ਤਾਂ ਇੰਡੀਆ ਦੇ ਫਿਰ ਨਹੀਂ ਮੰਨੀ ਜਾਣੀ। ਉਹ ਮੰਤਰੀ ਗੱਲ ਕਰਨਗੇ, ਜੋ ਕਰਨਗੇ ਉਹਦੇ 'ਤੇ ਪੂਰਨੇ ਪਾਉਣਗੇ ਬਾਕਾਇਦਾ ਤੌਰ 'ਤੇ। ਆਪਾਂ ਤਾਂ ਸਿਰਫ ਹੈਗੇ ਉਹਨਾਂ ਦੇ ਉਹ ਪ੍ਰਾਹੁਣਾਚਾਰੀ ਦਾ ਮਸਲਾ, ਕਿ ਉਹਨਾਂ ਨੂੰ ਅਸੀਂ ਸੰਭਾਲ ਕੇ G20 ਦਾ ਇਹ ਬਹੁਤ ਵੱਡਾ ਮਾਣ ਆ ਮੋਦੀ ਸਾਹਿਬ ਨੇ ਜਿਹੜਾ ਲਿਆ ਵਾ, ਕਿ ਸਾਨੂੰ ਉਹਨਾਂ ਨੇ ਮੌਕਾ ਦੇ ਦਿੱਤਾ ਗੱਲਬਾਤ।
ਨਹੀਂ ਤੇ ਇੰਡੀਆ ਦੀ ਕੌਣ ਸੁਣਦਾ। ਬਿਲਕੁਲ ਸਹੀ ਗੱਲ ਹੈ। ਕੋਲਡ ਵਾਰ ਜਦੋਂ ਦਾ ਇਹ ਚੱਲਿਆ ਨਾ ਸਮਾਂ, ਕੋਲਡ ਵਾਰ ਦਾ, ਰਸ਼ੀਆ ਤੇ ਅਮਰੀਕਾ ਦਾ, ਉਦੋਂ ਤੋਂ ਵੈਪਨਸ ਬਣਨੇ ਸ਼ੁਰੂ ਹੋਏ ਔਰ ਕੋਲਡ ਵਾਰ ਦਾ ਹੀ ਨਤੀਜਾ ਹੁਣ ਤੱਕ ਇੱਥੇ ਆ ਰਿਹਾ ਹੈ। ਔਰ ਵਾਕਈ ਰਸ਼ੀਆ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕਿਉਂਕਿ ਰਸ਼ੀਆ ਆਪਣੀ ਨੈਚੁਰਲ ਗੈਸ ਨੂੰ ਲੈ ਕੇ ਯੂਰਪ ਦੀਆਂ ਜੜ੍ਹਾਂ ਤੱਕ ਪਹੁੰਚਿਆ ਹੋਇਆ ਕਿਉਂਕਿ ਉਹਦਾ ਬਿਜ਼ਨਸ ਹੈ, ਉਹਦਾ ਟ੍ਰੇਡ ਆ। ਹੁਣ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਔਰ ਪੈਟਰੋਲ ਦੀ ਸਾਰੀ ਗੇਮ ਹੈ, ਪਰ ਜਦੋਂ ਤੱਕ ਇਹ એનર્ਜੀ ਸ਼ਿਫਟ ਨਹੀਂ ਨਾ ਹੁੰਦੀ ਪੈਟਰੋਲ ਤੇ ਨੈਚੁਰਲ ਗੈਸ ਤੋਂ ਇਲਾਵਾ ਜੇ ਕੋਈ ਹੋਰ ਸੋਰਸ ਨਹੀਂ ਮਿਲਦਾ એનર્ਜੀ ਦਾ, ਉਦੋਂ ਤੱਕ ਇਹ ਖਤਰਾ ਬਣਿਆ ਰਹਿਣਾ। ਔਰ ਜਦੋਂ ਕੋਈ ਹੋਰ ਸੋਰਸ ਲੱਭ ਗਿਆ ਜਿਵੇਂ ਸੂਰਜ ਦੀ ਰੋਸ਼ਨੀ, ਸੋਲਰ એનર્ਜੀ, ਵਿੰਡ એનર્ਜੀ, ਵਾਟਰ એનર્ਜੀ, ਤਰ੍ਹਾਂ ਦੀਆਂ ਹੋਰ ਤਰੀਕੇ ਦੇ ਨਾਲ એનર્ਜੀਜ਼ ਪੈਦਾ ਕੀਤੀਆਂ ਜਾਣਗੀਆਂ। ਜੇ ਇਹ એનર્ਜੀ ਸ਼ਿਫਟ ਹੋ ਜਾਂਦੀ ਹੈ ਤਾਂ ਆਈ ਥਿੰਕ ਇਹ ਵਰਲਡ ਦਾ ਜਿਹੜਾ ਸਿਨੈਰੀਓ ਹੈ ਨਾ ਸਾਰਾ ਜੀਓਪੋਲੀਟੀਕਲ ਐਂਡ ਜੀਓ ਇਕਨੋਮਿਕਸ, ਇਹ ਸਾਰਾ ਚੇਂਜ ਹੋ ਜਾਣਾ। ਇਹ ਵਾਰਸ ਦਾ ਖਤਰਾ ਟਲ ਜਾਣਾ। ਇਹ એનર્ਜੀ ਦੀ ਗੇਮ ਹੈ ਸਾਰੀ। ਸੋ ਮੁਖੀਆਂ ਦਾ ਲੜਾਈ ਆ। ਚਾਈਨਾ ਵੀ ਮੁਖੀ ਦਾ, ਅਮਰੀਕਾ ਵੀ ਮੁਖੀ ਆ, ਰਸ਼ੀਆ ਵੀ ਮੁਖੀ ਆ ਤੇ ਬ੍ਰਿਟੇਨ ਵੀ। ਗੱਲ ਟ੍ਰੇਡ ਦੀ ਹੈ, ਮੁਖੀ ਆ ਬਸ। ਦੂਜੇ ਜਿਹੜੇ ਹੈਗੇ ਉਹ ਤਾਂ ਨਾਲ ਵੋਟਾਂ ਪਾਉਣ ਵਾਲੇ ਜਿਹੜੇ ਆਮ ਲੋਕ ਹੁੰਦੇ ਉਹ ਬਾਕੀ ਤਾਂ ਗਿਣਤੀ ਪੂਰੀ ਕਰਨ ਵਾਸਤੇ ਨੇ। ਸਟੇਜ ਦੇ ਉੱਤੇ ਮੇਨ ਹੀਰੋ ਤੇ ਇਹੋ ਨੇ। ਬਾਕੀ ਰਿਹਾ ਇਹ ਸਾਰਾ ਮਸਲਾ ਟ੍ਰੇਡ ਦਾ, ਸਾਰਾ ਮਸਲਾ ਪੈਸੇ ਦਾ ਹੈ। ਜੋ ਪੈਸਾ ਕਮਾਏਗਾ ਔਰ ਯੁੱਧ ਦੇ ਵਿੱਚ ਨਾ ਹਾਰਨ ਵਾਲਾ ਜਿੱਤਦਾ ਤੇ ਨਾ ਜਿੱਤਣ ਵਾਲਾ ਜਿੱਤਦਾ। ਜਿਹੜੇ ਹਥਿਆਰ ਸਪਲਾਈ ਕਰਦੇ ਨੇ ਉਹ ਪੈਸਾ ਕਮਾ ਕੇ ਜਿੱਤਦੇ ਨੇ। ਔਰ ਉਸ ਪੈਸੇ ਦਾ ਟਰੰਪ ਸਾਹਿਬ ਹੁੰਦੇ ਨਾ, ਟਰੰਪ ਜੀ ਇੱਥੇ ਹੁੰਦੇ ਰਾਸ਼ਟਰਪਤੀ, ਤੇ ਹੋ ਸਕਦਾ ਵਰਲਡ ਵਾਰ 'ਚ ਕਨਵਰਟ ਹੋ ਕੇ ਬਹਿ ਜਾਂਦਾ ਕਿਉਂਕਿ ਉਹਦੇ ਵਿੱਚ ਉਹ ਡਿਸੀਜਨ ਹੋ ਰਿਹਾ ਉਹਨਾਂ ਦੇ ਔਰ ਉਹਨਾਂ ਦੇ ਡਿਸੀਜਨ ਜਿਹੜੇ ਹੈਗੇ ਆ ਬੜੇ ਲੋਕਾਂ ਨਾਲ ਮਿਲ ਕੇ। ਉਹਨਾਂ ਦੀ ਸਟੇਟਮੈਂਟ ਸੀਗੀ ਬਲਕਾਰ ਜੀ ਕਿ ਜੇ ਮੈਂ ਹੁੰਦਾ ਤੇ ਮੈਂ ਯੁੱਧ ਸ਼ੁਰੂ ਹੀ ਨਹੀਂ ਹੋਣ ਦੇਣਾ ਸੀ। ਦੋ ਗੱਲਾਂ ਸੀ ਨਾ, ਜਾਂ ਤਾਂ ਵਰਲਡ ਵਾਰ 'ਚ ਕਨਵਰਟ ਹੋ ਜਾਂ ਹੋਣੇ ਨਾ, ਕਿਉਂਕਿ ਉਹਨਾਂ ਦੇ ਉੱਤੇ ਵੀ ਇਹ ਇਲਜ਼ਾਮ ਲੱਗਦੇ ਨੇ ਕਿ ਜਦੋਂ ਉਹ ਰਾਸ਼ਟਰਪਤੀ ਬਣੇ ਨੇ ਤਾਂ ਰਸ਼ੀਆ ਨੇ ਸਪੋਰਟ ਕੀਤਾ ਹੈ ਇਨਡਾਇਰੈਕਟਲੀ। ਪਤਾ ਨਹੀਂ ਹੁਣ ਇਹ ਕੀ ਗੇਮ ਹੈ ਸਾਰੀ। ਚਲੋ ਆਪਾਂ ਅਗਲੀ ਗੇਮ ਤੇ ਚੱਲੀਏ। ਹੁਣ ਭਾਰਤ ਵਾਪਸ ਆਈਏ। ਸਹੀ ਗੱਲ, ਬਹੁਤ ਫਲਾਈਟ ਫੜ ਕੇ ਅਮਰੀਕਾ ਤਰੀਕੇ ਨਾਲ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਹੋ ਗਿਆ। ਗੱਲਬਾਤ ਜਿਹੜੀ ਕੀਤੀ ਅਸੀਂ ਉਹਦੇ ਵਿੱਚ ਇਹ ਮੁੱਦਾ ਇਸ ਵੇਲੇ ਬਹੁਤ ਲੰਬਾ ਮੁੱਦਾ ਹੋ ਗਿਆ, ਬਹੁਤ ਲੰਬਾ। ਪੂਰਾ ਵਰਲਡ ਸਫਰ ਕਰਦਾ ਪਿਆ। ਸਾਰੇ ਬੱਚੇ ਦੀ ਜ਼ੁਬਾਨ ਤੇ ਹੈਗਾ ਕਿ ਇਹ ਮੁੱਦਾ ਕਦੋਂ ਖਤਮ ਹੋਊਗਾ, ਕਦੋਂ ਖਤਮ ਹੋਊਗਾ। ਆਪਣੇ ਜਿਹੜੀ ਆ 65 ਦੀ ਜੰਗ ਲੱਗੀ ਸੀ ਪਾਕਿਸਤਾਨ ਨਾਲ, ਥੋੜ੍ਹੇ ਦਿਨਾਂ 'ਚ ਤਬਾਹੀ ਦਾ ਸਾਰਾ ਰੂਪ ਅਖਤਿਆਰ ਕਰ ਗਈ। ਇੱਧਰੋਂ ਵਾਹਗਾ ਬਾਰਡਰ ਦਾ ਏਰੀਆ, ਅੰਮ੍ਰਿਤਸਰ ਤੱਕ ਦਾ ਏਰੀਆ, ਉੱਧਰੋਂ ਲਾਹੌਰ ਦਾ ਏਰੀਆ, ਇਹ ਸਾਰਾ ਕੁਝ ਤਬਾਹ ਹੋ ਗਿਆ ਸੀ। ਉਹਦੇ ਵਿੱਚ ਪੈਟਰਨ ਟੈਂਕ ਅਮਰੀਕਾ ਦੇ ਚੱਲੇ ਸੀ ਉਦੋਂ। ਇਹ ਵੀ ਗੱਲ ਨੋਟ ਰੱਖਣਗੇ ਸਾਡੇ ਦਰਸ਼ਕ। ਉਦੋਂ ਜਦੋਂ ਉਹਨਾਂ ਨੂੰ ਗੋਲੀ ਲੱਗਦੀ ਜਾਂਦੀ ਚਾਹੁੰਦਾ ਤਾਂ ਉਹਨੂੰ ਉਹ ਅੱਗ 'ਚ ਬਦਲ ਜਾਂਦੇ ਸੀਗੇ। ਪੈਟਰਨ ਟੈਂਕ ਉਹਨਾਂ ਦੇ ਸੀ, ਜੰਗੀ ਬੇੜੇ ਆ ਰਹੇ ਸੀ ਅਮਰੀਕਾ ਦੇ ਔਰ ਇੱਥੇ ਵਰਲਡ ਵਾਰ ਵਾਲਾ ਚੱਕਰ ਬਣਨਾ ਸੀਗਾ। ਫਿਰ 71 ਦੀ ਵੀ ਲੜਾਈ ਲੱਗੀ, ਉਦੋਂ ਵੀ ਤਬਾਹੀ ਹੋਈ। ਅਜੇ ਤੱਕ ਦੋਵੇਂ ਦੇਸ਼ ਪੈਰਾਂ ਸਿਰ ਨਹੀਂ ਖੜੇ ਹੋਏ ਕਿਉਂਕਿ ਛੋਟੇ ਦੇਸ਼ ਹੈਗੇ ਆ। ਉਹ ਲੋਕ ਵੱਡੇ ਆ ਵਰਲਡ ਵਾਰ ਨੂੰ ਕੁਝ ਨਹੀਂ ਸਮਝਦੇ, ਉਹਨਾਂ ਕੋਲ ਤਾਂ ਬੜਾ ਕੁਝ ਫਿਰ ਉਸੇ ਤਰ੍ਹਾਂ ਰਿਵਾਈਵ ਕਰ ਜਾਂਦੇ। ਗਰੀਬ ਦਾ ਉੱਠਣਾ ਬਹੁਤ ਔਖਾ ਹੁੰਦਾ ਹੈ ਕਿ ਨਹੀਂ, ਉਹਦਾ ਆਪਣਾ ਸਾਰਾ ਕੁਝ ਲੈ ਕੇ ਚੱਲਣਾ ਬਹੁਤ ਔਖਾ ਹੁੰਦਾ। ਅਮੀਰ ਦੇ ਨਾਲ ਲੜਾਈ ਗਰੀਬ ਦੀ ਬੜੀ ਕੁਆਂ ਕਾਫਾਂ ਦਾ ਫਰਕ ਨਾਲ ਚੱਲਦੀ। ਹਾਂ ਬਸ ਇਹ ਪਰਮਾਤਮਾ ਦਾ ਹੀ ਸਹਾਰਾ ਹੈ ਸਭ ਨੂੰ। बाकी ते बस कोशिश इंसान जहाँ नाकाम है उसके आगे बस खुदा का नाम। चलो अगे बढ़ते हैं जी। असी पंजाब ਦੇ ਵਿਕਾਸ ਫੰਡਾਂ ਵਿੱਚ ਕਟੌਤੀ ਤੇ ਪੰਜਾਬ ਵਿੱਤੀ ਸੰਕਟ ਦੀ ਮਾਰ ਥੱਲੇ ਆ ਚੁੱਕਾ ਹੈ। ਸੈਂਟਰ ਕਹਿੰਦੀ ਹੈ ਕਿ ਹੱਥ ਖੜੇ ਨੇ ਸਾਡੇ ਵੱਲੋਂ, ਤੁਸੀਂ ਆਪਣੇ ਸਿਹਤ ਸੁਵਿਧਾਵਾਂ ਉੱਤੇ ਵੀ ਖਰਚੋ, ਕਿਸਾਨਾਂ ਉੱਤੇ ਵੀ ਖਰਚੋ, ਤੁਸੀਂ ਆਪਣੇ ਪੈਸੇ ਦਾ ਖੁਦ ਖਿਆਲ ਰੱਖੋ ਜੋ ਕੁਝ ਕਰਨਾ ਚਾਹੁੰਦੇ ਹੋ। ਸੋ ਵਿਕਾਸ ਫੰਡ ਕਿੱਥੋਂ ਲਿਆਵੇ? ਹੁਣ ਮੇਰਾ ਖਿਆਲ ਤੇ ਉਹ ਕਰਨਾ ਚਾਹੀਦਾ ਜਿਵੇਂ ਆਪਾਂ ਸਾਰੇ ਪੈਸੇ ਇਕੱਠਾ ਕਰਕੇ ਨਾ ਗੁਰੂ ਸਾਹਿਬ ਦੇ ਨਾਂ ਤੇ ਲੰਗਰ ਲਾਉਂਦੇ ਆ, ਉਸੇ ਤਰ੍ਹਾਂ ਹੀ ਪੈਸੇ ਇਕੱਠੇ ਕਰੋ, ਮਾਇਆ ਇਕੱਠੀ ਕਰੋ ਤੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਾਓ ਤੇ ਪੰਜਾਬ ਨੂੰ ਚੱਲਦਾ ਕਰੋ, ਕੋਈ ਤੋਰੀਏ ਅਸੀਂ। ਹਾਂ, ਇਹ ਵੈਸੇ ਪੰਜਾਬ ਨੂੰ ਇਹ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਦੀ ਇਹ ਸਰਕਾਰ ਬਣੀ ਆਪ। ਔਰ ਉਦੋਂ ਪਹਿਲਾਂ ਤਾਂ ਅਸੀਂ ਦੇਖਦੇ ਰਹੇ ਹਾਂ ਕੋਈ ਫੰਡਾਂ ਦਾ ਰੌਲਾ ਨਹੀਂ ਸੀਗਾ, ਪਰ ਹੁਣ ਦਿਨ ਬ ਦਿਨ ਜਦੋਂ ਕੋਈ ਆਉਂਦਾ ਉਹਨਾਂ ਦਾ ਮੈਸੇਜ ਜਾਂ ਖਬਰ ਪੜ੍ਹੀ ਜਾਂਦੀ ਹੈ, ਸੈਂਟਰ ਨੇ ਅੱਜ ਜਿਹੜਾ ਪਹਿਲਾਂ 2.5% ਸੀ ਦੇ ਰਹੇ ਸੀ ਇੱਥੇ ਮੈਨੇਜਮੈਂਟ, ਜਦੋਂ ਝੋਨਾ ਅਤੇ ਸਾਰਾ ਕੁਛ ਕਣਕ ਜਦੋਂ ਵਿਕਦੀ ਹੈ ਅਤੇ ਮੰਡੀਆਂ 'ਚ ਜਾਂਦੀ ਹੈ ਉਹ 2.5% ਸੈਂਟਰ ਦਿੰਦਾ ਸੀ, 1% ਕਰ ਦਿੱਤਾ। ਉਹਦੇ ਵਿੱਚ ਖੰਨਾ ਜੀ ਪਤਾ ਕੀ ਹੁੰਦੀ ਹੈ? ਸੜਕਾਂ ਦੀ ਮੁਰੰਮਤ, ਆਵਾਜਾਈ, ਜਿਹੜੀ ਖੇਤੀ ਦੀ ਜਿਹੜਾ ਉਹਨਾਂ ਵਿੱਚ ਜਿਣਸਾਂ ਨੇ ਉਹਨਾਂ ਨੂੰ ਉੱਥੋਂ ਤੱਕ ਪਹੁੰਚਾਉਣ ਦਾ ਜਿਹੜਾ ਆਵਾਜਾਈ ਆ ਉਹਨਾਂ ਨੂੰ ਸੁਰੱਖਿਅਤ ਕਰਨ ਲਈ ਉਹਨਾਂ ਨੇ ਫੰਡ ਦੇਣਾ ਸੀਗਾ। ਉਹ 'ਚ ਬਾਰਦਾਨਾ ਆ ਗਿਆ, ਉਹਦੇ ਵਿੱਚ ਲੋਕਾਂ ਦੇ ਰਹਿਣ ਲਈ ਉੱਥੋਂ ਦਾ ਜਿਹੜੇ ਮਕਾਨ ਬਣਾ ਕੇ ਦਿੰਦੇ ਆ, ਪਾਣੀ ਦਾ ਪ੍ਰਬੰਧ ਦਿੰਦੇ ਆ, ਕਰਕੇ ਦਿੰਦੇ ਆ। ਉਹ ਜਿਹੜੇ ਕਿਸਾਨ ਜਾਂਦੇ ਉੱਥੇ ਰਹਿਣ ਲਈ ਉਹ ਉਹਨਾਂ ਨੇ ਟੋਟਲੀ ਸੈਂਟਰ ਨੇ ਉੱਥੋਂ ਮੂੰਹ ਮੋੜ ਲਿਆ। ਦੂਜੀ ਗੱਲ ਰਹੀ ਜਿਹੜੀ ਪੰਜਾਬ ਦੇ ਪਿੰਡਾਂ ਦੀ ਵਿਕਾਸ ਦੀਆਂ ਯੋਜਨਾਵਾਂ ਸੀਗੀਆਂ ਉਹਨਾਂ ਲਈ ਕੁਛ ਪੈਸਾ ਆਉਂਦਾ ਸੀਗਾ, ਉਹ ਉਹਨਾਂ ਨੇ ਟੋਟਲੀ ਬੰਦ ਕਰ ਦਿੱਤਾ ਕਿ ਸਾਡੇ ਕੋਲ ਇੱਕ ਆਨਾ ਨਹੀਂਗਾ, ਪੰਜਾਬ ਆਪਣੇ ਆਪ ਸਾਰਾ ਕੁਛ ਕਰੇ। ਜਦੋਂ ਕਿ ਪੰਜਾਬ ਤੇ ਆਪਣੇ ਆਪ ਕਰਜ਼ੇ ਦੀ ਪੰਡ ਦੇ ਥੱਲੇ ਆ ਗਿਆ। ਹੁਣੇ ਇਹਨਾਂ ਨੇ ਬਹੁਤ ਪੈਸਾ ਲਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਹੁਣ ਸਾਰਾ ਪੈਸਾ
ਲੋਕਾਂ ਦੀ ਯੋਜਨਾਵਾਂ 'ਚ ਵੰਡਿਆ ਵੀ ਆ, ਪਿੰਡਾਂ 'ਚ ਗਿਆ ਵੀ ਆ। ਔਰ ਉਹਨਾਂ ਨੇ ਰੌਲਾ ਪਾਤਾ ਸੀਗਾ ਕਿ ਜਿਹੜਾ ਸਿਹਤ ਸੇਵਾਵਾਂ ਦੇ ਰਿਹਾ ਇਹ ਪੈਸਾ ਸੈਂਟਰ ਦਾ ਇਸ ਪੰਜਾਬ ਕੋਲ ਨਹੀਂ ਕੋਈ ਪੈਸਾ ਹੈਗਾ। ਉਹਨਾਂ ਨੇ ਆਪਣੇ ਆਪ ਕਲੀਨਿਕ ਦਾ ਨਾਮ ਮਹੱਲਾ ਕਲੀਨਿਕ ਕਿਉਂ ਨਾ ਰੱਖ ਲਿਆ। ਔਰ ਨਾ ਦੇਣ ਦੀਆਂ ਇਹ ਹੁਜਤਾਂ ਹੁੰਦੀਆਂ, ਰੋਕਾਂ ਹੁੰਦੀਆਂ, ਜਿਹਦੇ ਵਿੱਚ ਰੋੜਾ ਅਟਕਾਉਣ ਦੀਆਂ ਗੱਲਾਂ ਹੁੰਦੀਆਂ। ਸਰਕਾਰ ਨੇ ਆਪਣਾ ਨਾਂ ਤਾਂ ਲਊਗੀ, ਹੁਣ ਸੈਂਟਰ ਦਾ ਤਾਂ ਨਾਂ ਲੈ ਨਹੀਂ ਸਕਦੇ, ਜਿਹੜੀਆਂ ਇਹਨਾਂ ਨੇ ਸ਼ੁਰੂ ਕੀਤੀਆਂ। ਹੁਣ ਜਿਹਦੇ ਵਿੱਚ ਪੰਜਾਬ ਦੇ ਵਿੱਚ ਗ੍ਰਾਮ ਸੜਕ ਯੋਜਨਾ ਹੁੰਦੀ ਹੈ, ਪ੍ਰਧਾਨ ਮੰਤਰੀ ਸੜਕ ਯੋਜਨਾ, ਉਹਦਾ ਪੈਸਾ ਵੀ ਬਿਲਕੁਲ ਨਹੀਂ। ਜਿੱਦਾਂ ਅੰਮ੍ਰਿਤਸਰ ਤੋਂ 4 ਲਾਈਨ ਬਣੀ, ਇੱਕ ਪਾਸੇ 4 ਲਾਈਨ 2 ਲਾਈਨਾਂ ਬਣੀਆਂ ਨਵੀਆਂ, ਉਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸੈਂਟਰ ਦੇ ਯੋਜਨਾ ਦੇ ਵਿੱਚੋਂ ਪੈਸਾ ਆਇਆ ਸੀਗਾ। ਇਹ ਕਾਂਗਰਸ ਦੇ ਟਾਈਮ 'ਤੇ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਸੀ, ਉਹ ਬਣਿਆ, ਬਹੁਤ ਆਲੀਸ਼ਾਨ ਸੜਕਾਂ ਬਣੀਆਂ। ਔਰ ਉਹ ਤੋਂ ਬਾਅਦ ਲਿੰਕ ਸੜਕਾਂ ਜਿਹੜੀਆਂ ਪਿੰਡਾਂ ਵਿੱਚ ਹੈਗੀਆਂ, ਉਹ ਕੁਝ ਤਾਂ ਮਾਰਕੀਟ ਦੇ ਅੰਡਰ ਆਉਂਦੀਆਂ, ਕੁਝ PWD ਦੇ ਅਤੇ ਕੁਝ ਸੈਂਟਰ ਦੇ। ਉਹ ਪੈਸਾ ਵੀ ਇਸੇ ਤਰ੍ਹਾਂ ਦਾ ਗਿਆ ਅਤੇ ਸੜਕਾਂ ਟੁੱਟੀਆਂ ਪਈਆਂ, ਲਿੰਕ ਸੜਕਾਂ ਜਿਹੜੀਆਂ ਪਿੰਡਾਂ ਨੂੰ ਜਾਣ ਵਾਲੀਆਂ। ਹੁਣ ਤੁਹਾਨੂੰ ਪਤਾ ਕਿ ਪਿੰਡ ਦੀ ਪੰਚਾਇਤ ਕੋਈ ਇੰਨਾ ਫੰਡ ਕਿੱਥੋਂ ਆ ਗਿਆ। ਸੈਂਟਰ ਨੇ ਜਦੋਂ ਮੂੰਹ ਮੋੜ ਲਿਆ ਅਤੇ ਪੰਜਾਬ ਦੀ ਜਿਹੜੇ ਪੰਚਾਇਤਾਂ ਨੇ ਉਹਨਾਂ ਨੇ ਮੰਗਣਾ ਵਾ ਪੰਚਾਇਤ ਮੰਤਰੀ ਕੋਲੋਂ, ਲਓ ਜੀ ਪੈਸਾ ਅਸੀਂ ਆਹ ਇੱਥੇ ਕਰਨਾ, ਆਹ ਲੋਕਾਂ ਦੀ ਯੋਜਨਾਵਾਂ ਬਣ ਗਈਆਂ। ਉਹ ਪੈਸਾ ਪੰਜਾਬ ਨੇ ਨਹੀਂ ਦੇਣਾ ਅਤੇ ਉਹਨਾਂ ਦੇ ਉਹ ਫਿਰ ਨਾਰਾਜ਼ਗੀ ਦਾ ਆਪਣਾ ਮੁੱਲ ਲੈ ਲੈਣਗੇ ਕਿ ਅਸੀਂ ਜੇ ਨਹੀਂ ਪੈਸਾ ਦੇਣਾ ਤਾਂ ਅਸੀਂ ਪੰਚਾਇਤਾਂ ਕੱਲ੍ਹ ਨਾਲ ਚਲਾਉਣੀਆਂ। ਸੈਂਟਰ ਇਸ ਕਰਕੇ ਆਂਦਾ ਕਿ ਇਹਦੇ ਪੰਜਾਬ ਵਿੱਚ ਕੋਈ ਖਲਬਲੀ ਮੱਚੀ, ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਬਿਲਕੁਲ ਗੁੰਮ ਗਈਆਂ ਹੋਈਆਂ, ਇਹਨਾਂ ਬੋਲੇ ਨਹੀਂ। ਜਦੋਂ ਇਹਨਾਂ ਨੂੰ ਯੂਨਾਈਟਲੀ ਚਾਹੀਦਾ ਕਿ ਆਹ ਗੱਲ ਜਿਹੜੀ ਹੈਗੀ ਆ, ਵੜਿੰਗ ਸਾਹਿਬ ਨੇ ਸੂਬਾ ਪੱਧਰ ਕਮੇਟੀ ਦੇ ਮੈਂਬਰ ਨੇ, ਪ੍ਰਧਾਨ ਨੇ, ਔਰ ਉਦੋਂ ਬਾਅਦ ਨਵਜੋਤ ਸਿੱਧੂ ਜੀ ਆਏ ਸੀ, ਉਹ ਥੋੜ੍ਹਾ ਬਹੁਤ ਰੌਲਾ ਪਾ ਲੈਂਦੇ ਸੀ। ਇਹਨਾਂ ਨੇ ਉਹਦੇ 'ਚ ਕੋਈ ਨਹੀਂ ਕਿਹਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਨੇ, ਉਹਨਾਂ ਵੀ ਇੱਕ ਸ਼ਬਦ ਨਹੀਂ ਕਿਹਾ, ਜਦੋਂ ਕਿ ਲੋਕਾਂ ਦੇ ਪਿੰਡਾਂ 'ਚ ਲੋਕਾਂ ਨੂੰ ਚਰਨ ਚਿੰਤਾ ਪੈ ਗਈ ਇਸ ਗੱਲ। ਇਹਨਾਂ ਨੂੰ ਨਾ ਆਦਤ ਹੈ ਤਮਾਸ਼ਾ ਦੇਖਣ। ਸਹੀ ਗੱਲ। ਦੇਖੋ ਹੁਣ ਕੀ ਕਰਦੇ ਨੇ, ਉਹ ਕੀ ਕਰਨ, ਤੇਲ ਸੁੱਟ ਕੇ ਤਮਾਸ਼ਾ ਵੇਖਦੇ। ਤੁਸੀਂ ਵੀ ਤੇ ਜੇ ਉਸ ਪੋਜੀਸ਼ਨ 'ਚ ਹੁੰਦੇ ਤੁਸੀਂ ਕੀ ਕਰ ਲੈਂਦੇ। ਬਿਲਕੁਲ ਸਹੀ ਗੱਲ। ਕਮ ਸੇ ਕਮ ਪੰਜਾਬ ਦੇ ਹਿੱਤ ਦੇ ਵਿੱਚ ਤੇ ਇਕੱਠੇ ਹੋ ਕੇ ਖੜੇ ਹੋ ਜਾਓ। ਹੁਣ ਤੇ ਤੇਰੀ ਪਾਰਟੀ ਤੇ ਮੇਰੀ ਪਾਰਟੀ ਦਾ ਖੇਡ ਖੇਡਣਾ ਬੰਦ ਕਰ ਦਿਓ। ਭਗਵੰਤ ਮਾਨ ਦਾ ਨਾਂ ਨਾ ਲਓ, ਲੋਕਾਂ ਦਾ ਲਓ। ਲੋਕਾਂ ਦਾ ਲਓ ਨਾ, ਲੋਕਾਂ ਦੇ ਸਿਰ ਤੇ ਤੁਸੀਂ ਦੁਬਾਰਾ ਵਜ਼ਾਰਤ 'ਚ ਆਓਗੇ। ਜੇ ਤੁਸੀਂ ਲੋਕਾਂ ਦੇ ਹੱਕ 'ਚ ਨਹੀਂ ਬੋਲੋਗੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਕਿ ਇਸ ਔਖੇ ਵੇਲੇ ਤੁਸੀਂ ਨਾਲ ਨਹੀਂ ਖੜੇ ਹੋਏ ਲੋਕਾਂ ਦੇ। ਇਹ ਸਰਕਾਰ ਦੇ ਨਾਲ ਨਹੀਂ ਖੜਨਾ, ਇਹ ਲੋਕਾਂ ਦੇ ਨਾਲ ਖੜਨਾ, ਜਿਨ੍ਹਾਂ ਦੇ ਬਦੌਲਤ ਤੁਸੀਂ ਦੁਬਾਰਾ ਤੋਂ ਪਾਵਰ 'ਚ ਆਉਣ ਬਾਰੇ ਸੋਚਦੇ ਪਏ ਹੋ। ਜੇ ਹਮਾਇਤ ਕਰਨਗੇ ਤਾਂ ਇਹ ਪੰਜਾਬ ਦੇ ਹਿੱਤ 'ਚ ਸੋਚਣਾ ਕਿ ਪੰਜਾਬ ਸਲਾਮਤ ਹੈ, ਪੰਜਾਬ ਸਵਸਥ ਹੈ, ਤਾਂ ਹੀ ਅਸੀਂ ਆਪਣੀ ਰਾਜਨੀਤੀ ਖੇਡ ਸਕਦੇ ਹਾਂ, ਨਹੀਂ ਤਾਂ ਘਰ ਬੈਠੋ। ਮਤਲਬ ਇਹ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦਾ ਕਿੰਨਾ ਕੁ ਹਿੱਤ ਚਾਹੁੰਦੇ ਹੋ, ਇਸ ਵੇਲੇ ਇਸ ਦੀ ਪਰਖ ਹੋਣੀ ਜ਼ਰੂਰੀ ਹੈ। ਸਹੀ ਗੱਲ, ਠੀਕ ਹੈ ਨਾ। ਤੁਸੀਂ ਇਹ ਮੇਰੀ ਪਾਰਟੀ ਤੇਰੀ ਪਾਰਟੀ ਖੇਡਣਾ ਬੰਦ ਕਰੋ, ਕਿਉਂਕਿ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਫੰਡ ਇਕੱਠੇ ਨਹੀਂ ਹੋਣਗੇ ਤੇ ਕੰਮ ਕਿੱਦਾਂ ਚੱਲਣਾ। ਮੈਂ ਉਹੀ ਕਹਿ ਰਿਹਾ ਨਾ, 100 ਰੁਪਏ ਸਾਰੇ ਪਾਓ। ਵੈਸੇ ਗੱਲ ਕਰ ਰਹੇ ਹਾਂ, ਇਹ ਵੀ ਹੋ ਸਕਦਾ 100 ਰੁਪਏ ਸਾਰੇ ਪਾਓ, ਕੁਝ ਪੈਸਾ ਇਕੱਠਾ ਹੋਊਗਾ, ਖਜ਼ਾਨੇ ਦਿਓ, ਬਹੁਤ ਪੈਸਾ ਇਕੱਠਾ ਹੋ ਜਾਊਗਾ। ਬਹੁਤ ਠੀਕ ਹੈ ਨਾ। ਗੁਰੂ ਸਾਹਿਬ ਦੇ ਕਿਰਪਾ ਨਾਲ ਸਾਰੇ ਇਕੱਠੇ ਕਰ ਸਕਦੇ ਨੇ, ਔਰ ਗੁਰਦੁਆਰਾ ਸਾਹਿਬ ਤੋਂ ਵੀ ਸਾਨੂੰ ਮਦਦ ਮਿਲ ਸਕਦੀ ਹੈ, SGPC ਤੋਂ ਵੀ ਮਦਦ ਮਿਲ ਸਕਦੀ ਹੈ ਪੰਜਾਬ ਸਰਕਾਰ ਤੋਂ। ਜੇ ਭਗਵੰਤ ਮਾਨ ਜੀ ਖੁਦ ਮਿਲਣ ਉਹਨਾਂ ਨੂੰ, ਜਾ ਕੇ ਗੱਲ ਕਰਨ ਉਹਨਾਂ ਨਾਲ, ਤਾਂ ਬੜਾ ਕੁਝ ਮਿਲ ਸਕਦਾ। ਲੋਕਾਂ ਦੇ ਨਾਂ ਭਾਈ ਅਸੀਂ ਆਪਣੇ ਸਿਰ ਤੇ ਆਪੇ ਖਰਚੇ ਕਰ ਲੈਂਦੇ, ਲੋਕਾਂ ਦੇ ਨਾਂ ਤੇ ਗੱਲ ਕਰਨੀ ਆ। ਇਹਨਾਂ ਨੂੰ ਯੂਨਾਈਟ ਹੋਣਾ ਚਾਹੀਦਾ ਕਿ ਸੁਖਬੀਰ ਬਾਦਲ ਜੀ ਅਕਾਲੀ ਦਲ ਦੇ ਨੇਤਾ ਨੇ, ਬਾਦਲ ਸਾਹਿਬ ਵੱਡੇ ਨੇ, ਉਹ ਵੀ ਅਜੇ ਚੰਗੀ ਸਿਹਤ ਉਹਨਾਂ ਦੀ, ਔਰ ਗੱਲਬਾਤ ਕਰ ਸਕਦੇ ਆ। ਇਹਨਾਂ ਨੂੰ ਜੁਆਇੰਟਲੀ ਮੀਟਿੰਗ ਰੱਖਣੀ ਆ ਚਾਹੀਦੀ ਆ। ਪ੍ਰਤਾਪ ਸਿੰਘ ਬਾਜਵਾ ਜੀ ਨੇ, ਵੜਿੰਗ ਸਾਹਿਬ ਨੇ, ਸਾਰੇ ਇਕੱਠੇ ਹੋਣਾ ਚਾਹੀਦਾ। ਨਵਜੋਤ ਸਿੱਧੂ ਜੀ, ਚਲੋ ਉਹਨਾਂ ਨਾਲ ਵੀ ਗੱਲ ਹੋ ਸਕਦੀ ਹੈ ਪੰਜਾਬ ਦੀ ਬਿਹਤਰੀ ਲਈ। ਉਦੋਂ ਸਾਰਾ ਕੁਝ ਭੁੱਲ ਜਾਣਾ ਆਪਣਾ, ਜਿਹੜੀਆਂ ਉਹਨਾਂ ਨਿੱਜੀ ਸਵਾਰਥ ਭੁੱਲੋ, ਲੜਾਈਆਂ ਜਾਂ ਜੋ ਛੋਟੀ ਮੋਟੀਆਂ ਉਹਨਾਂ ਦੀਆਂ ਦੂਈ ਦਵੈਤ, ਇਹਨਾਂ ਨੂੰ ਭੁੱਲ ਜਾਣਾ ਚਾਹੀਦਾ। ਪੰਜਾਬ ਲਈ ਇਹ ਕਰਨਾ ਚਾਹੀਦਾ ਵੀ ਪੈਸਾ ਸਾਡੇ ਕੋਲ ਇੱਕ ਨਹੀਂ ਜੇ ਹੁਣ, ਜੋ ਕੁਝ ਕਰਨਾ ਆਪਾਂ ਇਕੱਠੇ ਕਰੀਏ। ਤੁਹਾਡੇ ਨਾਂ ਦੇ ਨੀਂਹ ਪੱਥਰ ਰੱਖੇ ਜਾਣਗੇ, ਸ਼ਹੀਦਾਂ ਦੇ ਨਾਂ 'ਤੇ ਰੱਖੇ ਜਾਣਗੇ, ਸੜਕਾਂ ਦੇ ਨਾਂ, ਉਹਨਾਂ ਸੜਕਾਂ ਨੂੰ ਬਣਾ ਲਈਏ ਤਾਂ ਕਿ ਕਿਸਾਨ ਖੁਸ਼ ਹੋ ਜਾਣ। ਕਿਸਾਨਾਂ ਦੇ ਜਿਹੜੀ ਜਿਣਸ ਹੈਗੀ ਆ ਉਹਨੂੰ ਵੇਚਣ ਦਾ ਕਿਸਾਨ ਆਪ ਖੁਦ ਕਹਿੰਦੇ ਅਸੀਂ ਫੰਡ ਇਕੱਠਾ ਕਰ ਸਕਦੇ ਹਾਂ ਜੇ ਕਿਸਾਨਾਂ ਨੂੰ ਦੇ ਦੇਣ ਸਾਰਾ ਕੁਝ। ਜਦੋਂ ਜਿਹੜੇ ਲੱਖੋਵਾਲ ਸਾਹਿਬ ਨੇ, ਕਿਸਾਨ ਜਿਹੜੇ ਹਰਵਿੰਦਰ ਸਿੰਘ ਲੱਖੋਵਾਲ ਨੇ, ਜਿਹੜੇ ਇਹਦੇ ਪ੍ਰਧਾਨ ਨੇ ਇੱਕ ਕਮੇਟੀ ਦੇ, ਔਰ ਉਹਦੇ ਵਿੱਚ ਹਾਵਰਾ ਸਾਹਿਬ ਨੇ, ਉਹਦੇ ਵਿੱਚ ਹੋਰ ਕਈ ਚੀਜ਼ਾਂ ਜਿਹੜੀ ਯੂਨਿਟ ਬਣਾਏ ਇਹਨਾਂ ਨੇ, ਉਹਨਾਂ ਦੇ ਸਾਰੇ ਯੂਨਿਟਾਂ ਨੂੰ ਉਹਨਾਂ ਨੂੰ ਇਕੱਠਾ ਕਰ ਲੈਣਾ ਚਾਹੀਦਾ। ਕਿਸਾਨਾਂ ਨੂੰ, ਯੂਥ ਨੂੰ, ਅਕਾਲੀ ਦਲ ਨੂੰ, ਕਾਂਗਰਸ ਨੂੰ, ਫਿਰ ਖੁਦ ਆਪ ਇਹ ਜਿਹੜੀ ਸਰਕਾਰ ਹੈ, ਉਹ ਸਾਰੇ ਇਕੱਠੇ ਹੋ ਜਾਣੇ। ਅਤੇ ਫਿਰ ਰਹਿ ਗਏ ਸਾਡੇ NRI ਵੀਰ, ਜਿਹੜੇ ਜਦੋਂ ਇਹਨਾਂ ਨੂੰ ਮਾੜਾ ਮੋਟਾ ਕਹਿਣ, ਉਹਨਾਂ ਦੀ ਉੱਥੇ ਐਸੋਸੀਏਸ਼ਨ ਬਣੀ ਹੈ। ਇੱਕ ਐਸੋਸੀਏਸ਼ਨ ਨੂੰ ਕਹਿ ਦੇਣ ਕਿ ਅਸੀਂ ਆਹ ਫੰਡ ਇਕੱਠਾ ਕਰਨਾ, ਉਹ 'ਚ ਐਜੂਕੇਸ਼ਨ ਆਉਂਦੀ ਆ, ਉਹਦੇ 'ਚ ਬੱਚਿਆਂ ਦਾ ਵਾ, ਔਰਤਾਂ ਦਾ ਵਾ। ਔਰਤਾਂ ਨੂੰ ਅਸੀਂ 1000 ਰੁਪਇਆ ਦੇਣਾ ਸੀ, ਉਹ ਵੀ ਭੁੱਲ ਬੈਠੇ ਹਾਂ ਅਸੀਂ, ਉਹ ਵੀ ਦੇਣਾ, ਉਹ ਵੀ ਆ ਸਕਦਾ। ਇਹ ਗੱਲ ਹੈਗੀ, ਔਰਤਾਂ ਵੀ, ਬੀਬੀਆਂ ਵੀ ਖੁਸ਼, ਲੋਕ ਵੀ ਖੁਸ਼, ਬੱਚੇ ਵੀ ਖੁਸ਼, ਅਤੇ ਪੰਜਾਬ ਵੀ ਖੁਸ਼। ਐਗਜ਼ੈਕਟਲੀ, ਇਹ ਤਾਂ ਹੁਣ ਮਿਲ ਜੁਲ ਕੇ ਕੰਮ ਕਰਨ ਵਾਲੀ ਸਥਿਤੀ ਪੈਦਾ ਹੋ ਗਈ ਹੈ। ਸਹੀ ਗੱਲ। ਔਰ ਇਸ ਸਥਿਤੀ ਦੀ ਨਾਜ਼ੁਕ ਜਿਹੜੀ ਕੰਡੀਸ਼ਨ ਹੈ ਨਾ, ਉਹਨੂੰ ਸਮਝਦੇ ਹੋਏ ਯੂਨਾਈਟ ਹੋ ਜਾਓ, ਇਕੱਠੇ ਹੋ ਜਾਓ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰਤ ਹੈ। ਵੈਸੇ ਭਗਵੰਤ ਮਾਨ ਜੀ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਉਹ ਲੈਣ ਨਾ ਲੈਣ,
ਜੇ ਉਹਨਾਂ ਨੂੰ ਉਹ ਤਾਂ ਰਾਜਨੀਤੀ ਪਾਰਟੀ ਦੂਜੀ ਹੈਗੀ ਆ, ਇਹਨਾਂ ਨੂੰ ਖੁਦ ਉਹਨਾਂ ਨੂੰ ਇਕੱਠੇ ਕਰ ਲੈਣਾ ਚਾਹੀਦਾ। ਉਹਨਾਂ ਨੂੰ ਰਿਕੁਐਸਟ ਕਰ ਦੇਣ ਕਿ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਕੱਠੇ ਹੋ ਜਾਓ। ਮੇਰਾ ਇਹ ਨਹੀਂ ਇਕੱਲੇ ਨੇ ਵੀ ਮੈਂ ਟਰੈਕਟਰ ਲੈਣਾ, ਮੈਂ ਜ਼ਮੀਨ ਵਾਹੁਣੀ ਹੈ ਜਾਂ ਮੈਂ ਉਹ 'ਚ ਫਸਲਾਂ ਬੀਜਣੀਆਂ, ਪੰਜਾਬ ਦੀ ਜ਼ਮੀਨ ਨੂੰ ਉਪਜਾਊ ਬਣਾ ਲਓ। ਇਹ ਤੁਹਾਡੇ ਅੱਗੇ ਅਰਦਾਸ ਆ ਬਾਬੇ ਦੇ ਨਾਂ 'ਤੇ ਕਰਕੇ, ਤੁਸੀਂ ਗੱਲ ਮੰਨ ਕੇ ਤੇ ਮੇਰੇ ਨਾਲ ਚੱਲੋ। ਤੇ ਮੈਂ ਇਹ ਗੱਲ ਹੀ ਕਹਿਣਾ, ਬਾਕੀ ਮੁੱਦੇ ਸਾਡੇ ਲੜਾਈ ਝਗੜੇ ਵਾਲੇ ਰਹਿਣਗੇ, ਉਹ ਤਾਂ ਅਸੀਂ ਕਰਨੇ। ਬਿਲਕੁਲ ਠੀਕ ਹੈ। ਹੁਣ ਆਪਾਂ ਅੱਗੇ ਵਧੀਏ ਕਿ ਪੰਜਾਬ ਸਰਕਾਰ ਤੇ ਦੇਖੋ ਓਪੋਜੀਸ਼ਨ ਬੜੇ ਇਲਜ਼ਾਮ ਲਗਾਉਂਦੀ ਹੈ ਕਿ ਆਪ ਸਰਕਾਰ ਵੇਲੇ ਇਹਨਾਂ ਦੇ ਕਾਰਜਕਾਲ ਵਿੱਚ ਗੈਂਗਸਟਰ ਤੇ ਧਮਕੀਆਂ ਦੇਣਾ ਦੀ ਇਹਦਾ ਦਬਦਬਾ ਪੰਜਾਬ ਦੇ ਵਿੱਚ ਵੱਧ ਗਿਆ ਹੈ ਜੀ, ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਜੀ। ਇਹ ਸਾਡੇ ਸੂਬਾ ਪ੍ਰਧਾਨ ਜਿਹੜੇ ਕਾਂਗਰਸ ਦੇ ਵੜਿੰਗ ਸਾਹਿਬ ਦਾ ਕਹਿਣਾ ਹੈ। ਵੜਿੰਗ ਸਾਹਿਬ ਇੱਥੇ ਨਹੀਂ ਬੋਲਦੇ ਪਏ ਕਿ ਪੈਸਾ ਨਹੀਂ ਮਿਲਦਾ ਪਿਆ, ਉੱਥੇ ਬੋਲਦੇ ਪਏ ਨੇ ਕਿਉਂਕਿ ਉੱਥੇ ਰਾਜਨੀਤੀ ਚਮਕਾਉਣੀ ਹੈ ਆਪਣੀ। ਵੈਸੇ ਤੁਸੀਂ ਜਿਹੜੀ ਗੱਲ ਇੱਕ ਮੁੱਦਾ ਆਪਾਂ ਲੈਂਦੇ ਆ ਜਿਹੜਾ ਸਿਆਸੀ ਮੁੱਦਾ ਦਾ, ਉਹਦੇ ਨਾਲ ਜਿਹੜਾ ਕੋਰਲੇਟ ਕਰਦਾ ਉਹ ਨਾਲ ਲੈ ਲੈਂਦੇ ਜੇ ਲੱਭ ਲਿਆ ਤੁਸੀਂ। ਇਹਦੇ ਨਾਲ ਜਿਹੜਾ ਹੁਣ ਵੜਿੰਗ ਸਾਹਿਬ ਕਹਿ ਰਹੇ ਨੇ ਕਿ ਗੈਂਗਸਟਰਵਾਦ ਆ ਗਿਆ, ਧਮਕੀ ਭਰੇ ਲੈਟਰ ਆ ਰਹੇ ਆ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜੀ ਬੇਨਤੀ ਕਰ ਰਹੇ ਆ, ਉਹ ਅਜੇ ਤੱਕ ਨਹੀਂ ਕੁਛ ਉਹਨਾਂ ਦਾ ਕਤਲਕਾਂਡ ਦੇ ਵਿੱਚੋਂ ਲੱਭਿਆ। ਔਰ ਇਹਨਾਂ ਨੇ ਕਈ ਗੱਲਾਂ ਕੀਤੀਆਂ ਉਕਸਾਉਣ ਵਾਲੀਆਂ, ਲੋਕਾਂ ਨੂੰ ਲੜਾਉਣ ਵਾਲੀਆਂ ਗੱਲਾਂ ਕਰਦੇ ਆ। ਹੁਣ ਇਹਦੇ ਵਿੱਚ ਭਗਵੰਤ ਮਾਨ ਜੀ ਸਾਰਾ ਕੁਛ ਤਾਂ ਨਹੀਂ ਆਪ ਕਰ ਸਕਦੇ। ਗੈਂਗਸਟਰਵਾਦ ਤਾਂ ਹੁਣ ਨਹੀਂ ਪੈਦਾ ਹੋਇਆ, ਇਹ ਤਾਂ ਬੜੀ ਦੇਰ ਤੋਂ ਪੰਜਾਬ ਵਿੱਚ ਰਿਹਾ ਹੈਗਾ। ਜੇ ਅਸੀਂ ਪਿੱਛੇ ਝਾਤ ਮਾਰ ਲਈਏ ਤਾਂ ਅਕਾਲੀ ਦਲ ਵਾਲੇ ਵੀ ਬਹੁਤ ਰਿਹਾ ਹੈਗਾ। ਹੁਣ ਜਿਹੜਾ ਖਬਰਾਂ ਜ਼ਿਆਦਾ ਆਉਣ ਲੱਗ ਪਈਆਂ, ਮੁੰਡੇ ਤਾਂ ਉਹੀ ਆ, ਉਹੀ ਇਹ ਜਿਹੜੇ ਮੁੰਡੇ ਹੁਣ ਬਾਹਰੋਂ ਆਏ ਆ, ਲਾਰੈਂਸ ਵਰਗੇ, ਉਹਦੇ ਨਾਲ ਬਿਸ਼ਨੋਈ ਵਰਗੇ, ਇਹ ਕਿਤੇ ਹੁਣ ਜੰਮੇ ਸੀਗੇ ਜਾਂ ਹੁਣ ਪੈਦਾ ਹੋਏ ਆ। ਗੋਲਡੀ ਬਰਾੜ ਵਰਗੇ ਮੁੰਡੇ ਹੁਣੇ ਜੰਮੇ ਸੀਗੇ। ਇਹ ਜਿਹੜੇ ਆ ਬੜੇ ਭਗਵਾਨਪੁਰੀਆ ਕਈ ਨਾਂ ਹੈਗੇ ਆ, ਇਹ ਹੁਣ ਭਗਵੰਤ ਮਾਨ ਦੇ ਟਾਈਮ ਦੇ ਤਾਂ ਨਹੀਂ ਜੰਮ ਕੇ ਤੇ ਵੱਡੇ ਹੋਏ ਆ। ਇਹ ਇਹਨਾਂ ਨੂੰ ਸੋਚਣਾ ਚਾਹੀਦਾ। ਕਾਂਗਰਸ ਰਹੀ ਹੈ ਕਿੰਨੇ ਸਾਲ, ਅਕਾਲੀ ਦਲ ਰਿਹਾ ਕਿੰਨੇ ਸਾਲ, ਉਦੋਂ ਤਾਂ ਕੋਈ ਇਹਨਾਂ ਨੇ ਇਹਦਾ ਪਰਚਾ ਨਹੀਂ ਪੜਿਆ। ਉਦੋਂ ਤਾਂ ਨਾ ਪ੍ਰਤਾਪ ਸਿੰਘ ਬਾਜਵਾ ਬੋਲੇ ਆ, ਨਾ ਰੰਧਾਵਾ ਸਾਹਿਬ ਬੋਲੇ ਆ, ਨਾ ਸਾਡੇ ਚੋਂ ਵੜਿੰਗ ਸਾਹਿਬ ਕਦੀ ਬੋਲੇ ਆ। ਹੁਣ ਤਾਂ ਨਾ ਸੁਖਬੀਰ ਬਾਦਲ ਜੀ। ਹੁਣ ਸੁਖਬੀਰ ਬਾਦਲ ਜੀ ਕਹਿੰਦੇ ਕਿ ਪੰਜਾਬ ਵਿੱਚ ਸ਼ਾਂਤੀ ਭੰਗ ਹੋ ਗਈ ਆ। ਹੁਣ 4 ਚੁਫੇਰੇ ਗੈਂਗਵਾਦ ਇਕੱਠਾ ਹੋ ਗਿਆ। ਕਹਿੰਦੇ 4 ਚੁਫੇਰੇ ਜਿਹੜੀ ਹੈਗੇ ਲੋਕ ਲੜਾਈਆਂ ਨੂੰ ਧਿਆਨ ਰੱਖਦੇ ਆ। ਪੁਲਿਸ ਦੇ ਬਸ ਹੋ ਗਿਆ, ਪੁਲਿਸ ਦੇ ਬੱਸੋਂ ਬਾਹਰ ਨਿਕਲ ਗਿਆ। ਡਾਇਰੈਕਟਰ ਜਨਰਲ ਪੁਲਿਸ ਕੋਈ ਨਹੀਂ ਕੁਛ ਕਰ ਰਹੇ। ਹੁਣ ਇਹਨਾਂ ਨੂੰ ਪਤਾ ਲੱਗਦਾ ਵੀ ਤਾਣੀ ਉਲਝੀ ਹੈ, ਅਤੇ ਤਾਣੀ ਤਾਂ ਪਹਿਲਾਂ ਹੀ ਉਲਝੀ ਸੀ, ਅੱਜ ਨਵੀਂ ਨਹੀਂ ਉਲਝੀ। ਇਹਨਾਂ ਨੂੰ ਇਹ ਮੰਨਣਾ ਚਾਹੀਦਾ ਕਿ ਅਸੀਂ ਇੱਥੇ ਜੇ ਰੋਕੀਏ ਤਾਂ ਇਹਨੂੰ ਰੋਕਣਾ ਚਾਹ ਸਕਦੇ ਹਾਂ। ਇਹ ਆਪ ਖੁਦ ਚਾਹੁੰਦੇ ਆ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਜਾਏ, ਗਵਰਨਰੀ ਰਾਜ ਹੋ ਜਾਏ, ਕਿਉਂਕਿ ਗਵਰਨਰ ਦਾ ਮੂੰਹ ਲਾਹੌਰ ਵੱਲ ਨੂੰ ਹੁੰਦਾ ਅਤੇ ਆਪਣੇ ਭਗਵੰਤ ਮਾਨ ਦਾ ਮੂੰਹ ਪਿਸ਼ੌਰ ਵੱਲ ਨੂੰ ਹੁੰਦਾ। ਇਹ ਆਪੋ ਵਿੱਚ ਇਹ ਚਾਹੁੰਦੇ ਆ ਵਿਘਨ ਪਵੇ। ਐਗਜ਼ੈਕਟਲੀ ਜੋ ਐਕਸਪਰਟਸ ਮੰਨਦੇ ਨੇ ਉਹੀ ਮੰਨਦੇ ਨੇ ਕਿ ਪੰਜਾਬ ਨੂੰ ਚੱਲਣ ਨਹੀਂ ਦੇਣਾ, ਸਰਕਾਰ ਨੂੰ ਕੰਮ ਕਰਨ ਨਹੀਂ ਦੇਣਾ, ਇਸ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ ਅਤੇ ਮੁੜ ਤੋਂ ਫਿਰ ਚੋਣਾਂ ਹੋਣ। ਹਾਂ, ਇਹ ਕੰਮ ਫੜਿਆ ਹੋਇਆ। ਹਾਂ ਸਹੀ। ਹੁਣ ਦੱਸੋ ਇਹਦੇ 'ਚ ਨੁਕਸਾਨ ਕਿਹਦਾ? ਇਹਦੇ ਸਟੇਟ ਦਾ ਨੁਕਸਾਨ ਹੈ, ਇਹਦੇ 'ਚ ਲੋਕਾਂ ਦਾ ਨੁਕਸਾਨ ਹੈ। ਇੰਨਾ ਪੈਸਾ ਕਿੱਥੋਂ ਆਊਗਾ ਦੁਬਾਰਾ ਇਲੈਕਸ਼ਨਸ ਕਰਨ ਵਾਸਤੇ? ਯਾਰ ਤੁਸੀਂ ਇਹ ਕਿਉਂ ਡਰਾਮਾ, ਕਿਉਂ ਤਮਾਸ਼ਾ ਖੇਡਦੇ ਪਏ ਹੋ? ਲੋਕਾਂ ਦੀ ਜਾਨ ਸੌਖੀ ਹੋ ਲੈਣ ਦਿਓ, ਲੋਕਾਂ ਨੂੰ ਰੱਜ ਕੇ ਰੋਟੀ ਖਾ ਲੈਣ ਦਿਓ, ਸੁੱਖ ਦਾ ਸਾਹ ਲੈ ਲੈਣ ਦਿਓ ਲੋਕਾਂ ਨੂੰ। ਸਿਰਫ ਤੁਸੀਂ ਆਪਣੀ ਮੈਂ ਇਸ ਕੁਰਸੀ ਤੇ ਬਹਿਣਾ ਤੇ ਮੈਂ ਉਸ ਕੁਰਸੀ ਤੇ ਬਹਿਣਾ, ਕੁਰਸੀਆਂ ਦੇ ਪਿੱਛੇ ਤੁਸੀਂ ਇੱਕ ਕੁਰਸੀ ਮਿਲ ਜਾਂਦੀ ਫਿਰ ਉਸ ਤੋਂ ਵੱਡੀ ਕੁਰਸੀ ਤੇ ਕਿਵੇਂ ਪਹੁੰਚਣਾ, ਫਿਰ ਇਹ ਸਿਰਦਰਦੀ ਤੁਹਾਡੀ ਸ਼ੁਰੂ ਹੋ ਜਾਂਦੀ। ਇਹ ਕੀ ਗੱਠਜੋੜ ਬਣਾਈ? ਇਹਨਾਂ ਨੂੰ ਜੇ ਗੱਲ ਕਰਨੀ ਚਾਹੀਦੀ ਵੜਿੰਗ ਸਾਹਿਬ ਨੂੰ, ਇਹ ਗੱਲ ਕਰਨੀ ਚਾਹੀਦੀ ਸੀ ਖੰਨਾ ਜੀ ਕਿ ਇਹ ਜਿਹੜਾ ਗੈਂਗਵਾਦ ਪੈਦਾ ਹੋ ਗਿਆ, ਜਿਹੜੇ ਧਮਕੀ ਭਰੇ ਲੈਟਰ ਆ ਰਹੇ ਆ ਜਾਂ ਪੰਜਾਬ ਪੁਲਿਸ ਨੂੰ ਤਬਦੀਸ਼ ਕਰ ਰਹੀ ਹੈ ਲੱਭ ਕੇ, ਉਹਦਾ ਕੀ ਕਨਕਲੂਜ਼ਨ ਕੱਢਿਆ, ਕੀ ਸਿੱਟਾ ਕੱਢਿਆ, ਉਹ ਤੋਂ ਕੀ ਪਤਾ ਲੱਗਦਾ? ਦੇਖੋ ਤਾਂ ਇਹਨਾਂ ਨੂੰ ਕਰਨਾ ਇਹ ਚਾਹੀਦਾ ਕਿ ਕੋਈ ਸਲਾਹਕਾਰ ਬੋਰਡ ਬਣਾ ਲੈਣ, ਜਿਹੜੇ ਮੁੰਡੇ ਨਵੇਂ ਜਵਾਨ ਨੇ ਉਹਨਾਂ ਨੂੰ ਇਕੱਠੇ ਕਰ ਲੈਣ। ਪੁਲਿਸ ਆਫੀਸਰ ਬੜੇ ਯੰਗ ਆਏ ਆ, ਉਹਨਾਂ ਨੂੰ ਇਕੱਠੇ ਕਰਕੇ ਪੁੱਛਣ ਯਾਰ ਇਹ ਗੱਲ ਵਧੀ ਤੇ ਵਧੀ ਕਿਉਂ? ਉਹਨਾਂ ਮੁੰਡਿਆਂ ਨੂੰ ਬੁਲਾ ਲੈਣ। ਜਦੋਂ ਇਹ ਰੌਲਾ ਪਿਆ ਸੀਗਾ ਅੱਤਵਾਦ ਦਾ, ਬੜਾ ਕੁਛ ਹੋਇਆ ਸੀਗਾ, ਪਿੰਡਾਵਾਲਾ ਸਾਹਿਬ ਜੋ ਕਰ ਰਹੇ ਸੀ, ਉਹਨਾਂ ਨੂੰ ਲੀਡ ਕਰ ਰਹੇ ਸੀ, ਸਾਰਾ ਕੁਛ ਸੀਗਾ। ਜਦੋਂ KPS ਗਿੱਲ ਜੀ ਇੱਥੇ ਆਏ, ਉਹਨਾਂ ਨੇ ਸਰੈਂਡਰ ਕਰਵਾ ਲਿਆ ਮੁੰਡਿਆਂ ਨੂੰ, ਕਹਿ ਤਾ ਕਿ ਜਿਹੜੇ ਮੁੰਡੇ ਆਉਣਾ ਚਾਹੁੰਦੇ ਆ ਵੈਪਨ ਦੇ ਦਿਓ ਅਤੇ ਆਪਣੇ ਸੁਰਖਰੂ ਜੀਵਨ ਬਤੀਤ ਕਰ ਲਓ, ਨਾ ਲੜਾਈ ਵਾਲੇ ਪਾਸੇ ਆਓ, ਆਪਣਾ ਮਾਰਗਦਰਸ਼ਨ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਓ। ਬੜਾ ਕੁਛ ਹੋਇਆ। ਇੱਦਾਂ ਦਾ ਮੁੱਦਾ ਕਿਉਂ ਨਹੀਂ ਕਰਦੇ? ਉਹਨਾਂ ਨੂੰ ਕਹਿਣ ਕਿ ਤੁਹਾਨੂੰ ਚਾਹੀਦਾ ਕੀ ਹੈ, ਅਸੀਂ ਹਾਜ਼ਰ ਹਾਂ ਤੁਹਾਡੇ ਲਈ। ਭਗਵੰਤ ਮਾਨ ਨੇ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੂੰ ਅਸੀਂ ਮੋੜ ਕੇ ਲਿਆ ਸਕਦੇ ਹਾਂ ਉਹਨਾਂ ਨੂੰ ਮੋੜ ਕੇ ਲਿਆਵਾਂਗੇ, ਪਰ ਜਿਹੜੇ ਬੜੇ ਦੂਰ ਨਿਕਲ ਗਏ ਨੇ, ਬੜੀ ਦੂਰ ਨਿਕਲ ਗਏ ਨੇ ਇਸ ਰਸਤੇ ਦੇ ਉੱਤੇ, ਫਿਰ ਉਹ ਕਾਨੂੰਨ ਦੇਖੇਗਾ ਉਹਨਾਂ ਦਾ ਕੀ ਕਰਨਾ ਹੈ। ਪਰ ਜੋ ਅਸੀਂ ਜਿਨ੍ਹਾਂ ਨੂੰ ਕਹਿੰਦੇ ਹਾਂ ਗੈਂਗਸਟਰਸ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਹ ਸਾਰਾ ਜਿਹੜਾ ਇੱਕ ਅਲੱਗ ਕਲਾਸ ਹੈ, ਇਹ ਸਾਡੇ ਵਿੱਚੋਂ ਹੀ ਨੇ, ਸਾਡੇ ਬੱਚੇ ਹੀ ਨੇ, ਆਪਣੇ ਪਰਿਵਾਰਾਂ ਦੇ ਬੱਚੇ ਨੇ। ਔਰ ਇਹਨਾਂ ਵੱਲੋਂ ਇੱਕ ਸਟੇਟਮੈਂਟ ਵੀ ਆਈ ਸੀ ਕਿ ਅਸੀਂ ਗੈਂਗਸਟਰ ਹਾਂ, ਤਾਂ ਸਾਨੂੰ ਗੈਂਗਸਟਰ ਬਣਾਇਆ ਕਿਹਨਾਂ ਨੇ? ਉਹਨਾਂ ਕਿਹਾ ਮੁੰਡਿਆਂ ਨੇ। ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਵੈਸੇ ਜੇ ਭਗਵੰਤ ਮਾਨ ਜੀ ਨੇ ਕਿਹਾ ਖੰਨਾ ਜੀ, ਤੇ ਬਾਕੀਆਂ ਨੂੰ ਪ੍ਰੋੜਤਾ ਕਰਨੀ ਚਾਹੀਦੀ ਜਿਨ੍ਹਾਂ ਦੇ ਵਿਚਾਰ ਦੀ। ਉਹਨਾਂ ਨੂੰ ਕਹਿਣਾ ਚਾਹੀਦਾ ਜੋ ਭਗਵੰਤ ਮਾਨ ਜੀ ਕਹਿ ਰਹੇ ਅਸੀਂ ਵੀ ਤੁਹਾਡੇ ਨਾਲ ਹਾਂ, ਅਸੀਂ ਭਾਵੇਂ ਆਪੋਜੀਸ਼ਨ 'ਚ ਹਾਂ, ਜੋ ਮਰਜ਼ੀ, ਪਰ ਹੈ ਤਾਂ ਤੁਹਾਡੇ ਪੰਜਾਬ ਦੇ ਰਹਿਣ ਦੇ ਆ, ਤੁਹਾਡੇ ਐਸੋਸੀਏਟ ਆ, ਤੁਹਾਨੂੰ ਜਾਣਦੇ ਆ, ਤੁਸੀਂ ਇਕੱਠੇ ਹੋ ਕੇ ਆ ਜਾਓ, ਤੁਹਾਨੂੰ ਕੋਈ ਪੁਲਿਸ ਕੇਸ ਨਹੀਂ ਹੋਊਗਾ। ਜੇ ਭਗਵੰਤ ਮਾਨ ਜੀ ਕਹਿ ਦੇਣ ਡਾਇਰੈਕਟਰ ਜਨਰਲ ਪੁਲਿਸ ਨੂੰ ਵੀ ਇਹਨਾਂ ਨੂੰ ਹੱਥ ਨਹੀਂ ਲਾਉਣਾ, ਕੋਈ ਨਹੀਂ ਲਾਊਗਾ,
ਕਿਉਂਕਿ ਉਹ ਹੈੱਡ ਨੇ ਪੰਜਾਬ ਦੇ। ਔਰ ਜਦੋਂ ਮੁੰਡੇ ਆਉਣਗੇ ਵੈਪਨ ਜਿੱਥੇ ਹੈਗਾ ਵਾਪਸ ਕਰਨ। ਜੇ ਉਹ ਚਾਹੁੰਦੇ ਨੇ ਵੀ ਸਾਨੂੰ ਨੌਕਰੀ ਚਾਹੀਦੀ ਆ, ਬਾਹਰ ਤਾਂ ਪੈਸੇ ਬੈਠੇ ਆ, ਅਸੀਂ ਜ਼ਿੰਦਗੀ ਚੰਗੇ ਤਰੀਕੇ ਨਾਲ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਨੌਕਰੀ ਦਿਓ, ਤਾਂ ਉਹਨਾਂ ਨੂੰ ਪੜ੍ਹੇ ਲਿਖੇ ਮੁੰਡੇ ਆ, ਜੇ ਉਹਨਾਂ ਨੂੰ ਘਰ ਨੂੰ ਵਾਪਸ ਮੋੜ ਕੇ ਚੰਗੇ ਰਸਤੇ 'ਤੇ ਲਿਆਉਣਾ ਚਾਹੁਣ ਤਾਂ ਲਿਆ ਸਕਦੇ, ਜੇ ਸ਼ੁਰੂਆਤ ਕਰ ਲੈਣ ਪੋਜ਼ੀਟਿਵ। ਬਿਲਕੁਲ ਜੀ, ਕਿਉਂਕਿ ਇਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਣਾ, ਇਹਦੇ ਨਾਲ ਕੋਈ ਹੱਲ ਨਹੀਂ ਨਿਕਲਣਾ ਨਾ। ਵੜਿੰਗ ਸਾਹਿਬ ਨੂੰ ਪੁੱਛਿਆ ਜਾਵੇ ਪੰਜਾਬ ਤੁਹਾਡਾ ਨਹੀਂ ਹੈ ਨਾ, ਤੁਸੀਂ ਵੀ ਤਾਂ ਸਹਿਯੋਗ ਕਰੋ ਨਾ। ਇਹ ਥੋੜਾ ਕਿ ਇੱਕ ਸਟੇਟਮੈਂਟ ਜਾਰੀ ਕਰਕੇ ਬਹਿ ਗਏ ਆਰਾਮ ਨਾਲ ਤਮਾਸ਼ਾ ਦੇਖਣ ਵਾਸਤੇ ਕਿ ਮੇਰੀ ਇਹ ਸਟੇਟਮੈਂਟ ਤਾਂ ਦੇਖੋ ਜੀ ਕੀ ਅਸਰ ਪੈਂਦਾ ਔਰ ਸਾਨੂੰ ਸਿਆਸਤ ਦੇ ਵਿੱਚ ਕੀ ਫਾਇਦਾ ਹੋਏਗਾ। ਬੋਲਣਾ ਪੁੱਠਾ ਸਿੱਧਾ ਨਹੀਂ, ਥੋੜਾ ਕਿ ਫਾਇਦਾ ਦੇਖਣਾ ਆਪਣਾ। ਸਾਰਿਆਂ ਦੀ ਸਮੱਸਿਆ ਬਣੀ ਹੋਈ ਹੈ, ਸਾਰੀ ਸਮੱਸਿਆ ਮਿਲ ਕੇ ਹੱਲ ਕਰੋ। ਕੀ ਹੈਗਾ ਇਹ ਮਤਲਬ ਇਹ ਸੌੜੀ ਰਾਜਨੀਤੀ ਨੇ ਨਾ ਸਾਰਾ ਮਤਲਬ ਜਿਹਨੂੰ ਕਹਿੰਦੇ ਨਾ ਮਾਹੌਲ ਖਰਾਬ ਕਰਕੇ ਸਹੀ ਗੱਲ ਹੈ। ਜੇ ਨਸ਼ਿਆਂ ਦੀ ਗੱਲ ਕਰੀਏ ਨਾ ਪੰਜਾਬ ਦੀ, ਜਿੱਥੋਂ ਮਰਜ਼ੀ ਫੜ ਤੇ ਮੜਦੇ ਆ, ਇਹ ਆਪਾਂ ਵੇਖਦੇ ਹੀ ਆਏ ਹਾਂ, ਆਪਣੇ ਦਰਸ਼ਕ ਵੀ ਜਾਣਦੇ ਆ, ਆਪਣੇ ਜਿੰਨੇ NRI ਵੀਰ ਉਹ ਵੀ ਜਾਣਦੇ ਆ ਵੀ ਜਦੋਂ ਨਸ਼ਾ ਚੱਲਿਆ ਪੰਜਾਬ ਦੇ ਵਿੱਚ ਉਦੋਂ ਕਦੋਂ ਕਿਹੜੀ ਸਰਕਾਰ ਦੇ ਟਾਈਮ 'ਤੇ ਚੱਲਿਆ। ਸਰਕਾਰਾਂ ਤਾਂ ਇਹ ਤਾਂ ਹੋਣਾ ਹੀ ਜੇ ਤਾਂ ਇਹਨੇ ਚੱਲਣ 'ਚ ਇਹਨਾਂ ਨੂੰ ਅਜੇ ਸਾਲ ਨਹੀਂ ਹੋਇਆ, ਔਰ ਬਾਕੀ ਸਰਕਾਰਾਂ ਤਾਂ ਪਹਿਲਾਂ ਰਹੀਆਂ, ਉਹਨਾਂ ਦੇ ਮੂਲ ਮੁੱਦੇ ਦੇ ਵਿੱਚ ਹੀ ਰਿਹਾ ਸਾਰਾ ਕੁਛ। ਜਦੋਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਲੈ ਕੇ ਤੇ ਅਰਦਾਸ ਵੀ ਕੀਤੀ ਸੀ ਵੀ ਅਸੀਂ ਇੱਥੋਂ ਨਸ਼ਾ ਬਿਲਕੁਲ ਖਤਮ ਕਰ ਦਾਂਗੇ, ਉਹ ਉਹਨਾਂ ਦੇ ਟਾਈਮ ਦੀ ਆ। ਉਦੋਂ ਪਹਿਲਾਂ ਉਹਨਾਂ ਨੇ ਜਦੋਂ ਕੀਤਾ ਟੇਕ ਓਵਰ ਕੀਤਾ, ਉਦੋਂ ਪਹਿਲਾਂ ਅਕਾਲੀ ਦਲ ਸੀਗਾ, ਪਹਿਲਾਂ ਇਹ ਕਿੱਥੇ ਸੀਗਾ। ਉਹ ਹੁਣ ਉੱਤੇ ਤੇ ਪਾ ਕੇ ਮਿੱਟੀ, ਉੱਤੇ ਮਿੱਟੀ ਪਾਤੀ ਆਂਦੇ ਹੁਣੇ ਨਵਾਂ ਬੂਟਾ ਲੱਗਾ ਨਸ਼ੇ ਦਾ ਪੰਜਾਬ ਦੇ ਵਿੱਚ। ਇਹਦੀ ਤਰਾਸਦੀ ਵੱਧ ਗਈ ਹੈ ਇਹਦੇ ਵਿੱਚ। ਇਹ ਭਗਵੰਤ ਮਾਨ ਜੀ ਇਹਦੇ 'ਤੇ ਬਿਲਕੁਲ ਜਿਹੜੇ ਆ ਜ਼ਿੰਮੇਵਾਰ ਨੇ, ਉਹਨਾਂ ਨੂੰ ਚਾਹੀਦਾ ਕਿ ਇਹਨੂੰ ਕੰਟਰੋਲ ਕਰਨ, ਨਹੀਂ ਤਾਂ ਪੰਜਾਬ ਵਿਗੜ ਰਿਹਾ। ਪੰਜਾਬ ਨੂੰ ਖੁਸ਼ਹਾਲ ਕਾਹਦਾ ਹੋਣਾ, ਰੰਗਲਾ ਪੰਜਾਬ ਕਾਹਦਾ ਬਣਨਾ, ਇਹ ਗੱਲ ਹੋ ਗਈ। ਇਹ ਗੱਲ ਲੈ ਕੇ ਇਹਦਾ ਮੁੱਦਾ ਬਣਾ ਕੇ ਤੇ ਬੜਾ ਆਪਣੇ ਸਿਆਸੀ ਰੋਟੀਆਂ ਸੇਕਦੇ। ਨੈਚੁਰਲੀ ਇਹ ਨਾ ਹਰ ਥਾਂ ਦੇ ਉੱਤੇ ਹੈ ਕਿ ਪਿਛਲਿਆਂ ਨੇ ਕੀਤਾ ਕੀ, ਪਿਛਲਿਆਂ ਨੇ ਕੀਤਾ ਕੀ ਜੀ, ਠੀਕ ਹੈ ਨਾ। ਹੁਣ ਇਹ ਗੱਲ ਜੋ ਸੈਂਟਰ 'ਚ ਬੈਠੇ ਐਕਸਪਰਟਸ ਨੇ ਉਹ ਵੀ ਕਹਿੰਦੇ ਨੇ ਕਿ ਜਦੋਂ ਸੈਂਟਰ ਵੱਲੋਂ ਇਹ ਆਵਾਜ਼ ਆਉਂਦੀ ਹੈ ਕਿ ਸਾਡੇ ਆਉਣ ਤੋਂ ਪਹਿਲਾਂ ਕੀ ਕੀਤਾ ਹੈ ਪਾਰਟੀਆਂ ਨੇ, ਤਾਂ ਅੱਗੋਂ ਜਵਾਬ ਇਹ ਆਉਂਦਾ ਕਿ ਜਿਹੜਾ ਇੰਨਾ ਕੁਛ ਹੈ, ਜਿਹੜਾ ਅੱਜ ਨਿੱਜੀਕਰਨ ਕੀਤਾ ਜਾ ਰਿਹਾ, ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ, ਉਹ ਕਿਹਨਾਂ ਨੇ ਬਣਾਇਆ? ਜਿਹੜੇ ਐਰੋਪਲੇਨਸ ਦੇ ਘੁੰਮਦੇ ਉਹ ਕਿਹਨਾਂ ਨੇ ਬਣਾਏ ਨੇ? ਪਾਖੜਾ ਡੈਮ ਕਿਹਨੇ ਬਣਾਇਆ? ਏਮਸ ਕਿਹਨੇ ਬਣਾਇਆ? ਇਸਰੋ ਕਿਹਨੇ ਬਣਾਇਆ? ਜੋ ਇੰਨੀ ਤਰੱਕੀ ਹੋਈ ਹੈ, ਜਿਹੜੀਆਂ ਵੱਡੀਆਂ ਰੋਡਸ ਬਣੀਆਂ ਨੇ, ਇੰਨਾ ਕੁਛ ਤਰੱਕੀ ਹੋਈ ਹੈ, ਉਹ ਕਿਹਨੇ ਬਣਾਈਆਂ ਨੇ? ਤੁਹਾਡੇ ਆਉਣ ਤੋਂ ਪਹਿਲਾਂ ਬਣੀਆਂ ਨੇ ਨਾ। ਹੁਣ ਜੋ ਬਣੀਆਂ ਹੋਈਆਂ ਨੇ ਤਾਂ ਹੀ ਤੁਸੀਂ ਉਹ ਵੇਚਦੇ ਪਏ ਹੋ ਨਾ, ਨਿੱਜੀਕਰਨ ਜਿਹਨੂੰ ਪ੍ਰਾਈਵੇਟਾਈਜੇਸ਼ਨ ਕਹਿੰਦੇ ਹੋ, ਵੇਚਦੇ ਪਏ ਹੋ। ਜੋ ਨਾ ਬਣੀਆਂ ਹੁੰਦੀਆਂ ਤਾਂ ਕੀ ਵੇਚਦੇ? ਵੈਸੇ ਤਾਂ ਬਣਾ ਤਾਂ ਅੰਗਰੇਜ਼ ਹੀ ਗਏ ਆ। ਜਿਹੜੀ ਪਲਾਨਿੰਗ ਹੈ ਇਸ ਵੇਲੇ ਪੰਜਾਬ ਦੀ ਤੇ ਇੰਡੀਆ ਦੀ, ਇਹ ਸਾਰਾ ਜੇ ਰੇਲ ਚਲਾਈ ਤਾਂ ਅੰਗਰੇਜ਼ ਚਲਾ ਗਏ, ਥਾਣੇ ਤੋਂ ਬੰਬੇ ਤੱਕ ਜੇ ਉਹ ਚਲਾ ਗਏ। ਟੈਲੀਗ੍ਰਾਮ, ਪੋਸਟ ਆਫਿਸ ਉਹਨਾਂ ਨੇ ਸ਼ੁਰੂ ਕਰ ਦਿੱਤਾ। ਆਰਮੀ ਦਾ ਸਾਰਾ ਪੈਟਰਨ ਬ੍ਰਿਟਿਸ਼ ਪੈਟਰਨ ਆ, ਸਾਰਾ 에ਅਰਪੋਰਟ ਸਾਰਾ ਉਹਨਾਂ ਦਾ ਉਸ ਸਮੇਂ ਦਾ ਸੀਗੀ ਪਲਾਨਿੰਗ, ਔਰ ਇਹ ਹੁਣ ਉਹਨੂੰ ਵੇਚ ਰਹੇ ਆ। ਜਿੰਨੇ ਪੁਰਾਣੇ ਲੋਕ ਉਹਨਾਂ ਨੂੰ ਪੁੱਛ ਕੇ ਦੇਖ ਲਓ, ਜੋ ਕੁਛ ਪਲਾਨਿੰਗ ਉਹ ਕਰ ਗਏ ਆ, ਇਹ ਕਦੀ ਸੋਚ ਵੀ ਨਹੀਂ ਸਕਦੇ। ਪੰਜਾਬ ਦੀ ਵੀ ਜੋ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ 'ਤੇ ਹੋ ਗਿਆ, ਜਵਾਹਰ ਲਾਲ ਨਹਿਰੂ ਦੇ ਟਾਈਮ 'ਤੇ ਜਦੋਂ ਹੋਇਆ, ਅੱਜ ਜਦੋਂ ਭਾਖੜਾ ਨੰਗਲ ਬਣਿਆ, ਭਾਖੜਾ ਡੈਮ ਬਣਿਆ, ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦਾ ਬਣਿਆ। ਜਿਹੜੇ ਸੰਭਾਲ ਹੀ ਨਹੀਂ ਸਕਦੇ ਵੱਡੇ ਜਿਹੜੇ ਅਸੀਂ ਉਹਨਾਂ ਦੀ ਜ਼ੁਬਾਨ ਬੋਲਦੇ ਹਾਂ, ਜੋ ਐਕਸਪਰਟਸ ਕਹਿੰਦੇ ਨੇ, ਵੱਡੇ ਬੋਰਡਸ ਬੈਠੇ ਨੇ, ਵੱਡੇ ਓਪੀਨੀਅਨ ਲੀਡਰਸ ਬੈਠੇ ਨੇ, ਜੋ ਇੱਕ ਸਾਰੀ ਗੱਲ ਹੁੰਦੀ ਹੈ, ਡਿਬੇਟਸ ਹੁੰਦੀਆਂ, ਉਹਦੇ ਵਿੱਚੋਂ ਅਸੀਂ ਜਦੋਂ ਗੱਲ ਲੈਂਦੇ ਹਾਂ ਤੇ ਗੱਲ ਇਹ ਵਿੱਚੋਂ ਨਿਕਲਦੀ ਹੈ ਕਿ ਪਹਿਲਿਆਂ ਨੇ ਵੀ ਕੰਮ ਕੀਤਾ ਹੈ, ਤੁਸੀਂ ਵੀ ਕੰਮ ਕਰਦੇ ਪਏ ਹੋ, ਉਹਨਾਂ ਦੇ ਕੰਮਾਂ ਦਾ ਬੈਨੀਫਿਟ ਵੀ ਤੁਸੀਂ ਲੈਂਦੇ ਪਏ ਹੋ, ਤੇ ਤੁਸੀਂ ਜਿਹੜੇ ਕੰਮ ਕਰਦੇ ਪਏ ਹੋ ਅੱਗੇ ਆਉਣ ਵਾਲੇ ਲੋਕ ਉਹਦਾ ਬੈਨੀਫਿਟ ਲੈਣਗੇ। ਇਦਾਂ ਹੀ ਚੱਲਦਾ। ਪਿਛਲੀ ਪੀੜ੍ਹੀ ਕੰਮ ਕਰਦੀ ਹੈ, ਅਗਲੀ ਪੀੜ੍ਹੀ ਫਾਇਦਾ ਲੈਂਦੀ ਹੈ। ਪਿਛਲੀ ਪੀੜ੍ਹੀ ਰੁੱਖ ਬੀਜਦੀ ਹੈ, ਅਗਲੀ ਪੀੜ੍ਹੀ ਅੰਬ ਖਾਂਦੀ ਹੈ, ਕਿਉਂਕਿ ਜਿਹੜੀ ਪੀੜ੍ਹੀ ਨੇ ਰੁੱਖ ਬੀਜਿਆ ਅੰਬ ਦਾ, ਉਹ ਤਾਂ ਅੰਬ ਨਹੀਂ ਨਾ ਖਾਊਗੀ, ਉਹ ਤਾਂ ਆਉਣ ਵਾਲੀਆਂ ਪੀੜ੍ਹੀਆਂ ਖਾਣਗੀਆਂ। ਤੇ ਉਹ ਪਿਛਲੀਆਂ ਪੀੜ੍ਹੀਆਂ ਨੇ ਵੀ ਇਹੀ ਕੀਤਾ। ਤੁਸੀਂ ਉਹਨਾਂ ਦਾ ਪ੍ਰਾਈਵੇਟਾਈਜੇਸ਼ਨ ਕਰਦੇ ਪਏ ਹੋ, ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰਦੇ ਪਏ ਹੋ, ਅੱਗੇ ਆਉਣ ਵਾਲੀਆਂ ਪੀੜ੍ਹੀਆਂ ਉਹਦਾ ਕੰਮ ਉਹਦਾ ਫਾਇਦਾ ਲੈਣਗੀਆਂ। ਹੁਣ ਇਹ ਕਹਿਣਾ ਕਿ ਮੇਰੇ ਪੁਰਖਿਆਂ ਨੇ ਕੀ ਕੀਤਾ, ਇਹ ਤਾਂ ਬਹੁਤ ਗਲਤ ਗੱਲ ਹੈ। ਤੁਹਾਨੂੰ ਜਿਸ ਹਾਲਤ ਵਿੱਚ ਦੇਸ਼ ਮਿਲਿਆ ਉਹਨੂੰ ਬਿਹਤਰ ਕਰੋ। ਬਿਲਕੁਲ ਪੁਰਾਣਿਆਂ ਦੀਆਂ ਨੁਕਸ ਨਾ ਕੱਢੋ, ਕਿਉਂਕਿ ਵਰਤਮਾਨ ਦੀ ਕਸੌਟੀ ਦੇ ਉੱਤੇ ਇਤਿਹਾਸ ਕਦੀ ਵੀ ਖਰਾ ਨਹੀਂ ਉਤਰਦਾ। ਵਰਤਮਾਨ ਨੇ ਹਮੇਸ਼ਾ ਇਤਿਹਾਸ ਵਿੱਚ ਨੁਕਸ ਕੱਢਣੇ ਹੀ ਕੱਢਣੇ ਨੇ, ਔਰ ਜੋ ਅਸੀਂ ਅੱਜ ਗੱਲ ਕਰ ਰਹੇ ਹਾਂ, ਆਉਣ ਵਾਲੀ ਪੀੜ੍ਹੀ ਸਾਡੀ ਅੱਜ ਦੀ ਗੱਲ ਦੇ ਵਿੱਚ ਨੁਕਸ ਕੱਢਣੇ ਹੀ ਕੱਢਣੇ ਨੇ, ਕਿਉਂਕਿ ਅਸੀਂ ਵੀ ਭਵਿੱਖ ਦੀ ਕਸੌਟੀ ਦੇ ਖਰੇ ਨਹੀਂ ਉਤਰਨਾ, ਕਿਉਂਕਿ ਉਦੋਂ ਸੋਚ ਬਦਲ ਜਾਣੀ ਹੈ, ਸਭ ਕੁਝ ਬਦਲ ਜਾਣਾ। 20 ਸਾਲ ਬਾਅਦ ਹੀ ਯੁੱਗ ਬਦਲਦਾ ਹੈ, 100 ਵਾਲਾ ਨਹੀਂ ਯੁੱਗ ਹੁੰਦਾ ਹੈ। 20 ਸਾਲਾਂ 'ਚ ਸੋਚ ਬਦਲ ਜਾਂਦੀ ਹੈ, ਬੜਾ ਕੁਝ। ਤੁਹਾਡਾ ਖਾਣ ਪੀਣ, ਰਹਿਣ, ਬੱਚਿਆਂ ਦੀ ਜ਼ਬਾਨ, ਸਾਰਾ ਕੁਝ ਬਦਲ ਜਾਂਦਾ। ਹੁਣ ਇੱਦਾਂ ਪਹਿਲਾਂ ਤਾਂ ਨਹੀਂ ਸੀ ਪੰਜਾਬ ਵਿੱਚ ਵੀ ਸਾਰੇ ਬੱਚੇ ਜਾ ਕੇ ਤੇ ਕੈਨੇਡਾ ਪੜ੍ਹਨਗੇ, ਇਹ ਪਹਿਲਾਂ ਤਾਂ ਨਹੀਂ ਸੀ ਹੁੰਦਾ ਕਿ ਅਮਰੀਕਾ ਪੜ੍ਹਨਗੇ। ਇੱਕ ਟਾਈਮ ਸੀ ਜਦੋਂ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਹੁਣੀ ਪੜ੍ਹ ਕੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਸ ਤੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਉੱਥੋਂ ਆਕਸਫੋਰਡ ਤੋਂ ਪੜ੍ਹ ਕੇ ਆਏ ਆ, ਔਰ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ, ਉਹਨੂੰ ਬਿਰਲਾ ਵਾਂਝਾ ਜਾਂਦਾ ਸੀਗਾ। ਇਹ ਨਹੀਂ ਸੀਗਾ ਵੀ ਸਾਰੇ ਬੱਚੇ ਚੜ੍ਹ ਗਏ ਜਹਾਜ਼ 'ਚ ਤੇ ਕਿੱਧਰ ਜਾ ਰਹੇ ਜੀ, ਇਹ ਟੂਰਿਸਟ ਵੀਜ਼ਾ ਨਹੀਂ ਜੀ, ਇਹ ਤਾਂ ਸਟੱਡੀ ਵੀਜ਼ਾ ਹੈਗਾ। ਵੀਜ਼ੇ ਸਟੱਡੀ ਦੇ ਲੱਗ ਰਹੇ ਆ, ਕਿਉਂਕਿ ਸੋਚ ਬਦਲ ਗਈ ਹੈ, ਬੜਾ ਕੁਛ ਹੋ ਰਿਹਾ। ਹੁਣ ਪੜ੍ਹਾਈ ਉਹ ਨਹੀਂ ਸੀ ਸਾਡੇ ਆਪਣੇ ਦੇਸੀ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਸਕੂਲਾਂ ਵਿੱਚ,
ਉਦੋਂ ਬੱਚੇ ਉੱਥੇ ਵੀ ਬੜਾ ਪੜ੍ਹ ਗਏ ਸੀਗੇ, ਉਦੋਂ ਸਲੇਟਾਂ ਤੇ ਫੱਟੀਆਂ ਤੇ ਪੜ੍ਹ ਕੇ ਵੀ ਬੜਾ ਕੁਝ ਹੁੰਦਾ ਸੀ, ਜ਼ਮੀਨ ਤੇ ਲੈ ਕੇ ਵੀ ਬਹੁਤ। ਤੇ ਹੁਣ ਜਿਹੜੀ ਆ ਸਟੱਡੀ ਬਦਲ ਗਈ ਆ, ਬੜਾ ਕੁਝ ਬਦਲਣ ਵਾਲਾ ਹੈ, ਸਭ ਕੁਝ ਬਦਲ ਗਿਆ, ਬਹੁਤ ਕੁਝ ਬਦਲ ਗਿਆ। ਤੇ ਬੇਰੁਜ਼ਗਾਰੀ ਵੀ ਉਨੀ ਵੱਧ ਗਈ ਆ, ਉਹਨੇ ਲੋਕਾਂ ਦੇ ਜਾਲ ਪੁੱਠੇ ਵੱਧ ਗਏ ਆ, ਉਹਨਾਂ ਹੀ ਕ੍ਰਾਈਮ ਵੱਧ ਗਿਆ ਹੈ ਕਿ ਨਹੀਂ। ਉਹ ਫਿਰ ਵੀ ਲੋਕ ਕਹਿੰਦੇ ਆ ਕਿ ਪਿਛਲਾ ਜ਼ਮਾਨਾ ਫਿਰ ਇਹਦੇ ਨਾਲੋਂ ਬੈਟਰ ਸੀਗਾ, ਉਹ ਲੋਕਾਂ ਦਾ ਜ਼ਮਾਨਾ, ਉਹ ਕਹਿੰਦੇ ਅੰਗਰੇਜ਼ ਸਾਡੇ ਤੋਂ ਵੀ ਬੈਟਰ ਸੀ। ਬਿਲਕੁਲ ਹੈ, ਮਤਲਬ ਆਉਣ ਵਾਲਾ ਜ਼ਮਾਨਾ ਦੇ ਹੋਰ ਬੈਟਰ ਹੋਏਗਾ। ਸੋ ਬਾਟਮ ਲਾਈਨ ਇਹ ਹੈ ਕਿ ਨਾ ਕਿਸੇ ਨੂੰ ਕ੍ਰਿਟਿਸਾਈਜ਼ ਕਰੋ, ਨਾ ਕਿਸੇ ਨੂੰ ਕੰਡੈਮ ਕਰੋ, ਤੁਸੀਂ ਕੀ ਕੰਮ ਕਰਨਾ ਉਹ ਕਰਕੇ ਦਿਖਾਓ। ਬਿਲਕੁਲ ਠੀਕ ਹੈ, ਦੈਟ ਇਜ਼ ਦਾ ਮੇਨ ਥਿੰਗ। ਸੋ ਆਪਾਂ ਅੱਗੇ ਚੱਲਦੇ ਹਾਂ। ਜ਼ਰੂਰ। ਹੁਣ ਦੱਸੋ, ਇਹ ਇੱਕ ਨਵਾਂ ਹੋਰ ਕੰਮ ਹੈ, ਆਪਰੇਸ਼ਨ ਕਣਕ। ਉਹਦੇ ਤਹਿਤ CBI ਵੀ, NIA ਵੀ ਛਾਪੇ ਮਾਰਦੀ ਪਈ ਹੈ, ਔਰ ਕਿਸਾਨਾਂ ਦੇ ਘਰ ਵੀ ਛਾਪੇ ਵੱਜਦੇ ਪਏ ਨੇ। ਹੁਣ ਇਹ ਛਾਪੇ ਹੁੰਦੇ ਪਏ ਨੇ, ਇਹ ਛਾਪਿਆਂ ਜੋਗੇ ਰਹਿ ਗਏ ਹਾਂ ਅਸੀਂ, ਜਦੋਂ ਦੇਖੋ ਨਿਤ ਨਵੇਂ ਛਾਪੇ ਪੈਂਦੇ ਪਏ ਨੇ। ਹਾਂ, ਇਹਦੇ ਵਿੱਚ ਜਿਹੜਾ ਘੁਟਾਲਾ ਪਹਿਲਾਂ ਹੋਇਆ ਨਾ ਫੂਡ ਐਂਡ ਸਪਲਾਈ ਦੇ ਵਿੱਚ ਬਹੁਤ ਹੋਇਆ, ਜਿਹਦੇ ਵਿੱਚ ਗੱਡੀਆਂ ਦੇ ਨੰਬਰ, ਬੋਰੀਆਂ ਦਾ ਪਤਾ ਨਹੀਂ ਲੱਗਾ, ਬੋਰੀਆਂ ਦੇ ਹੈ ਨਾ, ਬੋਰੀਆਂ ਕਿੱਧਰ ਜਾ ਰਹੀਆਂ, ਔਰ ਬੋਰੀਆਂ 70 ਕਿਲੋ ਦੀ ਜਿਹੜੀ 90 ਕਿਲੋ ਦੀ ਉਹ 50 ਕਿਲੋ ਨਹੀਂ ਰਹੀ। ਉਹ ਸਾਰਾ ਜਿਹੜਾ ਕੁਝ ਸੀਗਾ ਉਹਦਾ ਹੁਣ ਘੁਟਾਲਾ ਨੂੰ ਪਰਦਾਫਾਸ਼ ਕਰਨ ਲਈ CBI ਵੀ ਆ ਗਈ, ਉਹਨਾਂ ਨੇ ਕਣਕ ਆਪਰੇਸ਼ਨ ਦਾ ਨਾਂ ਲਿਆ ਉਹਦਾ, ਔਰ ਕਣਕ ਆਪਰੇਸ਼ਨ ਦਾ ਨਾਂ ਲਿਆ ਵੀ ਇਹ ਪੂਰਾ ਕਿਸਾਨਾਂ 'ਤੇ ਹੀ ਆ। ਕਿਸਾਨਾਂ ਦੇ ਘਰਾਂ 'ਚ ਵੀ ਇੱਕ ਲਖੋਵਾਲ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਤੁਸੀਂ ਵੀ ਬਹੁਤ ਗਲਤ ਕੰਮ ਕੀਤੇ ਆ। ਉਹਨਾਂ ਨੇ ਕਿਹਾ ਲੱਭ ਲਓ ਜਿਹੜੇ ਗਲਤ ਕੰਮ ਕੀਤੇ ਆ। ਕਿਸਾਨ ਤੁਹਾਨੂੰ ਪਤਾ ਹੈ ਬੜੇ ਸਿੱਧੇ ਅਤੇ ਬੜੇ ਇਮਾਨਦਾਰ ਹੁੰਦੇ, ਸਪਸ਼ਟ। ਉਹਨਾਂ ਕਿਹਾ ਕੋਈ ਇੱਦਾਂ ਦੀ ਗੱਲ ਨਹੀਂ। ਦੂਜੀ IN ਏਜੰਸੀ ਆ, ਉਹਨੇ ਵੀ ਇਹੀ ਕੀਤਾ ਜਾ ਕੇ। ਉਹਨਾਂ ਨੇ 70 ਕੁਝ ਏਰੀਆ 'ਤੇ ਜਾ ਕੇ ਰੇਡ ਕੀਤੇ ਆ, ਔਰ ਇਹਨਾਂ ਰੇਡ ਦੇ ਵਿੱਚ ਜੋ ਕੁਛ ਉਹਨਾਂ ਨੇ ਕੀਤਾ, ਉਹਨਾਂ ਨੇ ਤਬਦੀਸ਼ ਕੀਤੀ ਹੈ ਕਿ ਇਹਦੇ ਵਿੱਚ ਆਹ ਬੰਦੇ ਜਿਹੜੇ ਆ ਇਹਨਾਂ ਨੇ ਘੁਟਾਲੇ ਕੀਤੇ ਆ। ਉਹ ਕਿਹਨਾਂ ਨੇ ਘੁਟਾਲੇ ਕੀਤੇ? ਅਧਿਕਾਰੀਆਂ ਨੇ, ਜਿਹੜੇ ਉੱਥੇ ਕੰਮ ਕਰਦੇ ਸੀ, ਫੂਡ ਐਂਡ ਸਪਲਾਈ ਦੇ ਇੰਸਪੈਕਟਰ, ਉੱਚ ਅਧਿਕਾਰੀ, ਮਨਿਸਟਰ, ਉਹਦੇ 'ਚੋਂ ਜਾ ਕੇ ਜਿੰਨੇ ਵੀ ਆ ਨਾ ਸਾਰੇ ਮੰਤਰੀਆਂ ਤੱਕ ਕੰਮ ਚਲੇ ਗਿਆ। ਇਹ ਵੀ CBI ਵੀ ਕੋਈ ਝੂਠੀ ਨਹੀਂ, ਉਹਨਾਂ ਨੂੰ ਜਦੋਂ ਸੂਹ ਮਿਲਦੀ ਆ ਉਹ ਆ ਕੇ ਉਸੇ ਵੇਲੇ ਗਿੱਚੀਓਂ ਫੜ ਲੈਂਦੇ ਆ। ਹੁਣ ਉਹਨਾਂ ਨੇ ਜੜ੍ਹ ਤੱਕ ਜਾਣਾ ਕਿ ਇਹ ਕਿੱਥੋਂ ਤੱਕ ਕਿਉਂ ਹੋਇਆ, ਮੰਤਰੀ ਸਾਹਿਬ ਨੇ ਕੀ ਕੀਤਾ। ਔਰ ਗੱਡੀਆਂ ਦੇ ਨੰਬਰ ਜਿਹੜੇ ਆ ਉਹ ਤਾਂ 2 ਵੀਲਰ ਦੇ ਆ, ਉਹਦੇ ਵਿੱਚ ਮੋਟਰਸਾਈਕਲ 'ਤੇ ਆ, ਬਾਈਕ ਦੇ ਆ, ਉਹਦੇ ਵਿੱਚ ਸਕੂਟਰ ਦੇ ਆ, ਅਤੇ ਗੱਡੀਆਂ ਉਹ ਹੈ ਹੀ ਨਹੀਂ ਵੱਡੀਆਂ ਟਰੱਕ ਦੇ ਤਾਂ ਹੈ ਹੀ ਨਹੀਂ। ਅਤੇ ਜਿਹੜੀਆਂ ਕਣਕ ਦੀਆਂ ਬੋਰੀਆਂ ਅਤੇ ਝੋਨੇ ਦੀਆਂ ਬੋਰੀਆਂ ਕਾਹਦੇ 'ਤੇ ਜਾਣੀਆਂ ਸੀ? ਸਕੂਟਰ 'ਤੇ ਥੋੜ੍ਹੀਆਂ ਜਾਣੀਆਂ ਸੀਗੀਆਂ। ਉਹਦੇ ਵਿੱਚ ਜਿੰਨਾ ਪੈਸਾ ਆਇਆ ਸੀ ਉਦੋਂ ਬਾਹਰੋਂ, ਜਿਹੜਾ ਸੈਂਟਰ ਵੱਲੋਂ ਵੀ ਆਇਆ, ਪੰਜਾਬ ਉਹਨਾਂ ਵੀ ਦਿੱਤਾ ਵਾ, ਉਹ ਵੀ ਖਾਧਾ ਗਿਆ, ਉਹ ਵੀ ਰਲ ਮਿਲ ਕੇ ਖਾ ਗਿਆ। ਉਹਦੇ 'ਚੋਂ ਕੁਝ ਅਧਿਕਾਰੀ ਤਾਂ ਇਹਨਾਂ ਨੇ ਸਸਪੈਂਡ ਕੀਤੀ ਆ, 2-3 ਦਿਨ ਹੋਏ ਆ। ਔਰ ਵੇਖ ਲਓ ਜਦੋਂ ਧੂੜ ਉੱਡਦੀ ਆ, ਬੱਦਲਾਂ ਤੱਕ ਪਹੁੰਚ ਜਾਂਦੀ ਆ। ਇਹ ਧੂੜ ਨੂੰ ਜਿਹੜਾ ਹੁਣ ਉਹਨਾਂ ਨੇ ਕਲੀਅਰ ਕਰ ਲਈ, ਇਹ 2 ਏਜੰਸੀਆਂ ਆ ਗਈਆਂ। ਹੁਣ ਦੇਖੋ ਇਹਨਾਂ ਨੇ ਫੜਨ ਤੋਂ ਬਾਅਦ ਉਹਨਾਂ ਨੂੰ ਕਿੱਦਾਂ ਫਾਲੋ ਕਰਦੇ ਆ, ਉਹਨਾਂ 'ਤੇ ਕੀ ਕੁਛ ਲਾਉਂਦੇ ਦੋਸ਼, ਕਿਹੜੀ ਧਾਰਾ ਲਾ ਕੇ ਉਹਨਾਂ ਨੂੰ ਕਰਦੇ ਆ। ਕਈ ਵਾਰੀ ਖੰਨਾ ਜੀ ਹੁੰਦਾ ਕਿ ਫੜੇ ਵੀ ਗਏ ਬੰਦੇ, ਆਂਦੇ ਅਰੈਸਟ ਹੋ ਗਏ ਜੀ ਕਰਕੇ, ਤਰੀਕਾਂ ਪੈਣ ਲੱਗ ਪਈਆਂ, ਵਿਜੀਲੈਂਸ ਨੇ ਵੀ ਫੜ ਲਿਆ ਜੀ, CBI ਨੇ ਵੀ ਫੜ ਲਿਆ ਜੀ, ED ਨੇ ਫੜ ਲਿਆ। ਮੁੜ ਕੇ ਕੋਈ ਅਤਾ ਪਤਾ ਨਹੀਂ ਲੱਗਦਾ ਵੀ ਉਹ ਬੰਦੇ ਕਿੱਧਰ ਗਏ ਅਤੇ ਕੀ ਹੋਇਆ, ਕਿ ਉਹ ਅੰਦਰ ਉਹਨਾਂ ਨੂੰ ਸਜ਼ਾ ਕਿੰਨੀ ਹੋਈ, ਕਦੀ ਪਤਾ ਲੱਗਾ। ਜਿੰਨੇ ਆਪਣੇ ਇੱਥੇ ਇੰਨੇ ਅਪਰਾਧ ਹੁੰਦੇ ਆ, ਜਿੰਨੇ ਦੋਸ਼ ਮੜੇ ਜਾਂਦੇ ਆ, ਨਹੀਂ ਤਾਂ ਜੇਲ੍ਹਾਂ ਭਰ ਜਾਣ, ਕੋਈ ਫੜਿਆ ਨਹੀਂ ਜਾਂਦਾ, ਪਤਾ ਨਹੀਂ ਕਿੱਦਾਂ ਛੁੱਟ ਜਾਂਦੇ ਆ। ਜਾਂ ਤਾਂ ਉਹਨਾਂ ਖੰਨਾ ਜੀ ਪੈਸਾ ਰੱਖਿਆ ਹੁੰਦਾ ਕੁਝ %, ਮੰਨ ਲਓ ਉਹਨਾਂ ਨੇ 100 ਕਮਾਇਆ ਅਤੇ 25 ਰੱਖ ਲਏ ਦੂਜੀ ਸਾਈਡ 'ਤੇ, ਤਾਂ 75 ਆਪਣੀ ਜੇਬ 'ਚ ਪਾ ਲਏ। ਉਹ 25 ਕਰਕੇ ਕਿੰਨੇ ਕਰੋੜ ਬਣ ਜਾਂਦੇ ਆ, ਉਹ ਅਗਲੇ ਦੇ ਜੇਬ 'ਚ ਪਾਤੇ, ਏਜੰਸੀ ਚੁੱਪ, ਸਾਰਾ ਕੁਝ ਹੋ ਗਿਆ ਕੰਮ। ਜਦੋਂ ਜਾਂਚ ਚੱਲਦੀ ਹੈ, ਜਦੋਂ ਦੋਸ਼ ਮੜੇ ਜਾਂਦੇ ਆ, ਸਾਰਾ ਕੁਝ ਹੁੰਦਾ, CBI ਆਉਂਦੀ ਆ, ਉਹਦੇ ਵਿੱਚ ਕਈ ਵਿੱਚ ਮਿਡਲਮੈਨ ਵੀ ਹੁੰਦੇ ਆ, ਦੇ ਲਓ ਪੈਸਾ ਤਾਂ ਕੁਝ ਨਾ ਕੁਝ ਨਿਬੜ ਜੂ ਤੁਹਾਡਾ, ਜੇ ਨਹੀਂ ਹੈਗਾ ਤਾਂ ਫਿਰ ਕੇਸ ਹੋ ਗਿਆ, ਫਿਰ ਅਰੈਸਟ ਹੋ ਜੂਗੇ ਸਾਰਾ ਟੱਬਰ। ਤੁਹਾਡੀ ਪ੍ਰਾਪਰਟੀ ਜਿਹੜੀ ਬੜੀ ਬੇਨਾਮੀ ਬਣੀ ਆ, ਉਹ ਵੀ ਅਸੀਂ ਦੇਖ ਰਹੇ ਹਾਂ, ਉਹਦਾ ਵੀ ਵੈਲਿਊ ਕਰ ਰਹੇ ਹਾਂ। ਉਹਦੇ 'ਚ ਪਤਾ ਲੱਗ ਰਿਹਾ ਤੁਸੀਂ ਇੰਨਾ ਪੈਸਾ ਬਣਾ ਲਿਆ, ਇੰਨਾ ਕਰਿਆ। ਉਹ ਡਰਾਵੇ ਦੇ ਮਾਰੇ ਜਿੰਨਾ ਪੈਸਾ ਹੁੰਦਾ ਉਹ ਚੜਾ ਦਿੰਦੇ ਆ, ਜਿਹੜਾ ਉਹਨਾਂ ਨੇ ਰੱਖਿਆ ਉਹ ਵੀ ਤਾਂ ਬਾਕੀ ਵੀ ਦੇ ਦਿੰਦੇ ਆ, ਅਤੇ ਉਹ ਸੁਰਖਰੂ ਹੋ ਕੇ ਰਾਤ ਨੂੰ ਸੌਂ ਜਾਂਦੇ ਆ। ਇਹ ਗੱਲ ਹੈਗੀ ਹੈ, ਕਦੇ ਤੁਸੀਂ ਫਾਲੋ ਕੀਤਾ, ਅਖਬਾਰਾਂ ਭਰ ਜਾਂਦੀਆਂ, ਮੀਡੀਆ 'ਤੇ ਗੱਲਾਂ ਕਰਦੇ ਕਿ ਆ ਮੰਤਰੀ ਫੜੇ ਗਏ, ਉਹਦੇ 'ਤੇ ਆਹ ਕੇਸ ਲੱਗਾ ਜੀ, ਲਓ ਜੀ ਅੱਜ ਵੀ ਅਤੇ ਰਾਤ ਵੀ, ਕੱਲ੍ਹ ਵੀ। ਸੋਨੀ ਜੀ ਵੀ ਫੜੇ ਗਏ ਸੀਗੇ, ਉਹਨਾਂ 'ਤੇ ਵੀ ਕੇਸ ਚੱਲਦਾ ਸੀ, ਜਿਹੜੇ OP ਸੋਨੀ ਜੀ ਅੰਮ੍ਰਿਤਸਰ ਤੋਂ, ਉਹ ਹੁਣ ਉਹਦੇ ਬਾਅਦ ਉਹ ਚੁੱਪ ਆ। ਸਾਰਾ ਕੁਝ ਠੱਪਿਆ ਜਾਂਦਾ ਕੰਮ। ਇਹ ਕਿਉਂ ਠੱਪਿਆ ਜਾਂਦਾ? ਪੈਸੇ ਨਾਲ, ਅਸਰ ਸੂਕ ਨਾਲ। ਲਿੰਕ ਬਹੁਤ ਦੂਰ ਤੱਕ ਜਾਂਦੇ ਨੇ ਨਾ, ਜੇ ਰਾਜ਼ ਖੁੱਲ੍ਹਣੇ ਹੋਣ ਸ਼ੁਰੂ, ਤਾਂ ਪਤਾ ਨਹੀਂ ਕਿੱਥੋਂ ਤੱਕ ਰਾਜ਼ ਖੁੱਲ੍ਹ ਜਾਣਾ, ਕਿੱਥੋਂ ਤੱਕ ਪਹੁੰਚ ਜਾਊਗਾ। ਅਤੇ ਜਦੋਂ ਦੇਖਦੇ ਨੇ ਕਿ ਇੱਥੇ ਤਾਂ ਪੂਰਾ ਹੀ ਸਭ ਕੁਝ ਹੀ ਨੰਗਾ ਹੋ ਜਾਣਾ, ਇਸ ਕਰਕੇ ਇਹਨੂੰ ਠੱਪ ਦਿਓ। ਵੈਸੇ ਇੱਕ ਗੱਲ ਹੈ, ਤਕੜੇ ਦਾ 3700 ਹੁੰਦਾ ਨਾ, ਅਸਰ ਸੂਕ ਵਾਲਾ ਬੰਦਾ ਨਹੀਂ ਕਦੀ ਫੜਿਆ ਜਾਂਦਾ। ਮਰਦਾ ਕੌਣ ਆ? ਜਾਂਦਾ ਅਧਿਕਾਰੀ ਜਿਹੜਾ ਸਰਕਾਰੀ ਨੌਕਰੀ ਕਰਦਾ, ਜਾਂ ਵਿਚਾਰਾ ਛੋਟੀ ਪੋਸਟ ਵਾਲਾ, ਅਤੇ ਜਾਂ ਵਿਚਾਰਾ ਗਰੀਬ, ਉਹ ਮਰਦੇ ਆ। ਅਸਰ ਸੂਕ ਵਾਲਾ ਬੰਦਾ ਬਾਹਰ, ਉਹਦੇ ਸਿਰ ਦੇ ਉੱਤੇ ਸਾਰਾ ਭਾਰ ਪਾ ਦੇਣਗੇ, ਜੋ ਕੁਝ ਕੀਤਾ ਇਹਨੇ ਕੀਤਾ, ਇਹਨੇ ਪ੍ਰਪੋਜ਼ ਕੀਤਾ, ਇਹਨੇ ਲਿਖ ਕੇ ਦਿੱਤਾ, ਇਹ ਮੰਤਰੀ ਤੱਕ ਗਿਆ ਹੈਗਾ, ਮੰਤਰੀ ਨੇ ਸਾਈਨ ਕਰਤਾ, ਚਲੋ ਜੀ। ਤੁਸੀਂ ਗੱਲ ਦੱਸੋ, ਇਨਸਾਨ ਬੇਈਮਾਨੀ ਕਰਦਾ ਕਿਉਂ ਹੈ?
ਕਿਉਂ ਕਰਦਾ ਹੈ? ਤੁਸੀਂ ਇਹ ਇਨਸਾਨ ਦੀ ਜਿਹੜੀ ਹੈ ਨਾ ਇਹ ਸਾਈਕੀ ਪੂਰੀ ਸਾਈਕੀ ਦੈਟ ਇਜ਼ ਪ੍ਰਵੇਲ ਇਨ ਸਾਈਕੀ ਜਿਹੜਾ ਵੀ ਹੈ। ਕਿਉਂਕਿ ਕਰਦਾ ਰਿਸ਼ਵਤ, ਤੁਸੀਂ ਕਹੋਗੇ ਕਿਉਂ ਕਰਦਾ, ਉਹੀ ਗੱਲ ਹੋ ਗਈ। ਰਿਸ਼ਵਤ ਵੀ ਲੋਕਾਂ ਦਾ ਫੰਡਾਮੈਂਟਲ ਰਾਈਟ ਸੀ ਬਣ ਗਿਆ, ਚਾਰੇ ਪਾਸੇ ਰਿਸ਼ਵਤ। ਅੱਜ SHO ਫੜਿਆ ਗਿਆ, ਅੱਜ IG ਫੜਿਆ ਗਿਆ, IS ਅਫੀਸਰ ਫੜੇ ਗਏ, ਜਿਹੜੇ ਅਧਿਕਾਰੀ ਉਹੀ ਫੜੇ ਜਾਂਦੇ ਆ। ਇਹ ਆਂਦੇ ਆ ਵੀ ਦੁੱਧ ਨੂੰ ਜਦੋਂ ਦੁੱਧ ਦੀ ਰਾਖੀ ਲਈ ਜਦੋਂ ਬਿੱਲੀ ਦੁੱਧ ਪੀਣ ਲੱਗ ਪਈ ਤਾਂ ਫਿਰ ਦੁੱਧ ਦਾ ਰਾਖਾ ਕੌਣ ਹੈਗਾ? ਇਹ ਹੁਣ ਉਹ ਆ ਬਿੱਲੇ, ਉਹ ਬਿੱਲੇ ਆ ਜਿਹੜੇ ਦੁੱਧ ਪੀ ਜਾਂਦੇ ਤੇ ਮਲਾਈ ਖਾਈ ਜਾਂਦੇ। ਚਲੋ ਮਲਾਈ ਖਾਈ ਜਾਂਦੇ, ਮਲਾਈ ਵੀ ਖਾਈ ਜਾਂਦੇ। ਚਲੋ ਅੱਗੇ ਆਪਾਂ ਚੱਲਦੇ ਹਾਂ ਜੀ। ਕਹਿੰਦੇ ਨੇ ਕਿ ਜੋ ਕਾਂਗਰਸ ਦੀ ਅਗਵਾਈ ਵਾਲਾ ਦੇਸ਼ ਬਣੇਗਾ ਜਾਂ ਦੇਸ਼ ਦੀਆਂ ਵਿਰੋਧੀ ਪਾਰਟੀਆਂ ਕਾਂਗਰਸ ਦੀ ਅਗਵਾਈ ਵੱਲ ਤੁਰਨ ਤੇ ਸਾਰੇ ਯੂਨਾਈਟ ਹੋ ਕੇ ਇੱਕ ਪਲੇਟਫਾਰਮ ਤੇ ਆ ਜਾਣ ਤੇ ਭਾਜਪਾ ਨੂੰ ਟੱਕਰ ਦੇਣ 2024 ਦੀਆਂ ਇਲੈਕਸ਼ਨਸ ਦੇ ਵਿੱਚ ਇੱਕ ਸਟਰੋਂਗ ਆਪੋਜੀਸ਼ਨ ਬਣਾ ਕੇ, ਤਾਂ 2024 ਦੀਆਂ ਇਲੈਕਸ਼ਨਸ ਦੇ ਵਿੱਚ ਅਸੀਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਭਾਜਪਾ ਨੂੰ, ਭਾਰਤੀ ਜਨਤਾ ਪਾਰਟੀ ਨੂੰ ਮਾਤ ਪਾ ਸਕਦੇ ਹਾਂ। ਇਹ ਜੀ ਖੜਕੇ ਸਾਹਿਬ ਕਹਿ ਰਹੇ ਨੇ, ਕਾਂਗਰਸ ਦੇ ਪ੍ਰਧਾਨ ਜੋ ਨੈਸ਼ਨਲ ਲੈਵਲ ਦੇ ਕੌਮੀ ਲੈਵਲ ਦੇ ਪ੍ਰਧਾਨ ਹੈ ਰਾਸ਼ਟਰ ਕਾਂਗਰਸੀ ਦੇ ਪਾਰਟੀ ਦੇ। ਔਰ ਇਹਨਾਂ ਨੇ ਹੁਣੇ ਇਹਨਾਂ ਨੇ ਝਾਰਖੰਡ 'ਚ ਵੀ ਬਹੁਤ ਵੱਡਾ ਸਮਾਗਮ ਰਚਿਆ ਵਾ, ਅੱਜ 24 ਤਰੀਕ ਨੂੰ ਆ ਰਿਹਾ ਉਹਦੇ 'ਚ। ਔਰ ਇਸੇ ਨੂੰ ਲੈ ਕੇ, ਇਸੇ ਮੁੱਦੇ ਨੂੰ, ਕਿ ਇੱਕ ਤਾਂ ਉਹਨਾਂ ਨੇ ਕਹਿਤਾ ਕਿ 2024 ਦੀ ਇਲੈਕਸ਼ਨ ਆਉਣ ਨਾਲ ਸਾਰੇ ਯੂਨਾਈਟ ਹੋ ਜਾਓ, ਜਿਸ 'ਚ ਨਿਤਿਸ਼ ਕੁਮਾਰ ਬਿਹਾਰ ਤੋਂ ਹੈਗੇ ਆ, ਬਾਕੀ ਲੂਥਰ ਜੀ ਹੈਗੇ ਆ, ਔਰ ਹੋਰ ਉਹਦੇ ਨਾਲ ਸਟਾਲਿਨ ਹੈਗੇ ਹਾਂ, ਬਹੁਤ ਜਿਹੜੇ ਅਧਿਕਾਰੀ ਦੇ ਜਾਂ ਜਿਹੜੇ ਆਗੂ ਨੇ ਪਾਰਟੀਆਂ ਦੇ, ਉਹ ਇਕੱਠੇ ਹੋ ਗਏ ਆ। ਮਮਤਾ ਬੈਨਰਜੀ ਇਹਨਾਂ ਨਾਲ ਆ ਗਈ ਆ। ਔਰ ਜਿੰਨੇ ਇਕੱਠੇ ਹੋ ਕੇ ਇਹਨਾਂ ਨੇ ਯੂਨਾਈਟ ਕਰ ਲਿਆ ਕਿ ਅਸੀਂ ਇਕੱਠੇ ਹੋ ਕੇ ਐਤਕੀ ਇਲੈਕਸ਼ਨ ਲੜੀਏ। ਲੀਡ ਕਰ ਰਹੀ ਹੈ ਕਾਂਗਰਸ ਨੈਸ਼ਨਲ ਪਾਰਟੀ ਹੈ, ਬਾਕੀ ਖੇਤਰੀ ਪਾਰਟੀਆਂ। ਔਰ ਤਰਣਮੂਲ ਕਾਂਗਰਸ ਜਿਹੜੀ ਹੈਗੀ ਉਹ ਵੀ ਉੱਥੋਂ ਦੀ ਬੰਗਾਲ ਦੀ ਹੈ। ਔਰ ਉਹਦੇ ਵਿੱਚ ਹੋ ਸਕਦਾ ਅਕਾਲੀ ਦਲ ਵੀ ਇੱਧਰੋਂ ਚਲੇ ਜਾਵੇ, ਔਰ ਉਹਦੇ ਨਾਲ ਬਾਕੀ ਜਿਹੜੀਆਂ ਹੋਰ ਕਾਂਗਰਸ ਤਾਂ ਜਾਣੀ ਔਰ ਬਾਕੀ ਜਿਹੜੇ ਉਹ ਖੇਤਰੀ ਪਾਰਟੀਆਂ ਦੇ ਨੁਮਾਇੰਦੇ ਆ ਉਹ ਵੀ ਪਹੁੰਚਣਗੇ। ਐਤਕੀ ਖੜਕੇ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਉਹ ਕਰ ਦਿਖਾਵਾਂਗੇ ਸ਼ਾਇਦ ਜਿਹੜਾ ਕਦੀ ਵੀ ਨਾ ਹੋਇਆ ਹੋਵੇ, ਕਿਉਂਕਿ 2 ਟਰਮਜ਼ਾਂ ਦੇ BJP ਲੀਡ ਕਰ ਚੁੱਕੀ ਆ। ਔਰ ਉਦੋਂ ਬਾਅਦ ਜਿਹੜਾ ਅਡਾਨੀ ਦਾ ਵੀ ਮਾਮਲਾ ਸੀਗਾ ਉਹਨੂੰ ਵੀ ਖੋਲਾਂਗੇ ਜਾ ਕੇ ਅਸੀਂ, ਉਹਦੇ ਵਿੱਚ ਕੀ ਕੁਛ ਹੋਇਆ। ਆਂਦੇ ਅਸੀਂ ਉਹ ਉਦੋਂ ਖੋਲ੍ਹਣਾ ਜਦੋਂ ਸਾਡੀ ਸਰਕਾਰ ਆਈ। ਹੁਣ ਇਹਨਾਂ ਨੇ ਆਂਦੇ ਉਹ ਪੱਲਾ ਨਹੀਂ ਫੜਨ ਦੇਣਾ ਔਰ ਉਹਦਾ ਕੋਈ ਵਰਕਾ ਨਹੀਂ ਫੋਲਣ ਦੇਣਾ। ਅਸੀਂ ਆਂਦੇ ਸਾਰੇ ਵਰਕੇ ਪਹਿਲੇ ਤੋਂ ਐਂਡ ਤੱਕ ਜਾ ਕੇ ਦੇਖਾਂਗੇ ਕਿ ਕੀ ਕਰ ਰਹੇ ਆ, ਕਿਹੜੀ ਏਜੰਸੀ ਦੇ ਨਾਲ ਇਨਵੋਲਵ ਆ, ਅਸੀਂ ਉਹਦੇ ਤੱਕ ਪਹੁੰਚਾਂਗੇ ਵੀ। ਹੁਣ ਜਿਸ ਤਰ੍ਹਾਂ ਹੁਣ ਪੰਜਾਬ ਦੀ ਗੱਲ ਕਰ ਲਈਏ, ਭਗਵੰਤ ਮਾਨ ਨੇ ਦੇਖ ਲਓ ਵਿਜੀਲੈਂਸ ਨੂੰ ਕਹਿ ਕੇ ਕਿੰਨੇ ਮੰਤਰੀ ਫੜੇ ਗਏ, ਕਿੰਨਿਆਂ ਦੇ ਕੇਸ ਹੋਏ। ਔਰ ਵੇਖ ਲਓ ਉਹ ਆਂਦੇ ਵੀ ਦਾਲ 'ਚ ਕਾਲਾ ਕਾਲਾ, ਇੱਥੇ ਸਾਰੇ ਮੰਤਰੀਆਂ ਦੀ ਦਾਲ ਹੀ ਕਾਲੀ ਹੋ ਗਈ, ਸਾਰਾ ਕੁਝ ਨਿਕਲ ਆਇਆ ਉਹਨਾਂ ਦੇ ਵਿੱਚੋਂ, ਔਰ ਉਹ ਉਹਨਾਂ ਦੇ ਕੇਸ ਚੱਲ ਰਹੇ ਆ। ਇਸੇ ਤਰ੍ਹਾਂ ਜਦੋਂ ਉਹ BJP ਗਈ, BJP ਇਸ ਵੇਲੇ ਸਾਫ ਸੁਥਰੀ ਪਾਰਟੀ ਆ, ਉਹਨਾਂ 'ਤੇ ਕੋਈ ਬਲੇਮ ਨਹੀਂ, ਕੁਝ ਨਹੀਂ ਲੱਗਾ। ਔਰ ਉਦੋਂ ਬਾਅਦ ਸੰਸੋਦੀਆ ਸਾਹਿਬ ਉੱਥੇ ਆਬਕਾਰੀ ਦੇ ਨਿਯਮਾਂ ਤੋਂ ਉਲੰਘਣਾ ਕਰਦੇ ਫੜੇ ਗਏ, ਉਹਨਾਂ 'ਤੇ ਵੀ ਕੇਸ ਚੱਲ ਰਿਹਾ। ਔਰ ਜਿਹੜੀ ਵੀ ਪਾਰਟੀ ਅੱਗੇ ਆਉਂਦੀ ਆ ਉਹਦੇ 'ਤੇ ED ਸਾਹਿਬ ਉਹਨੂੰ ਕਾਬਜ਼ ਕਰ ਲੈਂਦੇ ਆਪਣੇ ਵਿੱਚ, ਅਤੇ ਉਹਦੇ 'ਤੇ ਉਹਨਾਂ ਦਾ ਕੱਢ ਲੈਂਦੇ ਵੀ ਤੁਹਾਡੇ 'ਤੇ ਆਹ ਦੋਸ਼ ਹੈਗੇ ਆ। ਇਹ ਹੁਣ ਇਸ ਵੇਲੇ 2024 ਦੀ ਇਲੈਕਸ਼ਨ ਨੂੰ ਮੂਲ ਮੁੱਦਾ ਬਣਾ ਕੇ ਸਾਰੀਆਂ ਪਾਰਟੀਆਂ ਯੂਨਾਈਟ ਹੋ ਗਈਆਂ, ਇਕੱਠੀਆਂ ਹੋ ਗਈਆਂ, ਮਹਾਗਠਜੋੜ ਬਣਾ ਲਿਆ ਉਹਨਾਂ ਨੇ। ਔਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜੋ ਅਸੀਂ ਹੁਣ ਇਸ ਵੇਲੇ ਇਹਨਾਂ ਨੇ ਜੋ ਕਾਇਦਾ ਕਾਨੂੰਨ ਬਣਾਤਾ ਉਹਨੂੰ ਫਾਲੋ ਕਰਨਾ ਪਊਗਾ। ਔਰ ਆਂਦੇ ਜੇ ਮਜ਼ਬੂਤੀ ਨਾਲ ਨਹੀਂ ਚੱਲਾਂਗੇ ਤਾਂ ਫਿਰ ਅਸੀਂ ਪਿੱਛੇ ਰਹਿ ਜਾਵਾਂਗੇ। ਐਤਕੀ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸੰਗਠਨ ਕਰ ਲਿਆ ਔਰ ਉਹ ਪਾਰਟੀ ਬਹੁਤ ਵੱਡੇ ਤਰੀਕੇ ਨਾਲ ਇਹਨਾਂ ਨੇ ਕੀਤੀ ਆ। ਰਾਏਪੁਰਾ ਇਹ ਜਿਹੜਾ ਰਾਂਚੀ ਦੇ ਨੇੜੇ ਆ, ਔਰ ਉਹਦੇ ਵਿੱਚ ਇਹਨਾਂ ਨੇ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਸਮਾਗਮ ਕਰ ਰਿਹਾ। ਔਰ ਉਹ ਜਿੰਨੇ ਕਾਂਗਰਸੀ ਪਹੁੰਚ ਰਹੇ ਉੱਥੇ। ਵੈਸੇ ਇੱਕ ਗੱਲ ਜਿਹੜੀ ਭਾਰਤ ਜੋੜੋ ਯਾਤਰਾ ਇਹਨਾਂ ਨੇ ਕੀਤੀ ਆ ਰਾਹੁਲ ਗਾਂਧੀ ਨੇ, ਉਹਦੇ ਬਾਅਦ ਗਰਮਾ ਗਰਮੀ ਰਹੀ ਹੈ। ਉਹਦੇ ਬਾਅਦ ਜਿਹੜੀ ਪਾਰਟੀ ਕਾਂਗਰਸ ਹੈ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਆਪਣਾ ਗਰੁੱਪ ਬਣਾ ਸਕੀ ਹੈ, ਲੋਕਾਂ ਦੇ ਵਿੱਚ ਇਹਨਾਂ ਨੇ ਲੌਬੀ ਬਣਾਈ ਹੈ, ਲੋਕਾਂ ਨਾਲ ਚੱਲਣ ਦਾ ਸਮਰੱਥਾ ਵੀ ਰੱਖੀ ਹੈ। ਔਰ ਮੇਰਾ ਖਿਆਲ ਹੈ ਆਉਣ ਵਾਲੇ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਕੁਛ ਨਾ ਕੁਛ ਤਾਂ ਵੱਡੀ ਜਿਹੜੀ ਝਾਤ ਪਏਗੀ ਇਸ ਪਾਰਟੀ ਦੇ ਪਿਛੋਕੜ ਦੇ ਵਿੱਚ। ਔਰ ਮੇਰਾ ਖਿਆਲ ਹੈ ਲੋਕ ਵੀ ਚਾਹ ਰਹੇ ਨੇ ਕਿ ਪਾਰਟੀ ਦਾ ਬਦਲ ਹੋਣਾ ਚਾਹੀਦਾ। ਔਰ ਦੇਖੋ ਚੋਣ ਪ੍ਰਚਾਰ ਕੀ ਕਹਿੰਦਾ ਔਰ ਚੋਣ ਕਮਿਸ਼ਨ ਕੀ ਕਹਿੰਦਾ, ਔਰ ਉਦੋਂ ਬਾਅਦ ਵੋਟਾਂ ਜਿਹੜੀਆਂ ਆ ਗਈਆਂ ਲੋਕ ਕਿੱਧਰ ਪਹੁੰਚਦੇ ਆ। ਔਰ ਇਹ ਨਾ ਹੋ ਜਾਏ ਕਿ ਪੰਜਾਬ ਦੇ ਵਾਂਗੂ ਬਣਵੀਆਂ ਜਿੱਦਾਂ ਇੱਕ ਪਾਰਟੀ ਲੈ ਕੇ ਨੁਕਰੇ ਲੱਗ ਗਈ ਅਤੇ ਬਾਕੀ ਪਾਰਟੀਆਂ ਦੀ ਫੱਟੀ ਪੋਚ ਕੇ ਰੱਖਤੀ। ਅਤੇ ਦੇਖੋ ਇਹਦੇ 'ਚ ਕੀ ਹੁੰਦਾ। ਦੇਖੋ BJP ਵੱਲੋਂ ਇਹ ਗੱਲ ਆ ਰਹੀ ਹੈ ਕਿ BJP ਦਾ ਕੋਈ ਸਟਰੋਂਗ ਆਪੋਜੀਸ਼ਨ ਨਹੀਂ ਹੈ, ਕੋਈ ਕੰਪੀਟੀਸ਼ਨ ਨਹੀਂ ਹੈ। ਇਸ ਕਰਕੇ 2024 ਦੀਆਂ ਇਲੈਕਸ਼ਨਸ ਦੇ ਵਿੱਚ ਅਸੀਂ ਜਿੱਤਣ ਜਾ ਰਹੇ ਹਾਂ ਤੀਸਰੀ ਵਾਰ, ਅਤੇ ਮੋਦੀ ਜੀ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ। ਇਹ
ਬੀਜੇਪੀ ਵੱਲੋਂ ਇਹ ਗੱਲਾਂ ਆ ਰਹੀਆਂ ਨੇ। ਹੁਣ ਇਹ ਸਟਰੋਂਗ ਆਪੋਜੀਸ਼ਨ ਕਿੱਥੇ ਤੱਕ ਹੈ ਇਹ ਕੁਝ ਕਹਿ ਨਹੀਂ ਸਕਦੇ, ਬਟ ਇਹ ਐਕਸਪਰਟਸ ਵੀ ਕਹਿੰਦੇ ਨੇ ਕਿ ਬੀਜੇਪੀ ਵਾਸਤੇ ਕੇਕ ਵਾਕ ਨਹੀਂ ਹੋਏਗੀ ਕਿ ਆਰਾਮ ਨਾਲ ਜਿੱਤ ਜਾਣਗੇ। ਇਹ ਬਹੁਤ ਚੁਣੌਤੀਪੂਰਨ ਕੰਪੀਟੀਸ਼ਨ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਬੀਜੇਪੀ ਕਮਜ਼ੋਰ ਪੈ ਰਹੀ ਹੈ। ਉਹ ਆਪਣੇ ਵੋਲੰਟੀਅਰਸ ਨੂੰ ਕਹਿ ਰਹੀ ਹੈ ਕਿ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਜਾ ਕੇ ਘਰ ਘਰ ਜਾ ਕੇ ਪੰਜਾਬ ਦੇ ਵਿੱਚ ਵੀ ਹਰ ਥਾਂ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰੋ, ਸਾਡੀ ਪਾਰਟੀ ਦੀ ਸੋਚ ਕੀ ਹੈ ਉਹ ਲੋਕਾਂ ਨੂੰ ਦੱਸੋ, ਲੋਕਾਂ ਨੂੰ ਕਹੋ ਕਿ ਬੀਜੇਪੀ ਨੂੰ ਜਿਤਾਉਣ, ਬੀਜੇਪੀ ਨੂੰ ਬਣਾਉਣ, ਤਾਂ ਹੀ ਭਾਰਤ ਬਚ ਸਕਦਾ ਹੈ। ਇਹ ਤਮਾਮ ਗੱਲਾਂ ਹੋ ਰਹੀਆਂ ਨੇ। ਹੁਣ ਦੇਖੋ ਉਹ ਕਿੱਥੇ ਤੱਕ ਸਫਲ ਹੁੰਦੇ ਨੇ। ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਕਿੰਨੀ ਵੱਡੀ ਚੁਣੌਤੀ ਦਿੰਦੀਆਂ ਨੇ ਬੀਜੇਪੀ ਨੂੰ 2024 ਦੀਆਂ ਇਲੈਕਸ਼ਨਸ ਦੇ ਵਿੱਚ, ਕਿਉਂਕਿ ਈਜ਼ੀ ਜੌਬ ਨਹੀਂ ਹੈ ਬੀਜੇਪੀ ਵਾਸਤੇ। ਬਹੁਤ ਇਸ ਵਕਤ ਜ਼ਬਰਦਸਤ ਕੰਪੀਟੀਸ਼ਨ ਹੋਣ ਵਾਲਾ ਹੈ ਔਰ ਬੜਾ ਦਿਲਚਸਪ ਹੋਣ ਵਾਲਾ ਹੈ 2024 ਦੀਆਂ ਲੋਕ ਸਭਾ ਇਲੈਕਸ਼ਨਸ ਦਾ ਜਿਹੜਾ ਦੌਰ ਚੱਲ ਰਿਹਾ ਹੈ। ਪਰ ਇਹ ਗੱਲ ਤੁਹਾਡੀ ਮੈਂ ਹੋਰ ਇਜ਼ਾਫਾ ਕਰੂੰਗਾ ਕਿ ਜਿਹੜਾ ਤੁਸੀਂ ਗੱਲ ਕਹੀ ਹੈ ਬਿਲਕੁਲ ਸਹੀ ਆ, ਕਿਉਂਕਿ ਇਹਦੇ ਨਾਲ ਬੀਜੇਪੀ ਦਾ ਪਲੜਾ ਹੋਰ ਭਾਰੀ ਹੋ ਰਿਹਾ। ਕੇਵਲ ਜਲੰਧਰ 'ਚੋਂ ਨਹੀਂ, ਬਾਹਰਲੇ ਸੂਬਿਆਂ 'ਚੋਂ ਵੀ ਡਾਰਾਂ ਦੀਆਂ ਡਾਰਾਂ ਹੀ ਇਹਨਾਂ ਦੇ ਪਾਰਟੀ ਵਿੱਚ ਰਲ ਰਹੀਆਂ ਔਰ ਉਹਦੇ ਵਿੱਚੋਂ ਬਹੁਤ ਜਿਹੜੀਆਂ ਕਾਂਗਰਸ 'ਚੋਂ ਵੀ ਨਿਕਲ ਕੇ ਗਏ ਆ ਬੀਜੇਪੀ ਦੇ ਵਿੱਚ, ਔਰ BSP ਤੋਂ ਵੀ ਨਿਕਲ ਕੇ ਗਏ ਆ, ਔਰ ਅਕਾਲੀ ਦਲ 'ਚੋਂ ਵੀ ਨਿਕਲ ਕੇ ਗਏ ਆ, ਔਰ ਬਾਕੀ ਜਿਹੜੀ ਖੇਤਰੀ ਪਾਰਟੀਆਂ ਦੇ ਲੋਕ ਨੇ ਉਹ ਬੀਜੇਪੀ ਵੱਲ ਨੂੰ ਮੁੜ ਗਿਆ। ਔਰ ਉਹਨਾਂ ਦਾ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਡਿਸਕਸ ਕੀਤਾ ਸੀ ਕਿ ਇਹਨਾਂ ਦਾ ਪਰਿਵਾਰ ਵੱਡਾ ਹੋ ਗਿਆ ਔਰ ਇਹਨਾਂ ਦੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਿਹਨਾਂ ਦੀ ਹੋਈ, ਜਿਹੜੇ ਨੇਤਾ ਨੇ, ਰਾਜਸੀ ਨੇਤਾ ਨੇ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਦੇਖ ਲਓ, ਕਿੱਥੋਂ ਕਿੱਡੀ ਪੋਸਟ ਤੋਂ ਆ ਕੇ ਬੀਜੇਪੀ ਚਲੇ ਗਏ, ਜਾਖੜ ਸਾਹਿਬ ਬੀਜੇਪੀ ਚਲੇ ਗਏ, ਨਵਜੋਤ ਸਿੱਧੂ ਜੀ ਵੀ ਉੱਧਰੋਂ ਹੀ ਆਏ ਸੀਗੇ ਬੀਜੇਪੀ ਜੋ ਰਾਜ ਸਭਾ ਦੇ ਮੈਂਬਰ ਵੀ ਰਹੇ ਆ, ਔਰ ਕਈ ਪਾਰਟੀਆਂ ਛੱਡਦੇ ਕਾਂਗਰਸ ਆ ਕੇ ਟਿਕ ਗਏ ਆ। ਔਰ ਉਦੋਂ ਬਾਅਦ ਬਾਕੀ ਲੀਡਰ ਵੀ ਜਿਹੜੇ ਹੈਗੇ ਆ, ਇਹ ਕੋਈ ਅਕਾਲੀ ਦਲ 'ਚੋਂ ਦੌੜ ਗਿਆ, ਉਹ ਬੀਜੇਪੀ 'ਚ ਜਾ ਰਲਿਆ। ਇਸ ਤਰ੍ਹਾਂ ਕਈ ਜਿਹੜੇ ਰਾਜਨੇਤਾ ਨੇ, ਵੱਡੇ ਆਗੂ ਨੇ, ਉਹ ਆਪਣੀ ਪਾਰਟੀ ਨੂੰ ਛੱਡ ਕੇ ਇਹਦੇ ਵੱਲ ਆ ਰਹੇ ਆ। ਸਰਸਾ ਜੀ ਦੇਖ ਲਓ ਦਿੱਲੀ 'ਚੋਂ, ਹੈ ਨਾ, ਉਹਨਾਂ ਨੇ ਵੀ ਆ ਕੇ ਪਾਰਟੀ ਛੱਡ ਕੇ ਇੱਧਰ ਬੀਜੇਪੀ 'ਚ ਆ ਗਏ ਆ। ਪਰ ਬੀਜੇਪੀ ਦੀ ਪਹਿਲਾਂ ਇਹ ਗਿਣਿਆ ਸੀਗਾ ਕਿ ਜਿਹੜੀ ਵੋਟ ਬੈਂਕ ਹੈਗੀ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ, ਰੂਰਲ ਏਰੀਆ 'ਚ ਬਹੁਤ ਘੱਟ ਹੈਗਾ। ਪਰ ਐਤਕੀ ਇਹਨਾਂ ਨੇ ਆਪਣੀ 65 ਬਣਾ ਲਈ ਆ। ਇਹਨਾਂ ਨੇ ਪਿੰਡਾਂ ਵਿੱਚ ਵੀ ਜਾ ਵੜੇ ਆ, ਪਿੰਡਾਂ ਵਿੱਚ ਵੀ ਚਲੇ ਗਿਆ। ਅਸ਼ਵਨੀ ਕੁਮਾਰ ਸ਼ਰਮਾ ਜੀ ਖੁਦ ਪਿੰਡਾਂ 'ਚ ਜਾ ਰਹੇ ਆ। ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤੀਜੀ ਵਾਰ ਵੀ ਇਹ ਜੇ ਕਿਤੇ ਆਪਣੀ ਚੌਂਕੜੀ ਬਣਾ ਲਈ, ਜਿਨ੍ਹਾਂ ਨੇ ਸਾਰਾ ਕੁਝ ਕਰ ਲਿਆ ਤੇ ਜਿੱਤ ਕੇ ਤੇ ਫਿਰ ਉਸੇ ਤਰ੍ਹਾਂ ਦਾ ਪ੍ਰਧਾਨ ਮੰਤਰੀ ਬਣ ਕੇ ਮੋਦੀ ਸਾਹਿਬ ਉਸੇ ਤਖਤ ਤੇ ਫਿਰ ਬਿਰਾਜਮਾਨ ਹੋ ਸਕਦੇ ਆ। ਔਰ ਇਹ ਵਿਰੋਧੀ ਬਹੁਤ ਵਿਰੋਧ ਵੀ ਕਰ ਰਹੇ ਨੇ। ਜੀ ਠੀਕ ਹੈ ਨਾ। ਪਰ ਜੇ ਇਹ ਇਦਾਂ ਹੁੰਦਾ ਤਾਂ ਫਿਰ ਹੈਟ੍ਰਿਕ ਵਾਲੀ ਗੱਲ ਹੋ ਜਾਏਗੀ। ਇਸ ਤੋਂ ਪਹਿਲਾਂ ਕਦੇ ਵੀ ਇੰਡੀਆ ਦੀ ਹਿਸਟਰੀ 'ਚ ਇਦਾਂ ਹੋਇਆ ਨਹੀਂ ਹੈ। ਜਿੱਤ ਜਾਣੀ ਕਿ ਤੀਜੀ ਵਾਰੀ ਨਹੀਂ ਬਣਿਆ, ਦੋ ਵਾਰੀ ਨਹੀਂ ਬਣਿਆ। ਉਹ ਤਾਂ ਮਨਮੋਹਨ ਸਿੰਘ ਜੀ ਵੀ ਬਣੇ ਨੇ, ਪੰਡਿਤ ਨਹਿਰੂ ਵੀ ਬਣੇ ਨੇ, ਇੰਦਰਾ ਗਾਂਧੀ ਵੀ ਆਈ ਆ, ਪੰਡਿਤ ਨਹਿਰੂ ਵੀ ਆਏ ਦੋ ਵਾਰੀ ਜੀ। ਪਰ ਇਹ ਕੋਈ ਅਜੂਬਾ ਹੀ ਹੋ ਸਕਦਾ ਹੈ, ਕੋਈ ਚਮਤਕਾਰ ਹੀ ਹੋ ਸਕਦਾ ਹੈ। ਬਾਕੀ ਕੁਦਰਤ ਨੂੰ ਪਤਾ ਹੈ ਕਿ ਕੀ ਹੋਣ ਵਾਲਾ ਹੈ ਅੱਗੇ। ਬਟ ਇਹ ਚੁਣੌਤੀਪੂਰਨ ਮੁਕਾਬਲਾ ਜ਼ਰੂਰ। ਕੁਦਰਤ ਵਾਲਾ ਮਾਮਲਾ ਨਹੀਂ ਗਾ ਇਹ, ਕੁਦਰਤ ਨੇ ਇਹ ਵੋਟਾਂ ਵਾਲਾ ਮਾਮਲਾ। ਕੁਦਰਤ ਦਾ ਮਾਮਲਾ ਤਾਂ ਵੀ ਹਨੇਰੀ ਆਉਣ ਵਾਲੀ ਹੈ, ਜਦ ਮੀਂਹ ਆ ਗਿਆ, ਜਦ ਤੂਫਾਨ ਆ ਗਿਆ। ਕੁਦਰਤ ਦਾ ਮਾਮਲਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪੰਜਾਬ ਵਿੱਚ ਵੀ ਕੁਦਰਤੀ ਹੋਇਆ, ਕਿਸੇ ਨੂੰ ਨਹੀਂ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਏਦਾਂ ਜਿੱਤੇਗੀ। ਲੋਕਾਂ ਦੀ ਜਦੋਂ ਸੋਚ ਬਦਲ ਜਾਏ। ਯੈਸ, ਇਹ ਕੁਦਰਤੀ ਹੈ। ਹੁਣ ਇਹ 2024 ਦੇ ਵਿੱਚ ਕੁਦਰਤ ਕੀ ਖੇਡ ਖੇਡਦੀ ਹੈ, ਇਹ ਕੁਦਰਤ ਨੂੰ ਪਤਾ ਹੈ। ਬਾਕੀ ਇਸ ਵਕਤ ਤੇ ਹਰੇਕ ਬੰਦਾ ਜ਼ੋਰ ਲਗਾ ਰਿਹਾ ਹੈ, ਹਰੇਕ ਪਾਰਟੀ ਜ਼ੋਰ ਲਗਾ ਰਹੀ ਹੈ ਕਿ ਅਸੀਂ ਵਿਚਾਰਾਂ ਤੇ ਆ ਜਾਈਏ, ਅਸੀਂ ਜਿੱਤ ਜਾਈਏ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲਿਏ ਬਰਕਰਾਰ, ਜ਼ਰੂਰ ਜੀ ਜ਼ਰੂਰ। ਸਤਿ ਸ੍ਰੀ ਅਕਾਲ।